ਸ਼ੇਰੀ ਪੰਜਾਬ AM 600 ਤੁਸੀਂ ਇਸ ਵੇਲੇ ਸੁਣ ਰਹੇ ਹੋ ਦ ਨਵਜੋਤ ਢਿੱਲੋਂ ਸ਼ੋਅ। ਜਿਵੇਂ ਅੱਜ ਇਸ ਪ੍ਰੋਗਰਾਮ ਦੇ ਵਿੱਚ ਮੈਂ ਪਹਿਲਾਂ ਦੱਸ ਚੁੱਕੀ ਹਾਂ ਕਿ ਗੱਲਬਾਤ ਆਪਾਂ ਕਰਨੀ ਹੈ ਭਾਰ ਬਾਰੇ। ਵੈਸੇ ਤਾਂ ਤੰਦਰੁਸਤੀ ਬਾਰੇ ਗੱਲਬਾਤ ਹੋਣੀ ਚਾਹੀਦੀ ਹੈ ਕਿ ਅਸੀਂ ਤੰਦਰੁਸਤ ਕਿਵੇਂ ਰਹਿ ਸਕਦੇ ਹਾਂ, ਪਰ ਇਹ ਵੀ ਮਹਿਸੂਸ ਕੀਤਾ ਜਾ ਰਿਹਾ ਹੈ ਕਿ ਤੰਦਰੁਸਤੀ ਦੇ ਵਿੱਚ ਸਭ ਤੋਂ ਵੱਡਾ ਅੜਿੱਕਾ ਮਹਿਸੂਸ ਕੀਤਾ ਜਾਂਦਾ ਜਦੋਂ ਸਾਡਾ ਭਾਰ ਬੇਰੋਕ ਵਧਣਾ ਸ਼ੁਰੂ ਹੋ ਜਾਂਦਾ। ਅਕਸਰ ਆਪਾਂ ਇਹ ਗੱਲਾਂ ਜ਼ਰੂਰ ਮਹਿਸੂਸ ਕਰਦੇ ਹਾਂ ਕਿ ਭਾਰ ਜਿਹੜਾ ਉਹ ਵੱਧਦਾ ਬਹੁਤ ਸੌਖਾ ਹੈ ਪਰ ਘਟਦਾ ਬਹੁਤ ਔਖਾ ਹੈ। ਕਈ ਵਾਰ ਇਹ ਗੱਲਾਂ ਵੀ ਕਹੀਆਂ ਜਾਂਦੀਆਂ ਕਿ ਅਸੀਂ ਬਹੁਤ ਵਾਰੀ ਕੋਸ਼ਿਸ਼ ਕਰਦੇ ਹਾਂ, ਬੜੀ ਜਿਹੜੇ ਪਾਪੜ ਬਹੁਤ ਸਾਰੇ ਵੇਲੇ ਆ ਪਰ ਭਾਰ ਨਹੀਂ ਸਾਡਾ ਘਟਦਾ, ਫਿਰ ਅਸੀਂ ਹੱਥ ਖੜ੍ਹੇ ਕਰ ਦਿੰਦੇ ਹਾਂ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇਸੇ ਕਰਕੇ ਇਹ ਗੱਲਬਾਤ ਮੈਂ ਇਕੱਲੀ ਨਹੀਂ ਕਰਨ ਲੱਗੀ, ਮੇਰੇ ਨਾਲ ਜਿਹੜੇ ਐਕਸਪਰਟ ਸ਼ਾਮਿਲ ਹੋਣਗੇ ਉਹਨਾਂ ਦੀ ਆਪਾਂ ਰਾਏ ਜ਼ਰੂਰ ਲਵਾਂਗੇ ਕਿ ਕਿਹੋ ਜਿਹਾ ਜਿਹੜਾ ਭਾਰ ਆ ਉਹ ਆਈਡੀਅਲ ਭਾਰ ਮੰਨਿਆ ਜਾਂਦਾ, ਸਹੀ ਭਾਰ ਹੈ, ਅਤੇ ਜੇ ਭਾਰ ਕੋਈ ਘਟਾਉਣ ਦੀ ਇੱਛਾ ਰੱਖਦਾ ਹੈ ਤਾਂ ਉਹ ਕਿੱਥੋਂ ਸ਼ੁਰੂਆਤ ਕੀਤੀ ਜਾਵੇ ਅਤੇ ਸਹੀ ਤਰੀਕਾ ਕੀ ਹੋ ਸਕਦਾ ਹੈ। ਮੇਰੇ ਨਾਲ ਸਟੂਡੀਓ ਦੇ ਵਿੱਚ ਇਸ ਵੇਲੇ ਸ਼ਾਮਿਲ ਹੋਣ ਜਾ ਰਹੇ ਨੇ ਡਾਕਟਰ ਸੰਦੀਪ ਜੱਸਲ, ਜਿਨ੍ਹਾਂ ਬਾਰੇ ਮੈਂ ਇਹ ਦੱਸਣਾ ਚਾਹੁੰਦੀ ਹਾਂ ਕਿ ਇੰਡੀਆ ਦੇ ਵਿੱਚ ਇਹਨਾਂ ਨੇ ਜਿਹੜੀ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਹੈ ਉਹ ਬੈਚਲਰਸ ਡਿਗਰੀ ਆਯੁਰਵੈਦਾ ਦੇ ਵਿੱਚ ਕੀਤੀ ਸੀ ਅਤੇ ਉਸ ਤੋਂ ਬਾਅਦ ਪੋਸਟ ਗ੍ਰੈਜੂਏਸ਼ਨ ਇਹਨਾਂ ਦੀ ਰਹੀ ਹੈ ਪ੍ਰੀਵੈਂਟਿਵ ਹੈਲਥ ਕੇਅਰ ਦੇ ਵਿੱਚ, ਅਤੇ ਹੁਣ ਅੱਜ ਕੱਲ੍ਹ ਇਹ ਵੇਟ ਲਾਸ ਕੋਚ ਦੇ ਤੌਰ ਦੇ ਉੱਤੇ ਪ੍ਰੈਕਟਿਸ ਕਰ ਰਹੇ ਨੇ ਅਤੇ ਨਾਲ US ਅਤੇ ਕੈਨੇਡਾ ਦੇ ਵਿੱਚ ਬੋਰਡ ਸਰਟੀਫਾਈਡ ਨੈਚੁਰਲ ਹੈਲਥ ਕੰਸਲਟੈਂਟ ਦੇ ਤੌਰ 'ਤੇ ਵੀ ਪ੍ਰੈਕਟਿਸ ਕਰ ਰਹੇ ਆ। ਬਹੁਤ ਸਵਾਗਤ ਕਰਦੇ ਹਾਂ ਆਪਣੀ ਸਟੂਡੀਓ ਦੇ ਵਿੱਚ ਸੰਦੀਪ ਜੱਸਲ ਜੀ, ਜੀ ਆਇਆਂ ਨੂੰ। ਸਤਿ ਸ਼੍ਰੀ ਅਕਾਲ ਨਵਜੋਤ ਜੀ, ਐਂਡ ਇਟ ਇਜ਼ ਵੈਰੀ ਨਾਈਸ ਟੂ ਬੀ ਹੇਅਰ ਵੰਸ ਅਗੇਨ। ਇੱਕ ਵਾਰੀ ਹੋਰ ਤੁਹਾਡੇ ਸਟੂਡੀਓ ਦੇ ਵਿੱਚ ਆ ਕੇ ਬੜਾ ਚੰਗਾ ਲੱਗ ਰਿਹਾ ਜੀ। ਔਰ ਜ਼ਰੂਰ ਅੱਜ ਦਾ ਟੌਪਿਕ ਤੁਸੀਂ ਬਹੁਤ ਹੀ ਅੱਛਾ ਚੁਣਿਆ, ਬਿਕੋਜ਼ ਸਾਰੀ ਜਿਹੜੀ ਪਾਪੂਲੇਸ਼ਨ ਹੈ ਸਾਡੀ, ਖਾਸ ਤੌਰ 'ਤੇ ਸਾਊਥ ਏਸ਼ੀਅਨ ਪਾਪੂਲੇਸ਼ਨ, ਉਹ ਅਫੈਕਟਡ ਆ ਇਸ ਇਸ਼ੂ ਦੇ ਨਾਲ, ਔਰ ਇਹਦੇ ਕਰਕੇ ਕਈ ਸਾਰੀਆਂ ਹੈਲਥ ਪ੍ਰੋਬਲਮਸ ਦਾ ਸਾਹਮਣਾ ਉਹਨਾਂ ਨੂੰ ਕਰਨਾ ਪੈਂਦਾ ਆ। ਸੋ ਇਹ ਸਾਰੀਆਂ ਚੀਜ਼ਾਂ ਨੂੰ ਧਿਆਨ 'ਚ ਰੱਖਦੇ ਹੋਇਆ ਇਟ ਇਜ਼ ਅ ਬਰਨਿੰਗ ਟੌਪਿਕ ਜਿਹੜਾ ਤੁਸੀਂ ਬਹੁਤ ਚੰਗਾ ਚੂਜ਼ ਕੀਤਾ ਵਾ। ਬਿਲਕੁਲ। ਹੁਣ ਪਤਾ ਕੀ ਗੱਲ ਆ, ਮੈਂ ਇਹ ਤਾਂ ਵੀ ਚੂਜ਼ ਕੀਤਾ ਇਸ ਵੇਲੇ ਕਿ ਅਸੀਂ ਸਾਲ ਦੇ ਸ਼ੁਰੂ ਦੇ ਵਿੱਚ ਤਾਂ ਆਪਣਾ ਗੋਲ ਰੱਖ ਲੈਂਦੇ ਹਾਂ। ਹੁਣ ਮਈ ਮਹੀਨਾ ਆਉਣ ਲੱਗਾ, ਤਕਰੀਬਨ ਸਾਡੇ ਜਿਹੜੇ 4-5 ਮਹੀਨੇ 5 ਮਹੀਨੇ ਲੰਘ ਜਾਣੇ ਆ, ਅਤੇ ਅਸੀਂ ਨੋਰਮਲੀ ਸਾਲ ਦੇ ਮਿਡ ਦੇ ਵਿੱਚ ਆ ਕੇ ਫਿਰ ਇੱਕ ਵਾਰੀ ਸੋਚਦੇ ਵਿਚਾਰਦੇ ਹੁੰਦੇ ਹਾਂ ਕਿ ਅਸੀਂ ਕਿੱਥੋਂ ਤੁਰੇ ਸੀ, ਕਿੱਥੇ ਤੱਕ ਪਹੁੰਚੇ। ਬੜੇ ਲੋਕਾਂ ਨੇ ਰਿਵਿਊ ਕਰਨਾ ਆਪਣਾ ਇਸ ਬਾਰੇ, ਅਤੇ ਜਿਨ੍ਹਾਂ ਨੇ ਖਾਸ ਕਰਕੇ ਭਾਰ ਘਟਾਉਣ ਦਾ ਆਪਣਾ ਗੋਲ ਰੱਖਿਆ ਹੋਇਆ ਉਹਨਾਂ ਦੇ ਲਈ ਕਾਫੀ ਮਦਦ ਹੋ ਜਾਏਗੀ। ਅਤੇ ਦੂਸਰੀ ਚੀਜ਼ ਜਿਹੜੀ ਹੈ, ਮੈਂ ਪਹਿਲਾਂ ਸ਼ੁਰੂਆਤ ਇੱਥੋਂ ਹੀ ਕਰਨਾ ਚਾਹੁੰਦੀ ਹਾਂ ਕਿ ਵੀ ਦੇਖੋ, ਆਈਡੀਅਲ ਵੇਟ ਤਾਂ ਸਾਨੂੰ ਪਤਾ ਹੀ ਨਹੀਂ ਲੱਗਦਾ। ਜੇ ਤੁਸੀਂ ਸਹੀ ਭਾਰ ਕਿਸੇ ਵਿਅਕਤੀ ਦਾ ਜਿਹੜਾ ਅਸੀਂ ਮਾਪਣਾ ਹੈ, ਉਹ ਕੀ ਮਾਪਦੰਡ ਹੁੰਦਾ? ਬੜੇ ਸਾਰੇ ਮਤਲਬ ਫਾਰਮੂਲਾਜ਼ ਨੇ ਜਿਨ੍ਹਾਂ ਦੇ ਬੇਸ 'ਤੇ ਅਸੀਂ ਕਰਦੇ ਹਾਂ, ਬਟ ਸਭ ਤੋਂ ਜ਼ਿਆਦਾ ਜਿਹੜਾ ਸਟੈਂਡਰਡ ਫਾਰਮੂਲਾ ਮੰਨਿਆ ਜਾਂਦਾ ਉਹਨੂੰ ਅਸੀਂ BMI ਕਹਿੰਦੇ ਹਾਂ, ਬੋਡੀ ਮਾਸ ਇੰਡੈਕਸ। ਬੋਡੀ ਮਾਸ ਇੰਡੈਕਸ ਦਾ ਮਤਲਬ ਹੈ ਕਿ ਜਿਹੜੀ ਸਾਡੀ ਜਿੰਨਾ ਵੇਟ ਇਨ ਕੇਜੀਜ਼ ਹੈ ਜੀ, ਉਹਨੂੰ ਅਗਰ ਅਸੀਂ ਡਿਵਾਈਡ ਕਰ ਦਈਏ ਆਪਣੀ ਹਾਈਟ ਇਨ ਮੀਟਰਸ ਦੇ ਵਿੱਚ। ਸਪੋਜ਼ ਕਿਸੇ ਦਾ ਹਾਈਟ ਹੈਗੀ ਹੈ 160 ਸੈਂਟੀਮੀਟਰਸ, ਤਾਂ 160 ਸੈਂਟੀਮੀਟਰਸ ਨੂੰ ਅਸੀਂ ਕਵਾਂਗੇ 1.6 ਮੀਟਰਸ। ਤਾਂ ਇਹਦਾ ਮਤਲਬ ਇਹ ਹੈ ਕਿ ਅਗਰ ਅਸੀਂ ਆਪਣੇ ਵੇਟ ਨੂੰ, ਸਪੋਜ਼ ਕਿਸੇ ਦਾ 72 ਹੈਗਾ ਵੇਟ, ਕਿਲੋ ਦੇ ਵਿੱਚ ਦੇਖ ਰਹੇ ਹਾਂ, ਹਾਂਜੀ 72 kgs, ਡਿਵਾਈਡਡ ਬਾਏ 1.6 ਉਹਦਾ ਸਕੁਆਇਰ, ਯਾਨੀ ਕਿ 1.6 ਇੰਟੂ 1.6। ਸੋ ਸਿੰਪਲ ਜੀ ਗੱਲ ਇਹ ਹੈ ਕਿ BMI ਦੇ ਅੱਜ ਕੱਲ੍ਹ ਚਾਰਟ ਹਰ ਜਗ੍ਹਾ ਮਿਲਦੇ ਨੇ। ਤੁਹਾਡੇ ਮੋਬਾਈਲਸ ਦੇ ਵਿੱਚ BMI ਦੀ ਉਹ ਐਪਸ ਹੈਗੀਆਂ ਨੇ ਜਿਹੜੀਆਂ ਕੈਲਕੂਲੇਟ ਕਰਦੀਆਂ। ਤੁਸੀਂ ਇੰਨਾ ਧਿਆਨ ਰੱਖਣਾ ਹੈ ਕਿ ਉਹ 25 ਤੋਂ ਥੱਲੇ ਹੋਵੇ। ਜੇ BMI ਦੀ ਵੈਲਿਊ 25 ਤੋਂ ਥੱਲੇ ਹੈ, ਤੁਸੀਂ ਨੋਰਮਲ ਵੇਟ ਹੋ। ਜੇ BMI ਦੀ ਵੈਲਿਊ 25 ਤੋਂ ਲੈ ਕੇ 29.9 ਦੇ ਵਿੱਚ ਪੈਂਦੀ ਆ ਤਾਂ ਤੁਸੀਂ ਓਵਰਵੇਟ ਹੋ, ਔਰ ਅਗਰ 29.9 ਤੋਂ ਉੱਪਰ, ਯਾਨੀ ਕਿ 30 ਤੋਂ ਉੱਪਰ ਹੁੰਦੀ ਹੈ, ਤਾਂ ਤੁਸੀਂ ਓਬੀਜ਼ ਹੋ। ਓਬੀਜ਼ ਦਾ ਮਤਲਬ ਹੈ ਕਿ ਓਨਾ ਓਵਰਵੇਟ ਹੋਣਾ ਜਿਹੜਾ ਕਿ ਸਾਡੀ ਸਿਹਤ ਦੇ ਲਈ ਹਾਨੀਕਾਰਕ ਹੋ ਸਕਦਾ ਹੈ, ਜਿਹੜਾ ਕਿ ਇੱਕ ਮੈਡੀਕਲ ਕੰਡੀਸ਼ਨ ਨਾ ਸਮਝ ਕੇ ਮੈਡੀਕਲ ਡਿਜ਼ੀਜ਼ ਲੇਬਲ ਕੀਤਾ ਗਿਆ ਹੈ ਹੁਣ WHO ਵੱਲੋਂ, ਵਰਲਡ ਹੈਲਥ ਆਰਗੇਨਾਈਜੇਸ਼ਨ ਵੱਲੋਂ। ਯਾਨੀ ਕਿ ਸਾਡੀ ਸਿਹਤ 'ਤੇ ਓਨੇ ਕੁ ਬੁਰੇ ਅਸਰ ਹੋਣੇ ਸ਼ੁਰੂ ਹੋ ਗਏ ਕਿ ਇਹਨੂੰ ਕੰਡੀਸ਼ਨ ਨਾ ਸਮਝੋ, ਇੱਕ ਅਵਸਥਾ ਨਾ ਸਮਝੋ, ਇਹਨੂੰ ਇੱਕ ਬਿਮਾਰੀ ਸਮਝੋ ਜਾਂ ਬਿਮਾਰੀਆਂ ਦੀ ਜੜ ਸਮਝੋ। ਸੋ ਗੱਲ ਇਹ ਹੈ ਕਿ BMI ਸਕੋਰ ਜਿਹੜਾ ਸਾਡਾ 25 ਤੋਂ ਘੱਟ ਰਹਿਣਾ ਚਾਹੀਦਾ, 25 ਜਾਂ 25 ਤੋਂ ਘੱਟ, ਫਿਰ ਸਭ ਠੀਕ ਠਾਕ ਹੈ। ਇਹਨੂੰ ਫਾਰਮੂਲਾ ਜਿਹੜਾ ਇਹਨੂੰ ਕੈਲਕੂਲੇਟ ਕਰਨ ਦਾ ਸਿੱਧੇ ਸ਼ਬਦਾਂ ਦੇ ਵਿੱਚ, ਜਿੰਨੇ ਕਿਲੋ ਸਾਡਾ ਭਾਰ ਹੈ
ਤੇ ਆਪਣੀ ਹਾਈਟ ਨੂੰ ਆਪਾਂ ਮੀਟਰ ਦੇ ਵਿੱਚ ਦੇਖ ਲਈਏ, ਉਹਦੇ ਨਾਲ ਆਪਾਂ ਡਿਵਾਈਡ ਕਰ ਲੈਣਾ। ਹਾਈਟ ਨੂੰ ਮੀਟਰ ਦੇ ਵਿੱਚ ਲੈ ਕੇ ਉਹਦਾ ਸਕੁਆਇਰ ਕਰਨਾ, ਉਹਨੂੰ 2 ਵਾਰੀ ਮਲਟੀਪਲਾਈ ਕਰਨਾ ਹੈ। 2 ਵਾਰੀ ਮਲਟੀਪਲਾਈ ਕਰਨਾ। ਜੀ ਜੀ ਜੀ। ਓਕੇ ਓਕੇ। ਅਦਰਵਾਈਜ਼ ਐਪਸ ਹੈਗੀਆਂ ਨੇ ਅਵੇਲੇਬਲ, ਜਾਂ ਫਿਰ ਇੱਕ ਥੰਬ ਰੂਲ ਜਿਹੜਾ ਕਿ ਮੈਂ ਲਗਾਉਂਦਾ ਵਾਂ, ਕਿਉਂਕਿ ਜਦੋਂ ਅਸੀਂ ਮਿਲਦੇ ਹਾਂ ਪ੍ਰੈਕਟਿਸ ਦੇ ਵਿੱਚ ਸਭ ਨੂੰ ਕੈਲਕੂਲੇਟ ਨਹੀਂ ਕੀਤਾ ਜਾਂਦਾ ਜੀ। ਸਿੰਪਲ ਜਿਹਾ ਥੰਬ ਰੂਲ ਹੈ ਕਿ ਜਿਹਦੀ ਹਾਈਟ 160 ਸੈਂਟੀਮੀਟਰਸ ਹੈ, ਉਹਨੂੰ 100 ਲੈਸ ਕਰ ਲਈਏ ਤਾਂ ਉਹਦਾ weight ਨੀਅਰਲੀ ਉਨਾ ਹੋਣਾ ਚਾਹੀਦਾ ਹੈ 60 kg ਦੇ ਵਿੱਚ ਅਗਰ ਦੇਖੀਏ ਤਾਂ, ਰਾਈਟ। ਠੀਕ ਹੈ। ਜਾਂ ਫਿਰ ਸਿੰਪਲ ਜੀ ਗੱਲ ਹੈ, ਇੱਕ ਹੋਰ ਚੀਜ਼ ਸਾਹਮਣੇ ਆਈ ਹੈ, ਤੁਹਾਡੀ ਹਾਈਟ ਤੋਂ ਹਾਫ ਤੁਹਾਡੀ ਐਬਡੋਮੀਨਲ ਸਰਕਮਫਰੈਂਸ ਯਾਨੀ ਕਿ ਪੇਟ ਦਾ ਦਾਇਰਾ ਹੋਣਾ ਚਾਹੀਦਾ, ਉਸ ਤੋਂ ਘੱਟ। ਸੋ ਜਿਹੜਾ ਪੇਟ ਦਾ ਦਾਇਰਾ ਧੁੰਨੀ ਤੋਂ ਨਾਪਣਾ, ਧੁੰਨੀ ਦੇ ਆਲੇ ਦੁਆਲੇ। ਜੀ 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 ਬਿਲਕੁਲ। ਵੇਸਟ, ਜਿਹਨੂੰ ਅਸੀਂ ਵੇਸਟ ਕਹਿੰਦੇ ਆ, ਉਹਦਾ ਦਾਇਰਾ ਨਾਪ ਲਓ। ਅਗਰ ਹੁਣੀ ਇੱਕ ਨਵੀਂ ਸਟੱਡੀ ਆਈ ਹੈ ਜਿਹਨੇ ਸਾਬਤ ਕੀਤਾ ਹੈ ਕਿ ਜਿਹੜੇ ਲੋਕਾਂ ਦੇ ਪੇਟ ਦਾ ਦਾਇਰਾ ਉਹਨਾਂ ਦੀ ਹਾਈਟ ਦੇ ਹਾਫ ਤੋਂ ਅੱਧ ਤੋਂ ਜ਼ਿਆਦਾ ਆ, ਉਹਨਾਂ ਨੂੰ ਸਾਰੇ ਮੈਟਾਬੋਲਿਕ ਡਿਜ਼ੀਜ਼ਸ ਜਿੱਦਾਂ ਕਿ ਡਾਇਬਟੀਜ਼ ਹੈ, ਜਿੱਦਾਂ ਕਿ ਹਾਰਟ ਡਿਜ਼ੀਜ਼ ਹੈ, ਹਾਰਟ ਅਟੈਕ ਹੈ, ਬਲੱਡ ਪ੍ਰੈਸ਼ਰ ਹੈ, ਫੈਟੀ ਲਿਵਰ ਡਿਜ਼ੀਜ਼ ਹੈ, ਕੈਂਸਰਸ ਨੇ, ਇਹਨਾਂ ਚੀਜ਼ਾਂ ਦਾ ਜ਼ਿਆਦਾ ਰਿਸਕ ਹੁੰਦਾ, ਖਤਰਾ ਹੁੰਦਾ ਅੱਗੇ ਚੱਲ ਕੇ, ਜੇ ਉਹ ਚੱਲਦਾ ਰਹੇ ਉੱਦਾਂ ਤਾਂ। ਓਕੇ। ਸੋ ਦੂਸਰਾ ਫਾਰਮੂਲਾ ਤੁਸੀਂ ਇਹ ਦੱਸਿਆ ਕਿ ਆਪਣੇ ਪੇਟ ਦਾ ਜਿਹੜਾ ਘੇਰਾ ਆ ਉਹਨੂੰ ਤੁਸੀਂ ਨਾਪ ਲੈਣਾ, ਹਾਈਟ ਆਪਣੀ ਨਾਪ ਲਈ ਹੈਗੀ ਆ, ਹਾਈਟ ਦਾ ਅੱਧ ਕੀਤਾ ਸੀ। ਹਾਂਜੀ। ਜੇ ਉਹ ਅੱਧ ਜਿਹੜਾ ਹੈ ਸਾਡੇ ਉਹ ਪੇਟ ਦੇ ਘੇਰੇ ਨਾਲੋਂ ਵਧਿਆ ਤਾਂ ਭਾਰ ਵਧਿਆ ਸਾਡਾ। 5'4" ਅਗਰ ਕਿਸੇ ਦੀ ਹਾਈਟ ਹੈ ਤਾਂ ਉਹ 64 ਇੰਚਜ਼ ਹੋ ਗਈ। ਹੁਣ 64 ਇੰਚਜ਼ ਹਾਈਟ ਵਾਲੇ ਬੰਦੇ ਨੂੰ 32 ਤੋਂ ਉੱਪਰ ਦੀ ਕਮਰ ਨਹੀਂ ਹੋਣੀ ਚਾਹੀਦੀ। ਠੀਕ ਹੈ। ਇਹ ਤਾਂ ਹੋ ਗਈ ਹੁਣ ਗੱਲ ਸਪਸ਼ਟ। ਸਾਡੇ ਸਾਰੇ ਸੁਣਨ ਵਾਲੇ ਆਪਣੇ ਹਿਸਾਬ ਨਾਲ ਆਪਣਾ ਹਿਸਾਬ ਕਿਤਾਬ ਦੇਖ ਲੈਣਗੇ ਵੀ ਅਸੀਂ ਕਿੱਥੇ ਖੜੇ ਹੈਗੇ ਹਾਂ। ਹੁਣ ਗੱਲ ਕਰੀਏ ਭਾਰ ਘਟਾਉਣ ਦੀ। ਹੁਣ ਜਦੋਂ ਕਿਸੇ ਨੇ ਅੱਜ ਸੋਚ ਲਿਆ ਕਿ ਮੈਂ ਭਾਰ ਘਟਾਉਣਾ, ਮੈਂ ਸਭ ਤੋਂ ਪਹਿਲਾਂ ਉਹਦਾ ਕਦਮ ਕੀ ਹੋਣਾ ਚਾਹੀਦਾ? ਸਭ ਤੋਂ ਪਹਿਲਾਂ ਉਹਦਾ ਕਦਮ ਹੋਣਾ ਚਾਹੀਦਾ ਹੈ ਪਛਾਣਨਾ ਕਿ ਕਿਸ ਕਾਰਨ ਵਧਿਆ। ਇਹ ਪਛਾਣ ਸਕਦੇ ਹਾਂ ਅਸੀਂ? ਪਛਾਣ ਸਕਦੇ ਹਾਂ। ਕਿਵੇਂ? ਕਿਉਂ ਨਹੀਂ ਪਛਾਣ ਸਕਦੇ? ਸਿੰਪਲ ਜੀ ਗੱਲ ਹੈ, ਇੱਕ ਬੈਂਕ ਦੇ ਵਿੱਚ ਜਾਂਦੇ ਆ ਔਰ ਰੋਜ਼-ਰੋਜ਼ $100 ਜਮ੍ਹਾਂ ਕਰਾਉਂਦੇ ਆ, ਔਰ ਉਨੀ ਸਪੀਡ ਨਾਲ ਕਢਾਉਂਦੇ ਨਹੀਂ, ਵਿਡਰਾਅ ਨਹੀਂ ਕਰਦੇ। ਠੀਕ ਹੈ। ATM ਤੇ ਨਹੀਂ ਜਾਂਦੇ, ਤੇ ਉਹ ਇੱਕ ਮਹੀਨੇ ਦੇ ਵਿੱਚ ਉਹ $100 ਮਲਟੀਪਲਾਈਡ ਬਾਈ 30 ਡੇਜ਼ ਬਣ ਜਾਣੇ $3000। ਖਰਚ ਕੀਤੇ ਨਹੀਂ ਤਾਂ 3 ਮਹੀਨਿਆਂ ਦੇ ਵਿੱਚ ਬਣ ਜਾਣੇ ਨੇ $9000। ਐਗਜ਼ੈਕਟਲੀ। 9000 ਕੈਲਰੀਜ਼ ਜਦੋਂ ਤੁਹਾਡੇ ਸਰੀਰ ਦੇ ਵਿੱਚ ਜਮ੍ਹਾਂ ਹੋ ਜਾਂਦੀਆਂ ਨੇ ਫਾਲਤੂ, ਜਿਨ੍ਹਾਂ ਨੂੰ ਅਸੀਂ ਕਢਾਇਆ ਨਹੀਂ, ਜਿਨ੍ਹਾਂ ਨੂੰ ਬਰਨ ਨਹੀਂ ਕੀਤਾ ਐਕਟੀਵਿਟੀ ਜ਼ਰੀਏ, ਤੇ ਉਹਨਾਂ ਨੇ 1 ਕਿਲੋ weight ਸਾਨੂੰ ਦੇ ਦੇਣਾ ਐਕਸਟਰਾ। ਸੋ 3 ਮਹੀਨਿਆਂ 'ਚ ਰੋਜ਼ ਦੀ 100 ਕੈਲਰੀਜ਼ ਫਾਲਤੂ ਕੰਜ਼ਿਊਮ ਕਰਨ ਦੇ ਨਾਲ ਅਸੀਂ 1 ਕਿਲੋਗ੍ਰਾਮ ਵਜ਼ਨ ਜਾਂ 2.2 ਦੇ ਆਸ-ਪਾਸ ਪਾਊਂਡਸ ਵਧਾ ਬੈਠਦੇ ਹਾਂ। ਸੋ ਇਹਦਾ ਮਤਲਬ ਇਹ ਹੈ ਕਿ ਕੈਲਰੀਜ਼ ਇਨ ਇਕੁਏਸ਼ਨ ਇਜ਼ ਮੋਰ ਦੈਨ ਕੈਲਰੀਜ਼ ਆਊਟ ਇਕੁਏਸ਼ਨ। ਠੀਕ ਹੈ। ਜਿਹੜੀ ਆਪਾਂ ਬਰਨ ਕਰਨੀ ਸੀ। ਹੁਣ ਕੁਝ ਕੰਡੀਸ਼ਨਸ ਨੇ ਜਿਨ੍ਹਾਂ ਦੇ ਵਿੱਚ ਅਸੀਂ ਖਾਂਦੇ, ਮੇਰੇ ਕੋਲ ਬਹੁਤ ਸਾਰੇ ਪੇਸ਼ੈਂਟਸ ਆਉਂਦੇ ਨੇ, ਅਸੀਂ ਗਲੋਬਲ ਪ੍ਰੈਕਟਿਸ ਕਰਦੇ ਹਾਂ ਥਰੂ ਆਰ ਵੈਬਸਾਈਟ। ਸੋ ਪੀਪਲ ਸੇ ਕਿ ਮੈਨੂੰ ਤਾਂ ਜੀ ਹਵਾ ਹੀ ਲੱਗੀ ਜਾਂਦੀ ਹੈ, ਮੈਨੂੰ ਤਾਂ ਪਾਣੀ ਲੱਗੀ ਜਾਂਦਾ, ਮੈਂ ਤਾਂ ਖਾਂਦੀ ਕੁਛ ਨਹੀਂ ਜੀ, ਮੈਂ ਕਦੀ ਮਿਠਾਈ ਨਹੀਂ ਖਾਂਦੀ, ਮੈਨੂੰ 6 ਮਹੀਨੇ ਹੋ ਗਏ ਮਿਠਾਈ ਛੱਡਿਆ, ਫਿਰ ਵੀ ਮੇਰਾ ਵਜ਼ਨ ਨਹੀਂ ਘਟਦਾ। ਫਿਰ ਉਹਦੇ ਵਿੱਚ ਸਾਨੂੰ ਕਾਰਨ ਪਛਾਣਨ ਦੀ ਜਦੋਂ ਗੱਲ ਆਉਂਦੀ ਹੈ ਤਾਂ ਅਸੀਂ ਇਹ ਪਛਾਣਦੇ ਹਾਂ ਵੀ ਕਿਹੜੀ ਚੀਜ਼ ਹੈ ਕਿਹੜੇ ਕਾਰਨ ਨੇ ਜਿਨ੍ਹਾਂ ਨੇ ਇਹਨਾਂ ਦੀ ਰਿਕੁਆਇਰਮੈਂਟ ਹੀ ਘੱਟ ਕਰਤੀ, ਜ਼ਰੂਰਤ ਹੀ ਘੱਟ ਕਰਤੀ। ਅੱਛਾ। ਇੱਕ ਤਾਂ ਅਸੀਂ ਸਪਲਾਈ ਜ਼ਿਆਦਾ ਕਰਤੀ ਐਨਰਜੀ ਦੀ ਬਾਈ ਦ ਵੇ ਆਫ ਮੋਰ ਫੂਡ ਦੈਨ ਰਿਕੁਆਇਰਡ ਜੀ। ਦੂਜਾ, ਜੇ ਅਸੀਂ ਰਿਕੁਆਇਰਮੈਂਟ ਹੀ ਘੱਟ ਕਰ ਬੈਠੇ ਹਾਂ ਬਿਕੋਜ਼ ਆਫ ਸਰਟਨ ਮੈਡੀਕਲ ਕੰਡੀਸ਼ਨਸ, ਜਾਂ ਸਾਡਾ ਲਾਈਫ ਸਟਾਈਲ, ਜੇ ਅਸੀਂ ਬੜਾ ਸੈਡੈਂਟਰੀ ਲਾਈਫ ਸਟਾਈਲ ਜੀ ਰਹੇ ਹਾਂ, ਅਸੀਂ ਹਿਲਦੇ ਬਿਲਕੁਲ ਨਹੀਂ ਹੈਗੇ, ਸਾਰਾ ਦਿਨ ਕਾਊਚ 'ਤੇ ਬੈਠੇ ਹਾਂ, ਜਾਂ ਫਿਰ ਆਫਿਸ ਦੇ ਵਿੱਚ ਆਪਣੀ ਚੇਅਰ 'ਤੇ ਬੈਠੇ ਹਾਂ, 8 ਆਵਰਸ ਦੀ ਸਾਡੀ ਸਿਟਿੰਗ ਜੋਬ ਆ, ਫਿਰ ਅਸੀਂ ਘਰ ਜਾ ਕੇ TV ਵਾਚ ਕਰਨਾ ਹੈ, ਘੰਟਾ 2 ਘੰਟੇ ਬਿੰਜ ਵਾਚਿੰਗ ਕਰਨੀ ਹੈ, ਕੋਈ ਮੂਵੀ ਦੇਖ ਲਈ, ਕੋਈ TV ਸੀਰੀਜ਼ ਦੇਖ ਲਈ, ਔਰ ਫਿਰ ਅਸੀਂ ਖਾਣਾ ਖਾਣ ਲੱਗੇ 3 ਵਾਰ ਖਾਣਾ ਖਾਣਾ ਹੈ, 10 to 15 ਮਿੰਟਸ ਬੈਠਣਾ ਹੈ, ਫਿਰ ਅਸੀਂ ਫੈਮਲੀ ਨਾਲ ਗੱਲਬਾਤ ਕਰਨੀ ਹੈ। ਸੋ ਆਲ ਦਿਸ ਐਕਟੀਵਿਟੀ ਇਜ਼ ਸੈਡੈਂਟਰੀ ਵੇਅਰ ਯੂ ਆਰ ਸਿਟਿੰਗ, ਨਾਟ ਮੂਵਿੰਗ, ਨਾਟ ਸਟੈਂਡਿੰਗ। ਸੋ ਸਭ ਤੋਂ ਪਹਿਲਾ ਸਟੈਪ ਜਿਹੜਾ ਵੀ ਬੰਦਾ ਭਾਰ ਘਟਾਉਣਾ ਚਾਹੁੰਦਾ ਉਹ ਦੇਖੇ ਵੀ ਇਹਦਾ ਕਾਰਨ ਕੀ ਹੈ। ਜੀ। ਮੈਂ ਅਵਾ ਤਵਾ ਵਾਧੂ ਲਗਾਤਾਰ ਖਾਂਦਾ ਰਹਿਣਾ,
ਮੇਰੀ ਐਕਟੀਵਿਟੀ ਘੱਟ ਹੈਗੀ ਆ ਜਾਂ ਕੋਈ ਹੋਰ ਵਜ੍ਹਾ ਵੀ ਹੋ ਸਕਦੀ, ਕੋਈ ਬਿਮਾਰੀ ਵੀ ਹੋ ਸਕਦੀ ਆ? ਮੈਡੀਕਲ ਕੰਡੀਸ਼ਨਸ ਬਹੁਤ ਸਾਰੀਆਂ ਨੇ ਜਿਨ੍ਹਾਂ ਦੇ ਵਿੱਚ ਸਭ ਤੋਂ ਵੱਡੀ ਔਰ ਕਾਮਨ ਖਾਸ ਤੌਰ ਤੇ ਫੀਮੇਲ ਪੋਪੂਲੇਸ਼ਨ ਦੇ ਵਿੱਚ ਹੈਗੀ ਹੈ ਥਾਇਰੋਇਡ। ਅੱਛਾ। ਹਾਈਪੋਥਾਇਰੋਇਡਿਜ਼ਮ। ਹਾਈਪੋਥਾਇਰੋਇਡਿਜ਼ਮ ਦੇ ਵਿੱਚ ਸਾਡਾ ਜਿਹੜਾ ਬਟਰਫਲਾਈ ਸ਼ੇਪਡ ਇੱਕ ਤਿਤਲੀ ਦੀ ਸ਼ਕਲ ਦਾ ਇੱਕ ਗਲੈਂਡ ਹੈ ਇੱਥੇ ਗਲੇ ਦੇ ਵਿੱਚ, ਸਾਹਮਣੇ ਗਲੇ ਦੇ ਵਿੱਚ ਪਿਆ ਵਾ, ਉਹ ਬਹੁਤ ਇੰਪੋਰਟੈਂਟ ਰੋਲ ਪਲੇ ਕਰਦਾ ਹੈ। ਉਹ ਸਾਡੀ ਬਾਡੀ ਦੇ ਐਨਰਜੀ ਨੂੰ ਬਰਨ ਕਰਨ ਦੀ ਸ਼ਕਤੀ ਔਰ ਸਪੀਡ ਨੂੰ ਉਹ ਡਿਸਾਈਡ ਕਰਦਾ। ਠੀਕ ਹੈ। ਜੇ ਉਹ ਘੱਟ ਕੰਮ ਕਰੇਗਾ ਤਾਂ ਸਾਡੀ ਐਨਰਜੀ ਦੀ ਰਿਕੁਆਇਰਮੈਂਟ ਯਾਨੀ ਕਿ ਜ਼ਰੂਰਤ ਘੱਟ ਜਾਏਗੀ। ਅਸੀਂ ਚਾਹੇ ਡਾਈਟ ਵੀ ਕਰ ਲਈਏ, ਪੈਸੇ ਖਰਚ ਕਰ ਲਈਏ, ਬੜੇ ਮਹਿੰਗੇ ਡਾਈਟ ਫੂਡਸ ਲੈ ਲਈਏ ਸ਼ੈਲਫ ਤੋਂ ਚੱਕ ਕੇ, ਪਰ ਜੇਕਰ ਸਾਡੀ ਰਿਕੁਆਇਰਮੈਂਟ ਜਾਂ ਜ਼ਰੂਰਤ ਹੀ ਘੱਟ ਹੈ ਤਾਂ ਵੀ ਐਨਰਜੀ ਸਰਪਲਸ ਬਣਿਆ ਰਹੇਗਾ, ਕਿਉਂਕਿ ਸਾਡੀ ਡਾਈਟ ਘਟਾਈ ਹੋਈ ਵੀ ਓਨੀ ਨਹੀਂ ਘਟੀ ਕਿ ਸਾਡੀ ਜ਼ਰੂਰਤ ਤੋਂ ਘੱਟ ਜਾਵੇ, ਯੂਜ਼ ਨਹੀਂ ਹੋ ਰਹੀ ਉਹ ਨਹੀਂ ਜੀ। ਸਾਡੀ ਜ਼ਰੂਰਤ ਜਿੰਨੀ ਹੈ ਰੋਜ਼ ਦੀ ਜੀਵਨ ਜੀਣ ਦੇ ਲਈ, ਜਿਹਨੂੰ ਅਸੀਂ ਕਹਿੰਦੇ ਆ ਬੇਜ਼ਲ ਮੈਟਾਬੋਲਿਕ ਰੇਟ। ਅੱਛਾ। ਯਾਨੀ ਕਿ ਹਰ ਇਨਸਾਨ ਨੂੰ ਜ਼ਿੰਦਾ ਰਹਿਣ ਲਈ ਇੱਕ ਐਕਸ ਅਮਾਊਂਟ ਆਫ ਐਨਰਜੀ ਚਾਹੀਦਾ ਆ, ਉਹ ਹਰ ਇਨਸਾਨ ਦਾ ਅਲੱਗ-ਅਲੱਗ ਹੈ। ਦੋ ਟਵਿਨਸ ਵੀ ਅਗਰ ਇਕੱਠੇ ਪੈਦਾ ਹੋਏ ਨੇ ਜੀ, ਜਿਨ੍ਹਾਂ ਦੀ ਸ਼ਕਲਾਂ ਮਿਲਦੀਆਂ ਨੇ ਬਿਲਕੁਲ, ਕੋਈ ਦੂਰੋਂ ਪਛਾਣ ਕੇ ਕਹਿ ਦਿੰਦਾ ਹੈ ਕਿ ਤੁਸੀਂ ਦੋਨੋਂ ਜੁੜਵਾ ਭਰਾ ਹੋ ਕਿ ਜੁੜਵਾ ਭੈਣਾਂ ਹੋ, ਉਹਨਾਂ ਦਾ ਵੀ ਮੈਟਾਬੋਲਿਕ ਰੇਟ ਅੱਛਾ ਡਿਫਰੈਂਟ ਹੋਏਗਾ। ਯਾਨੀ ਕਿ ਉਹਨਾਂ ਦੀ ਸਰੀਰ ਦੀ ਐਨਰਜੀ ਡਿਫਰੈਂਟ ਹੋਏਗੀ, ਬਿਕੋਜ਼ ਉਹਨਾਂ ਦਾ ਲਾਈਫ ਸਟਾਈਲ ਜਦੋਂ ਉਹ ਅਲੱਗ ਹੋਏ ਇੱਕ ਦੂਜੇ ਤੋਂ, ਜੀ ਪੈਦਾ ਜੁੜਵਾ ਹੋਏ ਸੀ, ਇੱਕ ਦਾ ਐਕਟੀਵਿਟੀ ਲੈਵਲ ਜ਼ਿਆਦਾ ਹੈ, ਉਹਦੇ ਮਸਲ ਜ਼ਿਆਦਾ ਡਿਵੈਲਪ ਹੋ ਗਏ, ਇੱਕ ਦਾ ਐਕਟੀਵਿਟੀ ਲੈਵਲ ਪੂਅਰ ਹੈ ਤਾਂ ਉਹਦੇ ਮਸਲਸ ਨਹੀਂ ਉਹਨੇ ਡਿਵੈਲਪ ਹੋਏ, ਇੱਕ ਦੀ ਈਟਿੰਗ ਹੈਬਿਟਸ ਡਿਫਰੈਂਟ ਨੇ, ਇੱਕ ਮਿੱਠਾ ਖਾਣਾ ਪਸੰਦ ਕਰਦਾ ਹੈ, ਉਹਨੂੰ ਹਲਕੇ ਇਨਸੂਲਿਨ ਜ਼ਿਆਦਾ ਬਣਦੀ ਹੈ ਉਹਦੇ ਸਰੀਰ 'ਚ, ਜਿਹਦੇ ਉੱਤੇ ਅਸੀਂ ਗੱਲ ਕਰਾਂਗੇ, ਔਰ ਉਹਦੇ ਕਰਕੇ ਉਹਦੀ ਫੈਟ ਸਟੋਰੇਜ ਕੈਪੇਬਿਲਿਟੀ ਜ਼ਿਆਦਾ ਹੈ, ਟੈਂਡੈਂਸੀ ਜ਼ਿਆਦਾ ਹੈ ਜੀ, ਉਹਨੂੰ ਹਵਾ ਵੀ ਲੱਗੇਗੀ, ਪਾਣੀ ਵੀ ਲੱਗੇਗਾ, ਉਹਦਾ ਵਜ਼ਨ ਉਹਦੇ ਨਾਲ ਵੀ ਵਧੇਗਾ। ਪਰ ਜਿਹੜਾ ਮੋਰ ਐਥਲੈਟਿਕ ਹੈ, ਜਿਹੜਾ ਹੈਲਦੀ ਈਟਰ ਰਿਹਾ, ਜਿਹਨੇ ਸੋਚ ਕੇ ਖਾਣਾ ਹੈ ਕਿ ਮੈਂ ਚੀਨੀ ਖਾਣੀ ਹੈ ਜਾਂ ਚੀਨੀ ਦੀ ਬਣੀਆਂ ਹੋਈਆਂ ਚੀਜ਼ਾਂ ਖਾਣੀਆਂ ਕਿ ਨਹੀਂ ਖਾਣੀਆਂ ਜੀ, ਉਹਦੀ ਵੇਟ ਗੇਨ ਟੈਂਡੈਂਸੀ ਘੱਟ ਹੋਏਗੀ, ਵੇਟ ਮੇਨਟੇਨੈਂਸ ਤੰਦਰੁਸਤ ਰਹਿਣ ਦੀ ਟੈਂਡੈਂਸੀ ਜ਼ਿਆਦਾ ਹੋਏਗੀ, ਮੈਟਾਬੋਲਿਕਲੀ ਹੈਲਦੀ ਹੋਏਗਾ, ਉਹਦਾ ਮੈਟਾਬੋਲਿਜ਼ਮ ਵੀ ਫਾਸਟ ਹੋਏਗਾ। ਸੋ ਇਹ ਚੀਜ਼ਾਂ ਬਹੁਤ ਸਾਰੀਆਂ ਨੇ ਜਿਹੜੀਆਂ ਮਲਟੀਪਲ ਫੈਕਟਰਸ ਰਿਸਪੌਂਸਿਬਲ ਨੇ ਸਾਡੇ ਵਜ਼ਨ ਨੂੰ ਡਿਸਾਈਡ ਕਰਨ ਦੇ ਵਿੱਚ, ਚਾਹੇ ਅਸੀਂ ਇੱਕੋ ਹਾਂਡ ਦੇ ਹੋਈਏ ਦੂਜੇ ਭਰਾ ਦੇ ਨਾਲ, ਦੂਜੀ ਭੈਣ ਦੇ ਨਾਲ। ਕਈ ਵਾਰ ਇਹੀ ਦੇਖਦੇ ਹਾਂ ਕਿ ਸਾਡਾ ਏਜ ਗਰੁੱਪ ਵੀ ਸੇਮ ਹੈ, ਅਸੀਂ ਸੇਮ ਤਰੀਕੇ ਦੇ ਨਾਲ ਵੱਧ ਫੁੱਲ ਰਹੇ ਹੁੰਦੇ ਹਾਂ ਉਸੇ ਪਰਿਵਾਰ ਦੇ ਵਿੱਚ, ਸਾਡਾ ਖਾਣ ਪੀਣ ਦਾ ਜਿਹੜਾ ਸਿਸਟਮ ਹੀ ਆ, ਪਰ ਸਟਿਲ ਜਿਹੜੀ ਇੱਕ ਬਾਡੀ ਹੈ ਉਹ ਡਿਫਰੈਂਟ ਵੇ ਦੇ ਨਾਲ ਰਿਸਪੌਂਡ ਵੀ ਕਰ ਸਕਦੀ ਹੈ। ਹੁਣ ਜਿਸ ਚੀਜ਼ ਦਾ ਇੰਤਜ਼ਾਰ ਸਾਡੇ ਸੁਣਨ ਵਾਲਿਆਂ ਨੂੰ ਹੈ ਕਿ ਮੰਨ ਲਓ ਉਹਨਾਂ ਨੇ ਰੈਕਗਨਾਈਜ਼ ਕਰ ਲਿਆ ਕਿ ਵੀ ਸਾਡਾ ਇਹ ਹੈਗਾ ਭਾਰ ਵਧਿਆ ਹੋਇਆ, ਪਹਿਲੀ ਗੱਲ ਇਹ ਵੀ ਪਛਾਣੀ ਗਈ, ਦੂਜੇ ਉਹਨਾਂ ਨੂੰ ਇਹ ਵੀ ਲੱਗਾ ਵੀ ਹਾਂ ਖਾਣ ਪੀਣ ਦੇ ਵਿੱਚ ਵੀ ਕਾਫੀ ਗੜਬੜ ਹੈਗੀ ਆ, ਐਕਟੀਵਿਟੀ ਵੀ ਸਾਡੀ ਘੱਟ ਹੈਗੀ ਆ, ਹੁਣ ਅਗਲਾ ਸਟੈਪ ਕੀ ਲਿਆ ਜਾਵੇ? ਇਹ ਅਗਰ ਐਨਾਲਿਸਿਸ ਹੋ ਗਿਆ ਕਿ ਖਾਣ ਪੀਣ 'ਚ ਗੜਬੜ ਹੈ, ਕਿ ਐਕਸਰਸਾਈਜ਼ ਘੱਟ ਜਾਂ ਫਿਜ਼ੀਕਲ ਐਕਟੀਵਿਟੀ ਘੱਟ ਹੈ, ਐਕਟਿਵ ਲਾਈਫ ਸਟਾਈਲ ਘੱਟ ਹੈ, ਔਰ ਅੰਡਰਲਾਈਂਗ ਕੌਜ਼ ਯਾਨੀ ਕਿ ਪ੍ਰੋਬਲਮ ਕੀ ਹੈ, ਥਾਇਰੋਇਡ ਹੈ ਜਾਂ ਕੁਝ ਹੋਰ ਹੈ, ਜਦੋਂ ਇਹ ਸਭ ਕੁਝ ਆਈਡੈਂਟੀਫਾਈ ਹੋ ਗਿਆ ਤਾਂ ਇੱਕ ਅਪਰੋਚ ਤਿਆਰ ਕਰਨੀ ਚਾਹੀਦੀ ਤੁਹਾਨੂੰ, ਤੁਹਾਡਾ ਪਲਾਨ, ਐਕਸ਼ਨ ਪਲਾਨ, ਕਿ ਮੈਂ ਕਿੱਥੋਂ ਕੀ ਕਰ ਸਕਦਾ ਹਾਂ। ਇਹ ਵੀ ਇੱਕ ਬੜਾ ਇਰਰੈਸ਼ਨਲ ਥਾਟ ਪ੍ਰੋਸੈਸ ਹੈ, ਸੋਚ ਹੈ ਕਿ ਅਸੀਂ ਸੋਚਦੇ ਹਾਂ ਕਿ ਅੱਜ ਅਸੀਂ ਜਿਮ ਜੁਆਇਨ ਕਰ ਲਿਆ ਅਤੇ ਅਸੀਂ 2 ਘੰਟੇ ਜਿਮ ਦੇ ਵਿੱਚ ਲਾਣੇ ਆ, ਉਹ 2 ਘੰਟੇ ਅਸੀਂ ਲਾ ਕੇ ਵੀ ਆਉਂਦੇ ਹਾਂ, ਪਰ ਸਾਨੂੰ ਇਹ ਨਹੀਂ ਪਤਾ ਹੁੰਦਾ ਕਿ ਜਿਹੜੀ ਐਕਸਰਸਾਈਜ਼ ਅਸੀਂ ਇੰਨੀ ਹਾਈ ਇੰਟੈਂਸਿਟੀ ਐਕਸਰਸਾਈਜ਼ ਸ਼ੁਰੂ ਕਰਦੇ ਹਾਂ ਉਹ ਉਨੀ ਸਸਟੇਨੇਬਲ ਹੈ ਕਿ ਨਹੀਂ ਹੈ, ਉਹਨੂੰ ਅਸੀਂ ਕਿੰਨੀ ਦੇਰ ਤੱਕ ਲਾਗੂ ਕਰ ਸਕਦੇ ਹਾਂ ਆਪਣੀ ਲਾਈਫ 'ਚ, ਕਿਉਂਕਿ ਵਜ਼ਨ ਇੱਕ ਦਿਨ ਮਾੜਾ ਖਾਣ ਦੇ ਨਾਲ, ਇੱਕ ਦਿਨ ਜਿਮ ਜਾਣ ਦੇ ਨਾਲ, ਜਾਂ ਇੱਕ ਹਫ਼ਤਾ ਮਾੜਾ ਖਾਣ ਦੇ ਨਾਲ, ਜਾਂ ਇੱਕ ਹਫ਼ਤਾ ਜਿਮ ਜਾਣ ਦੇ ਨਾਲ ਇਨ ਦ ਲੌਂਗ ਰਨ ਬਹੁਤ ਜ਼ਿਆਦਾ ਮੈਟਰ ਨਹੀਂ ਉਹ ਕਰਨਾ, ਜਿਹੜਾ ਕਿ ਰੋਜ਼ ਤੁਸੀਂ ਕੀ ਕਰ ਰਹੇ ਹੋ। ਜਿਹੜੀ ਹੁਣ ਹਫ਼ਤੇ ਦੀ ਤੁਸੀਂ ਗੱਲ ਕੀਤੀ ਹੈ ਨਾ, ਇੱਕ ਹਫ਼ਤਾ ਅਸੀਂ ਜਿਮ ਚਲੇ ਗਏ ਜਾਂ ਇੱਕ ਹਫ਼ਤਾ ਯੋਗਾ ਕਰ ਲਿਆ, ਇੱਕ ਹਫ਼ਤਾ ਭੱਜਣਾ ਸ਼ੁਰੂ ਕਰ ਦਿੱਤਾ, ਜਦੋਂ ਸਾਡੇ ਦਿਮਾਗ ਦੇ ਉੱਤੇ ਇਹ ਚੀਜ਼ ਭਾਰੂ ਹੋ ਜਾਂਦੀ ਹੈ। ਬਹੁਤ ਸਾਰੇ ਲੋਕ ਨੇ ਜਿਹੜੇ ਇੰਟਰਨੈੱਟ ਤੋਂ ਆਪਣੀਆਂ ਇਸ ਤਰ੍ਹਾਂ ਦੀਆਂ ਡਾਈਟਸ ਕੱਢ ਕੇ ਉਹ 7 ਦਿਨਾਂ ਦੇ ਲਈ ਫੋਲੋ ਕਰਦੇ ਆ ਜਾਂ 10 ਦਿਨਾਂ ਦੇ ਲਈ ਫੋਲੋ ਕਰਦੇ ਆ। ਇਸ ਤਰ੍ਹਾਂ ਦੀਆਂ ਬਹੁਤ ਪ੍ਰਮੋਸ਼ਨਸ ਵੀ ਆਪਾਂ ਦੇਖਦੇ ਹਾਂ ਜੀ, 7 ਦਿਨ ਦੇ ਵਿੱਚ ਭਾਰ ਘਟਾਓ, 10 ਦਿਨ ਦੇ ਵਿੱਚ ਭਾਰ ਘਟਾਓ।
ਉਹ ਅਪਰੋਚ ਤੁਹਾਡੇ ਖਿਆਲ ਦੇ ਵਿੱਚ ਸਹੀ ਨਹੀਂ ਹੈ? ਬਿਲਕੁਲ ਵੀ ਸਹੀ ਨਹੀਂ ਹੈ। ਉਹ ਸਿਰਫ ਸ਼ਾਰਟ ਟਰਮ ਰਿਜ਼ਲਟਸ ਕੁਝ ਦੇਰ ਲਈ ਦੇਗੀ, ਪਰ ਉਹ ਵੀ ਫੈਡ ਡਾਈਟਸ ਕਹਿੰਦੇ ਹਾਂ ਅਸੀਂ ਉਹਨਾਂ ਨੂੰ, ਫੈਡ ਇੱਕ ਤਰ੍ਹਾਂ ਦਾ ਵਹਿਮ ਹੈ ਉਹ। ਅੱਛਾ। ਕਿ ਜਿਹੜਾ ਕਿ ਅਸੀਂ ਡਿਜ਼ਾਇਰਡ ਰਿਜ਼ਲਟਸ ਨੂੰ ਅਚੀਵ ਕਰਨ ਲਈ ਸ਼ਾਰਟਕਟ ਮਾਰਨਾ ਪਸੰਦ ਕਰਦੇ ਨਹੀਂ, ਕਈ ਲੋਕ ਸੋਚਦੇ ਆ ਕਿ ਬਾਡੀ ਨੂੰ ਇੱਕ ਵੱਡਾ ਝਟਕਾ ਦੇ ਦਿੰਦੇ ਆ ਤੇ ਉਸ ਤੋਂ ਬਾਅਦ ਫਿਰ ਆਪਾਂ ਹੈਲਥੀ ਲਾਈਫ ਸਟਾਈਲ ਜਿਹੜਾ ਉਹਨੂੰ ਅਪਣਾ ਲਾਂਗੇ, ਇੱਕ ਝਟਕਾ ਦੇ ਕੇ ਦੇਖ ਲੈਂਦੇ ਆ। ਦੇਖੋ 900 ਕੈਲਰੀਜ਼ ਅਗਰ ਅਸੀਂ ਘਾਟਾ ਦੇਵਾਂਗੇ ਆਪਣੀ ਬਾਡੀ ਨੂੰ ਤਾਂ 100 ਗ੍ਰਾਮਸ ਦੀ ਫੈਟ ਘਟੇਗਾ। ਜੇ 9000 ਦਾ ਘਾਟਾ ਦੇਵਾਂਗੇ 9000 ਕੈਲਰੀਜ਼ ਦਾ, ਰਾਈਟ। ਹੁਣ ਉਸੇ ਇਕੁਏਸ਼ਨ ਨੂੰ ਅਸੀਂ ਰਿਵਰਸ ਕਰ ਲੈਂਦੇ ਹਾਂ ਜੀ। ਜਿਹੜੀ ਬੈਂਕ ਵਿੱਚ ਜਮ੍ਹਾਂ ਕਰਾ ਰਹੇ ਸੀ ਪੈਸੇ, ਅਸੀਂ ਉਹਨੇ $100 ਰੋਜ਼ ਘਟਾਉਣੇ ਸ਼ੁਰੂ ਕਰ ਦਿੰਦੇ ਹਾਂ ਬੈਂਕ ਦੇ ਵਿੱਚੋਂ ਦੀ, ਤਾਂ ਪੂਰੇ 3 ਮਹੀਨਿਆਂ ਦੇ ਵਿੱਚ 90 ਦਿਨਾਂ ਦੇ ਵਿੱਚ 9000 ਰੁਪਏ ਹੀ ਕਢਾਵਾਂਗੇ, $9000 ਹੀ ਕਢਾਵਾਂਗੇ, ਵਿਚ ਮੀਨਸ 1 ਕਿਲੋਗ੍ਰਾਮ 1 ਕਿਲੋ ਵਜ਼ਨ ਜਾਂ 2.2 ਪਾਉਂਡਸ ਵਜ਼ਨ ਘਟੇਗਾ। ਠੀਕ ਹੈ, ਰਾਈਟ। ਸੋ ਜਦੋਂ ਅਸੀਂ ਡਾਇਟ ਆਪਣੀ ਕੋਈ ਵੀ ਇੱਦਾਂ ਦੀ 7 ਦਿਨਾਂ ਦੀ, 10 ਦਿਨਾਂ ਦੀ ਜਾਂ ਛੋਟੀ ਫੈਟ ਡਾਈਟ ਜਿਹੜੀ ਫਾਸਟ ਰਿਜ਼ਲਟ ਦੇ ਸਕੇ, ਜਿਹੜੀ ਪ੍ਰੋਮਿਸ ਕਰਦੀ ਹੈ, ਜਦੋਂ ਅਸੀਂ ਉਹਨੂੰ ਫੋਲੋ ਕਰਦੇ ਹਾਂ ਜੀ, ਤੇ ਉਹ ਬਹੁਤ ਜ਼ਿਆਦਾ ਡਰਾਸਟਿਕ ਕਟਿੰਗ ਆਫ ਕੈਲਰੀਜ਼ ਹੁੰਦੀਆਂ ਨੇ। ਜਿੱਦਾਂ ਕਿ ਆਮ ਆਦਮੀ ਦੀ ਡਾਈਟ ਅਗਰ 2000 ਕੈਲਰੀਜ਼ ਦੀ ਰੋਜ਼ ਦੀ ਸੀਗੀ ਤਾਂ ਉਹ 700-800 ਤੇ ਲੈ ਆਏਗੀ, ਤਾਂ ਕਿ ਤੁਹਾਨੂੰ ਰੋਜ਼ ਦਾ 1200-1300 ਕੈਲਰੀਜ਼ ਦਾ ਘਾਟਾ ਮਿਲੇ ਜੀ, ਤਾਂ ਕਿ ਤੁਸੀਂ 9000 ਕੈਲਰੀਜ਼ ਦਾ ਘਾਟਾ 7 ਦਿਨਾਂ ਦੇ ਵਿੱਚ ਹੀ ਦੇ ਦਿਓ ਔਰ ਤੁਹਾਨੂੰ 1 ਕਿਲੋ ਦਾ ਵਜ਼ਨ ਆਪਣੇ ਸਕੇਲ ਦੇ ਉੱਤੇ ਨਜ਼ਰ ਆ ਜਾਊਗਾ ਤੇ ਤੁਸੀਂ ਖੁਸ਼ ਹੋ ਜਾਓਗੇ। ਪਰ ਉਹ ਕੈਲਰੀਜ਼ 2000 ਕੈਲਰੀਜ਼ ਆ ਕਿੱਥੋਂ ਰਹੀਆਂ ਸੀਗੀਆਂ? ਇਹ ਕਦੀ ਸੋਚਿਆ? ਸਾਡੀ ਡਾਈਟ ਦੇ ਵਿੱਚ ਮੈਕਰੋ ਨਿਊਟ੍ਰੀਐਂਟਸ ਹੁੰਦੇ ਨੇ। ਮੈਕਰੋ ਮੀਨਸ ਉਹ ਚੀਜ਼ਾਂ ਜਿਹੜੀਆਂ ਕਿ ਸਾਡੀਆਂ ਅੱਖਾਂ ਪਛਾਣ ਲੈਂਦੀਆਂ, ਦੇਖ ਲੈਂਦੀਆਂ। ਮੈਕਰੋ ਯਾਨੀ ਕਿ ਕਾਰਬੋਹਾਈਡਰੇਟਸ, ਯਾਨੀ ਕਿ ਪ੍ਰੋਟੀਨਸ, ਯਾਨੀ ਕਿ ਫੈਟਸ। ਅੱਛਾ। ਇਹ 3 ਮੇਜਰ ਮੈਕਰੋ ਨਿਊਟ੍ਰੀਐਂਟ ਸਾਡੀ ਡਾਈਟ ਦੇ ਵਿੱਚ ਸ਼ਾਮਲ ਨੇ। ਸੋ ਸਾਰੀ એનર્ਜੀ ਜਿਹੜੀ 2000 ਕੈਲਰੀਜ਼ ਆ ਰਹੀਆਂ ਸੀ ਉਹ ਇਹਨਾਂ 3 ਚੀਜ਼ਾਂ ਦੇ ਵਿੱਚੋਂ ਆ ਰਹੀਆਂ ਸੀ। ਜਦੋਂ ਅਸੀਂ 2000 ਕੈਲਰੀਜ਼ ਦੀ ਡਾਈਟ ਨੂੰ ਘਟਾ ਕੇ 1200 ਤੇ ਬਹੁਤ ਘੱਟ ਅਚਾਨਕ ਲਿਆਵਾਂਗੇ, 1200 ਘਟਾ ਕੇ 800, 900, 700, 600 ਕੈਲਰੀਜ਼ ਦੀ ਡਾਈਟ ਤੇ ਲਿਆਵਾਂਗੇ ਕਿਉਂਕਿ ਸਾਨੂੰ ਬਹੁਤ ਜਲਦੀ ਰਿਜ਼ਲਟਸ ਚਾਹੀਦੇ ਆ, ਤਾਂ ਸਾਰੇ ਫੂਡ ਗਰੁੱਪਸ ਤੋਂ ਸਾਨੂੰ ਫੂਡ ਨੂੰ ਕੱਟਣਾ ਪਊਗਾ। ਇਹ ਤਾਂ ਪੱਕੀ ਗੱਲ ਹੈ। ਉਹਦੇ ਵਿੱਚ ਸ਼ਾਮਲ ਕੀ ਹੈ? ਗੁੱਡ ਫੈਟ ਵੀ ਹੈ ਜੀ, ਜਿਹੜਾ ਕਿ ਵਿਟਾਮਿਨ A, D, E, K ਜਿਹੜੇ ਕਿ ਫੈਟ ਸੋਲਿਬਲ ਵਿਟਾਮਿਨਸ ਨੂੰ ਸਾਡੀ ਬਾਡੀ ਦੇ ਵਿੱਚ ਐਬਜ਼ੌਰਬ ਕਰਨ ਦੇ ਵਿੱਚ ਹੈਲਪ ਕਰਦਾ ਸੀ। ਤਾਂ ਤੁਸੀਂ ਘਿਓ ਕੱਟੋਗੇ, ਤੇਲ ਕੱਢੋਗੇ ਆਪਣੇ ਡਾਈਟ 'ਚੋਂ ਤਾਂ ਫੈਟ ਵੀ ਚਲਾ ਗਿਆ। ਤਾਂ ਵਿਟਾਮਿਨਸ A ਵਾਲੇ ਜਿਹੜੇ ਫੈਟ ਸੋਲਿਬਲ ਵਿਟਾਮਿਨਸ ਨੇ, ਇਹਨਾਂ ਦੀ ਐਬਜ਼ੌਰਪਸ਼ਨ ਸਾਡੀ ਬਾਡੀ 'ਚ ਘੱਟ ਜਾਏਗੀ। ਠੀਕ ਹੈ। ਨਾਲੋਂ ਨਾਲ ਤੁਸੀਂ ਪ੍ਰੋਟੀਨ ਵੀ ਕੱਟੋਗੇ ਕਿਉਂਕਿ 1200 ਕੈਲਰੀਜ਼ ਦਾ ਘਾਟਾ ਤਾਂ ਆਸਾਨ ਨਹੀਂ ਦੇਣਾ, 1300 ਕੈਲਰੀਜ਼ ਦਾ ਘਾਟਾ ਦੇਣਾ ਆਸਾਨ ਨਹੀਂ ਹੈ। ਸੋ ਪ੍ਰੋਟੀਨ ਘਟ ਗਿਆ ਤੇ ਮਸਲਸ ਨੂੰ ਖੁਰਾਕ ਨਹੀਂ ਮਿਲੇਗੀ। ਨਾਲੋਂ ਨਾਲ ਕਾਰਬੋਹਾਈਡਰੇਟਸ ਵੀ ਘਟਣਗੇ, ਤਾਂ ਇਮੀਡੀਏਟ ਸੋਰਸ ਆਫ એનર્ਜੀ ਜਿਹੜਾ ਹੈਗਾ ਸਾਡੀ ਬਾਡੀ ਦੇ ਵਿੱਚ ਉਹ ਕਾਰਬੋਹਾਈਡਰੇਟਸ ਆ। ਓਕੇ। ਸੋ ਤੁਸੀਂ ਗ੍ਰੋਗੀ ਫੀਲ ਕਰੋਗੇ, ਤੁਸੀਂ ਸੁਸਤ ਫੀਲ ਕਰੋਗੇ, ਤੁਹਾਨੂੰ ਲੱਗੇਗਾ ਕਿ ਅੱਜ ਤਾਂ ਜਾਨ ਹੀ ਨਹੀਂ ਹੈ, ਅੱਜ ਕੰਮ ਕਰਨ ਦਾ ਮਨ ਨਹੀਂ ਕਰਦਾ ਹੁੰਦਾ। ਇਸ ਤਰ੍ਹਾਂ ਸਿਰ ਦਰਦ ਹੋਣਾ ਸ਼ੁਰੂ ਹੋ ਜਾਂਦਾ। ਸਿਰ ਦਰਦ ਹੋਣਾ ਸ਼ੁਰੂ। ਮੈਂ ਕਈ ਵਾਰੀ ਮੈਨੂੰ ਯਾਦ ਆਇਆ ਕਿ ਕੋਈ ਸਮਾਂ ਹੁੰਦਾ ਸੀ ਕਿ ਜਦੋਂ ਇਸ ਤਰ੍ਹਾਂ ਦਾ ਜਨੂਨ ਹੁੰਦਾ ਸੀ ਕਿ ਚਲੋ ਜੀ 7 ਦਿਨਾਂ ਦੇ ਵਿੱਚ ਭਾਰ ਘਟਾ ਲਓ, ਤੇ ਉਹ ਬਾਡੀ ਕੁਝ ਖਾਣ ਨੂੰ ਮੰਗਦੀ ਹੁੰਦੀ ਸੀ, ਸਿਰ ਦਰਦ ਸ਼ੁਰੂ ਹੋ ਜਾਣਾ, ਡੀਹਾਈਡਰੇਟਡ ਤੁਸੀਂ ਮਹਿਸੂਸ ਕਰਨਾ। ਪਰ ਕਿਉਂਕਿ ਉਹ ਫਿਰ ਆਪਣੇ ਆਪ ਦੇ ਨਾਲ ਇੱਕ ਕਮਿਟਮੈਂਟ ਹੁੰਦੀ ਸੀ ਕਿ ਕਿਸੇ ਤਰ੍ਹਾਂ ਅੱਜ ਦਾ ਦਿਨ ਵੀ ਲੰਘ ਜਾਵੇ, ਕਿਸੇ ਤਰ੍ਹਾਂ ਕੱਲ੍ਹ ਦਾ ਦਿਨ ਵੀ ਲੰਘ ਜਾਵੇ। ਫਿਰ ਆਪਾਂ ਕਾਊਂਟ ਕਰਦੇ ਹੁੰਦੇ ਸੀ ਕਿ 2 ਦਿਨ ਰਹਿ ਗਏ, ਲਾਸਟ ਡੇ ਰਹਿ ਗਿਆ, ਫਿਰ ਕਿਤੇ ਸੁੱਖ ਦਾ ਸਾਹ ਆਉਂਦਾ ਹੁੰਦਾ ਸੀ। ਤਾਂ ਤੁਹਾਡੇ ਖਿਆਲ ਮੁਤਾਬਕ ਇਸ ਤਰ੍ਹਾਂ ਭਾਰ ਘਟਾਉਣ ਵਾਲੀ ਜਿਹੜੀ ਅਪਰੋਚ ਹੈ ਉਹ ਬਿਲਕੁਲ ਗਲਤ ਹੈ, ਰਾਦਰ ਅਸੀਂ ਬਾਡੀ ਨੂੰ ਟੌਰਚਰ ਕਰ ਰਹੇ ਹਾਂ। ਦੇਖੋ ਜੀ, ਆਈ ਹੈਵ ਬੀਨ ਡੂਇੰਗ ਦਿਸ ਫॉर द ਪਾਸਟ 25 years now। I myself when I was 25 years old, ਮੈਂ ਉਦੋਂ ਆਪਣਾ 15 kgs ਦੇ ਆਸ-ਪਾਸ ਵਜ਼ਨ ਘਟਾਇਆ ਸੀ। I was 75 kgs at that time when I entered into my post graduation program। ਕਿਉਂਕਿ ਮੇਰਾ ਪ੍ਰੋਗਰਾਮ ਹੀ ਪੋਸਟ ਗ੍ਰੈਜੂਏਟ ਪ੍ਰੋਗਰਾਮ ਇਨ ਪ੍ਰੀਵੈਂਟਿਵ ਐਂਡ ਪ੍ਰੋਮੋਟਿਵ ਹੈਲਥ ਕੇਅਰ ਸੀ, ਜਿਹੜਾ ਕਿ ਹੈਲਥ ਨੂੰ ਪ੍ਰਮੋਟ ਕਰੇ ਔਰ ਬਿਮਾਰੀ ਨੂੰ ਪ੍ਰੀਵੈਂਟ ਕਰੇ। ਆਈ ਲੁਕਡ ਐਟ ਮਾਈ ਸੈਲਫ ਕਿ ਕਿੰਨਾ ਕੁ ਸੈਂਸ ਬਣਾਊਗੀ ਕਿ ਮੈਂ ਕਿਸੇ ਨੂੰ ਸਮਝਾ ਰਿਹਾ ਕਿ ਬਈ ਤੁਹਾਡਾ ਵਜ਼ਨ ਘਟਾਉਣਾ ਜ਼ਰੂਰੀ ਹੈ, ਤਾਂ ਹੀ ਤੁਹਾਡੇ ਗੋਡੇ ਦੁਖ ਰਹੇ ਆ। ਤੁਹਾਡਾ ਵਜ਼ਨ ਘਟਾਉਣਾ ਜ਼ਰੂਰੀ ਹੈ ਕਿਉਂਕਿ ਇਹਦਾ ਤਾਲੁਕ ਤੁਹਾਡੇ ਹਾਈ ਕੋਲੈਸਟਰੋਲ ਦੇ ਨਾਲ ਹੈ, ਜਾਂ ਤੁਹਾਡੀ ਡਾਇਬਟੀਜ਼ ਦੇ ਨਾਲ ਹੈ, ਜਾਂ ਤੁਹਾਡੇ ਬਲੱਡ ਪ੍ਰੈਸ਼ਰ ਨਾਲ ਹੈ ਜੀ। ਸੋ ਆਈ ਵਰਕਡ ਅਪੋਨ ਮਾਈ ਸੈਲਫ ਔਰ ਮੈਂ ਆਪਣਾ 15 kgs ਘਟਾ ਕੇ ਉਸ ਟਾਈਮ
60 kg ਆਪਣਾ weight ਕੀਤਾ ਅੱਛਾ ਇੰਡੀਆ 'ਚ ਸੀ ਮੈਂ ਉਦੋਂ ਔਰ ਉਸ ਤੋਂ ਬਾਅਦ ਮੈਂ ਹੁਣ 26 years 27 years down the line I have been able to maintain that weight. So what I say is ਕਿ ਮੈਂ ਹੁਣ ਬਹੁਤ ਜ਼ਿਆਦਾ ਕੋਈ ਪਰਹੇਜ਼ ਨਹੀਂ ਕਰਦਾ ਉਦੋਂ ਮੈਂ ਪਰਹੇਜ਼ ਕੀਤੇ ਜੀ ਸੋ ਇਟ ਇਜ਼ ਨਾਟ ਅ ਟਾਈਮ ਬਾਉਂਡ ਡਾਇਟ ਇਟਸ ਮੇਨਟੇਨੈਂਸ ਹੈ ਨਾ ਇਟ ਇਜ਼ ਅ ਲਾਈਫ ਸਟਾਈਲ ਇਟ ਇਜ਼ ਅ ਨਿਊ ਲਾਈਫ ਸਟਾਈਲ ਯੂ ਹੈਵ ਟੂ ਜੀ ਲਰਨ ਜਿਹੜਾ ਤੁਹਾਨੂੰ ਸਿੱਖਣਾ ਵਾ ਸੋ ਇਸੇ ਲਈ ਅਸੀਂ ਟਾਈਮ ਬਾਉਂਡ ਡਾਇਟ ਪਲਾਨਸ ਦੇ ਵਿੱਚ ਜ਼ਿਆਦਾ ਬਿਲੀਵ ਨਹੀਂ ਕਰਦੇ ਅਸੀਂ ਜਦੋਂ ਕਿਸੇ ਨੂੰ ਕੋਚ ਕਰਦੇ ਹਾਂ ਤਾਂ ਉਹਦੇ ਮਾਈਂਡਸੈਟ ਨੂੰ ਅੰਡਰਸਟੈਂਡ ਕਰਕੇ ਉਹਦੇ ਮਾਈਂਡਸੈਟ ਨੂੰ ਚੇਂਜ ਕਰਕੇ ਉਹਦੇ ਲਾਈਫ ਸਟਾਈਲ ਨੂੰ ਮੋਡੀਫਾਈ ਕਰਨਾ ਹੈ ਨਾ ਕਿ ਉਹਨੂੰ ਕੁਝ ਦਿਨ ਦੇ ਲਈ ਇੱਕ ਜੇਲ੍ਹ ਕੱਟਣ ਦੇ ਰੂਪ ਦੇ ਵਿੱਚ ਇੱਕ ਡਾਇਟ ਪਲਾਨ ਦੇ ਦੇਣਾ। ਅਗਲੇ ਹਿੱਸੇ ਦੇ ਵਿੱਚ ਸਾਡੀ ਇਹ ਗੱਲਬਾਤ ਇਸੇ ਤਰ੍ਹਾਂ ਚੱਲਦੀ ਰਹੇਗੀ। ਖਬਰਾਂ ਦਾ ਸਮਾਂ ਹੈ। ਖਬਰਾਂ ਤੋਂ ਬਾਅਦ ਡਾਕਟਰ ਸੰਦੀਪ ਜੱਸਲ ਹੁਣਾਂ ਦੇ ਨਾਲ ਆਪਾਂ ਗੱਲ ਸ਼ੁਰੂ ਕਰਾਂਗੇ ਕਿ ਭਾਰ ਘਟਾਉਣ ਦੇ ਵਿੱਚ ਇੰਟਰਮਿਟੈਂਟ ਫਾਸਟਿੰਗ ਅੱਜ ਕੱਲ੍ਹ ਬਹੁਤ ਜ਼ਿਆਦਾ ਇਹਦਾ ਜ਼ਿਕਰ ਹੋ ਰਿਹਾ ਹੈ, ਪੋਪੂਲਰ ਹੋ ਰਹੀ ਹੈ। ਉਹ ਕੀ ਹੈ, ਉਹਨੂੰ ਕਿਵੇਂ ਅਪਣਾਇਆ ਜਾ ਸਕਦਾ ਹੈ। ਭਾਵੇਂ ਜਿਵੇਂ ਇਹਨਾਂ ਨੇ ਕਿਹਾ ਕਿ ਬਹੁਤ ਸਾਰੇ ਡਾਇਨਾਮਿਕਸ ਹੈਗੇ ਆ ਇਹਦੀ ਭਾਰ ਘਟਾਉਣ ਦੇ। ਹੋ ਸਕਦਾ ਕਿ ਆਉਂਦੇ ਦਿਨਾਂ ਦੇ ਵਿੱਚ ਆਪਾਂ ਉਹਨਾਂ ਸਾਰੇ ਡਾਇਨਾਮਿਕਸ ਬਾਰੇ ਇੱਕ ਇੱਕ ਕਰਕੇ ਗੱਲ ਕਰੀਏ। ਡਾਕਟਰ ਜੱਸਲ, ਮੈਂ ਸਭ ਤੋਂ ਪਹਿਲਾਂ ਇਹੀ ਚਾਹਾਂਗੀ ਕਿ ਅੱਜ ਕੱਲ੍ਹ ਇੰਟਰਮਿਟੈਂਟ ਫਾਸਟਿੰਗ ਜਿਹੜੀ ਹੈ, ਵੈਸੇ ਤਾਂ ਭਾਵੇਂ ਆਪਾਂ ਵਰਤ ਰੱਖਣ ਦੀ ਗੱਲ ਕਰਦੇ ਹਾਂ, ਸਾਡਾ ਇਹ ਭਾਰਤੀ ਕੌਨਸੈਪਟ ਹੈਗਾ ਆ, ਹੁਣ ਇਹ ਵੈਸਟ ਦੇ ਵਿੱਚ ਬਹੁਤ ਜ਼ਿਆਦਾ ਪੋਪੂਲਰ ਹੋ ਰਿਹਾ। ਹਰ ਦੂਸਰਾ ਤੀਸਰਾ ਜਿਹੜਾ ਪਰਸਨ ਹੈ ਇਹਦੀ ਗੱਲ ਕਰ ਰਿਹਾ ਜਾਂ ਇਹਦੀ ਪ੍ਰੈਕਟਿਸ ਕਰ ਰਿਹਾ ਹੈ। ਅਤੇ ਬਹੁਤ ਪੋਪੂਲਰ ਹੋਣ ਦੀ ਵਜ੍ਹਾ ਵੀ ਸ਼ਾਇਦ ਇਹੀ ਹੈ ਕਿ ਲੋਕ ਕਾਮਯਾਬ ਵੀ ਹੋ ਰਹੇ ਆ, ਭਾਰ ਘਟਾਉਣ ਦੇ ਵਿੱਚ ਬਿਹਤਰ ਮਹਿਸੂਸ ਕਰਦੇ ਆ, ਤੰਦਰੁਸਤ ਮਹਿਸੂਸ ਕਰਦੇ ਆ। ਤੁਸੀਂ ਕਿਉਂਕਿ ਖੁਦ ਇੱਕ ਵੇਟ ਲੋਸ ਕੋਚ ਵੀ ਹੈਗੇ ਹੋ ਅਤੇ ਉਸ ਤੋਂ ਇਲਾਵਾ ਜਿਹੜਾ ਤੁਹਾਡਾ ਤਜਰਬਾ ਹੈ ਉਹ ਪ੍ਰੀਵੈਂਟਿਵ ਅਤੇ ਪ੍ਰਮੋਟਿਵ ਹੈਲਥ ਕੇਅਰ ਦੇ ਵਿੱਚ ਹੈ। ਇੰਟਰਮਿਟੈਂਟ ਫਾਸਟਿੰਗ ਬਾਰੇ ਪਹਿਲਾਂ ਤਾਂ ਮੈਂ ਤੁਹਾਡੇ ਖਿਆਲ ਜਾਣਨਾ ਚਾਹੁੰਦੀ ਹਾਂ। ਫਾਸਟਿੰਗ ਜਿਹੜੀ ਹੈ, ਵਰਤ ਰੱਖਣਾ, ਖਾਣਾ ਛੱਡ ਦੇਣਾ, ਇਹ ਬੜੀ ਪੁਰਾਣੀ ਇੱਕ ਸਾਡੀ ਪ੍ਰਥਾ ਹੈ, ਜਿਹੜੀ ਪ੍ਰੈਕਟਿਸ ਹੈ, ਸਾਲਾਂ ਤੋਂ ਹੋ ਰਹੀ ਹੈ। ਆਯੁਰਵੇਦ ਜਿਹੜਾ ਕਿ ਬਹੁਤ ਹੀ ਮੈਂ ਸੋਚਾਂਗਾ, ਮੈਂ ਕਹਿੰਦਾ ਹਾਂ ਕਿ ਇਟਸ ਅ ਗ੍ਰੇਟ ਸਾਇੰਸ, ਇਟਸ ਅ ਗ੍ਰੇਟ ਸਾਇੰਸ। ਜਿਸ ਜ਼ਮਾਨੇ ਦੇ ਵਿੱਚ ਟੈਸਟ ਨਹੀਂ ਇਜਾਦ ਹੋਏ ਸੀ, ਉਦੋਂ ਵੀ ਬਾਡੀ ਦੇ ਬਾਰੇ ਇੰਨੀ ਅੰਡਰਸਟੈਂਡਿੰਗ ਸੀਗੀ। ਸੋ ਦੇਰ ਵਾਜ਼ ਅ ਲੋਟ ਆਫ ਵਿਜ਼ਡਮ ਜੀ, ਵਿਜ਼ਡਮ ਆਫ ਵੈਲਨੈਸ। ਮੈਂ ਉਹਨੂੰ ਵਾਓ ਕਹਿੰਦਾ ਕਿ ਕਮਾਲ ਹੈ ਕਿ ਇੰਨੇ ਸਾਲ ਪਹਿਲਾਂ ਇੰਨਾ ਕੁਝ ਪਤਾ ਸੀ ਜਦੋਂ ਟੈਸਟ ਵੀ ਨਹੀਂ ਕਰ ਸਕਦੇ ਸੀ। ਅੱਜ ਪਤਾ ਲੱਗਾ ਹੈ ਕਿ ਫਾਸਟਿੰਗ ਜਦੋਂ ਕਰਦੇ ਹਾਂ ਤਾਂ ਸਾਡੀ ਬਾਡੀ ਦੇ ਵਿੱਚ ਇਨਸੂਲਿਨ ਲੈਵਲ ਘੱਟ ਜਾਂਦਾ ਹੈ ਔਰ ਇਨਸੂਲਿਨ ਉਹ ਹਾਰਮੋਨ ਹੈ ਜਿਹੜਾ ਕਿ ਫੈਟ ਸਟੋਰੇਜ ਨੂੰ ਪ੍ਰਮੋਟ ਕਰਦਾ, ਯਾਨੀ ਕਿ ਸਾਨੂੰ ਮੋਟੇ ਬਣਾਉਂਦਾ ਹੈ। ਅੱਛਾ, ਰਾਈਟ। ਉਦੋਂ ਤਾਂ ਨਹੀਂ ਪਤਾ ਸੀ ਇਨਸੂਲਿਨ ਹੈ, ਬਟ ਸਟਿਲ ਫਾਸਟਿੰਗ ਵਾਜ਼ ਕੰਸੀਡਰਡ ਟੂ ਬੀ ਅ ਪ੍ਰੈਕਟਿਸ ਫॉर ਡੀਟੌਕਸੀਫਿਕੇਸ਼ਨ। ਅੱਛਾ, ਅਸੀਂ ਉਦੋਂ ਤੋਂ ਰੱਖਦੇ ਆ ਰਹੇ ਹਾਂ ਧਰਮ ਦੇ ਵਿੱਚ। ਅੱਜ ਕੱਲ੍ਹ ਰਮਦਾਨ ਚੱਲ ਰਿਹਾ ਹੈ, ਸਾਡੇ ਇਸਲਾਮਿਕ ਭਰਾ ਭੈਣ ਵੀ ਬਿਲਕੁਲ ਕਰ ਰਹੇ ਨੇ। ਸੋ ਫਾਸਟਿੰਗ ਇੱਕ ਬਹੁਤ ਅੱਛੀ ਚੀਜ਼ ਹੈ ਅਗਰ ਠੀਕ ਤਰੀਕੇ ਨਾਲ ਉਹਨੂੰ ਯੂਜ਼ ਕਰੀਏ ਔਰ ਫਾਸਟਿੰਗ ਔਰ ਫੀਸਟਿੰਗ ਦੇ ਬਾਰੇ ਫਰਕ ਕਰ ਲਈਏ। ਜਿੰਨੀ ਦੇਰ ਫਾਸਟ ਕਰਦੇ ਹਾਂ ਉਨੀ ਦੇਰ ਤਾਂ ਬੜੀ ਸ਼ਿੱਦਤ ਨਾਲ ਕਰਦੇ ਹਾਂ ਕਿ ਨਹੀਂ ਖਾਣਾ, ਪਰ ਜਦੋਂ ਵਰਤ ਖੁੱਲ੍ਹਦਾ ਹੈ ਉਦੋਂ ਫੀਸਟ ਕਰਨ ਲੱਗ ਪੈਂਦੇ ਹਾਂ। ਉਦੋਂ ਕਹਿੰਦੇ ਆ ਪਤਾ ਨਹੀਂ ਹੁਣ 14 ਘੰਟੇ ਬਾਅਦ ਮਿਲਣਾ ਹੈ ਖਾਣਾ ਜਾਂ 16 ਘੰਟੇ ਬਾਅਦ ਮਿਲਣਾ ਹੈ। ਆਪਣੇ ਆਪ ਨੂੰ ਹੀ ਤਰਸ ਦੇ ਪਾਤਰ ਬਣਾਇਆ ਹੁੰਦਾ ਸੀ। ਹਾਂਜੀ ਹਾਂਜੀ। ਅਤੇ ਫਿਰ ਉਹ ਪੰਜਾਬੀ ਦੇ ਵਿੱਚ ਜਦੋਂ ਮੈਂ ਆਪਣੇ ਪੰਜਾਬੀ ਪੇਸ਼ੈਂਟਸ ਨਾਲ ਗੱਲ ਕਰਦਾ ਵੀ ਫਿਰ ਉਹ ਗਾਣਾ ਨਾ ਚਲਾਇਆ ਕਰੋ ਪਿੱਛੇ ਦੇ ਗੇੜਾ ਜਦੋਂ ਖਾਣਾ ਸਾਹਮਣੇ ਆਇਆ। ਸੋ ਗੇੜਾ ਨਹੀਂ ਦੇਣਾ, ਉਹ ਫਿਰ ਖਾਓ ਪੀਓ ਐਸ਼ ਕਰੋ ਮਿੱਤਰੋ, ਉਹ ਵੀ ਬਹੁਤ ਚੱਲਦਾ ਗਾ। ਹਾਂਜੀ ਹਾਂਜੀ, ਉਹ ਨਹੀਂ ਚਲਾਉਣਾ ਕਿਉਂਕਿ ਓਵਰਆਲ ਕੈਲੋਰਿਕ ਡੈਫੀਸਿਟ ਬੜਾ ਇੰਪੋਰਟੈਂਟ ਹੈ ਕਿ ਕੈਲੋਰੀਜ਼ ਦਾ ਘਾਟਾ ਜਦ ਤੱਕ ਇਹ ਮੈਥਮੈਟੀਕਲ ਇਕੁਏਸ਼ਨ ਨਹੀਂ ਸਮਝਾਂਗੇ, ਇਹ ਇਕੁਏਸ਼ਨ ਨੂੰ ਨਹੀਂ ਅਪਣਾਵਾਂਗੇ ਔਰ ਸਸਟੇਨ ਕਰਾਂਗੇ ਦੇਰ ਤੱਕ, ਇੱਕ ਦਿਨ ਕਰਨ ਦੇ ਨਾਲ ਨਹੀਂ ਹੋਣਾ ਜੀ। ਸੋ ਇਸ ਇਕੁਏਸ਼ਨ ਨੂੰ ਮੇਨਟੇਨ ਕਰਨਾ ਪੈਣਾ ਔਰ ਉਹ ਮੇਨਟੇਨ ਕਰਨ ਦੇ ਵਿੱਚ ਸਾਨੂੰ ਇੰਪਲਸਿਵ ਨਹੀਂ ਹੋਣਾ, ਸਾਨੂੰ ਸੂਝ-ਬੂਝ ਲਾਉਣੀ ਹੈ। ਜਿਹੜੀ ਅਸੀਂ ਕੋਚਿੰਗ ਕਰਦੇ ਹਾਂ ਜਦੋਂ ਆਪਣੇ ਕਲਾਇੰਟਸ ਨੂੰ, ਤਾਂ ਉਦੋਂ ਅਸੀਂ ਇੱਕ ਐਪ, ਸਾਡੀ ਐਪ ਦੇ ਉੱਤੇ ਇੱਕ ਐਕਸੈਸ ਦਿੰਦੇ ਹਾਂ ਜਿਹਦੇ ਵਿੱਚ ਮੈਂ ਉਹਨਾਂ ਨੂੰ ਸਮਝਾਉਂਦਾ ਵਾਂ, ਕਹਿੰਦਾ ਵਾਂ ਕਿ ਹਰ ਰੋਜ਼ ਦਾ ਫੂਡ ਇਹਦੇ ਵਿੱਚ ਇਨਟੇਕ ਇਨਪੁਟ ਕਰੋ, ਪਾਓ। ਉਹਨੇ ਉਸੀ ਟਾਈਮ ਕਲੌਕ ਨੇ ਘੁੰਮ ਕੇ ਦੱਸ ਦੇਣਾ ਇੰਨੇ % ਕਾਰਬੋਹਾਈਡਰੇਟਸ, ਇੰਨੇ % ਪ੍ਰੋਟੀਨਸ, ਇੰਨੇ % ਫੈਟ ਤੁਸੀਂ ਖਾ ਲਿਆ, ਇੰਨਾ ਇਹ ਵਾਲਾ ਵਿਟਾਮਿਨ ਖਾ ਲਿਆ, ਇਹ ਵਾਲਾ ਮਿਨਰਲ ਖਾ ਲਿਆ। ਅੱਛਾ, ਤੁਸੀਂ ਚਨਾ ਭਟੂਰਾ ਉਹਦੇ ਵਿੱਚ ਪਾ ਦਿੱਤਾ, ਉਹਦੇ 'ਚ ਉਹਨੇ ਦੱਸ ਦੇਣਾ ਕਿ ਅੱਜ 600 ਕੈਲੋਰੀਜ਼ ਇਹ ਵਾਲੇ ਮੀਲਸ ਦੀਆਂ ਹੋ ਗਈਆਂ ਜਿਹਦੇ ਵਿੱਚ ਇੰਨਾ ਕਾਰਬ ਸੀਗਾ, ਇੰਨਾ ਫੈਟ ਸੀਗਾ, ਇੰਨਾ ਪ੍ਰੋਟੀਨ ਸੀ। ਓਕੇ। ਸੋ
ਅਸੀਂ ਚਾਹੁੰਦੇ ਹਾਂ ਕਿ ਸਾਡੇ ਜਿਹੜੇ ਵੀ ਸਾਡੇ ਲਿਸਨਰਸ ਵੀ ਨੇ ਉਹ ਥੋੜ੍ਹਾ ਜਿਹਾ ਸੋਚਣ ਕਿ ਜਾ ਕੀ ਰਿਹਾ ਅੰਦਰ। ਔਰ ਇੰਟਰਮੀਟੈਂਟ ਫਾਸਟਿੰਗ ਦੇ ਵਿੱਚ ਵੀ ਫੀਸਟਿੰਗ ਔਰ ਫਾਸਟਿੰਗ ਦਾ ਲੈਵਲ ਨੂੰ ਦੇ ਬੈਲੈਂਸ ਨੂੰ ਮੇਨਟੇਨ ਕਰਕੇ ਚੱਲਣਾ ਜ਼ਰੂਰੀ ਹੈ। ਜੇ ਅਸੀਂ ਫੀਸਟਿੰਗ ਦੇ ਟਾਈਮ 'ਤੇ ਜਦੋਂ ਈਟਿੰਗ ਵਿੰਡੋ ਜਿਹਨੂੰ ਕਹਿੰਦੇ ਆ, ਇਹ ਇੱਕ ਤਰੀਕਾ ਹੈ ਇੰਟਰਮੀਟੈਂਟ ਫਾਸਟਿੰਗ, ਟਾਈਮ ਰਿਸਟ੍ਰਿਕਟਡ ਈਟਿੰਗ, ਯਾਨੀ ਕਿ ਕੁਛ ਦੇਰ ਦੇ ਲਈ ਇੱਕ ਦਿਨ ਦੇ ਵਿੱਚ 24 ਘੰਟਿਆਂ 'ਚ ਨਹੀਂ ਖਾਣਾ। ਸੋ ਸਾਡੇ ਸੁਣਨ ਵਾਲਿਆਂ ਨੂੰ ਆਪਾਂ ਇਹ ਵੀ ਡਿਟੇਲ ਦੇ ਦਈਏ ਕਿ ਅਸਲ ਦੇ ਵਿੱਚ ਇਹ ਜਿਹੜੀ ਟਰਮ ਹੈ ਇੰਟਰਮੀਟੈਂਟ ਫਾਸਟਿੰਗ, ਇਹਦਾ ਮਤਲਬ ਕੀ ਹੈ? ਜੀ, ਇੰਟਰਮੀਟੈਂਟ ਮਤਲਬ ਕਿ ਰੁਕ ਜਾਣਾ, ਰੁਕ ਕੇ ਫਾਸਟ ਕਰਨਾ, ਰੁਕ ਜਾਣਾ। ਫਿਰ ਇੱਕ ਈਟਿੰਗ ਵਿੰਡੋ ਹੈ, ਇੱਕ ਨਾਨ ਈਟਿੰਗ ਯਾਨੀ ਕਿ ਫਾਸਟਿੰਗ ਵਿੰਡੋ ਹੈ। ਹੁਣ 24 ਘੰਟਿਆਂ ਨੂੰ ਇਸ ਤਰੀਕੇ ਨਾਲ ਡਿਵਾਈਡ ਕਰੀਏ ਕਿ ਈਟਿੰਗ ਵਿੰਡੋ ਕਿੰਨੀ ਹੈ ਔਰ ਫਾਸਟਿੰਗ ਵਿੰਡੋ ਕਿੰਨੀ ਹੈ। ਕਈ ਲੋਕ 12:12 ਰੱਖਦੇ ਆ ਕਿ 12 ਘੰਟੇ ਬਿਲਕੁਲ ਖਾਲੀ ਪੇਟ ਰਹਿ ਲਏ, 12 ਘੰਟੇ ਖਾਣਾ ਖਾਧਾ, ਵਿੱਚ 3 ਮੀਲਸ ਖਾ ਲਏ, 4 ਮੀਲਸ ਖਾ ਲਏ, ਇੱਕ ਸਨੈਕ ਖਾ ਲਿਆ, ਰਾਈਟ। ਕਈ ਲੋਕ 14:10 ਕਰਦੇ ਆ ਕਿ 14 ਆਵਰਸ ਆਈ ਵਿਲ ਫਾਸਟ। ਜਿਹੜੇ ਹੋਰ ਸਟ੍ਰਿਕਟ ਹੁੰਦੇ ਆ ਉਹ ਲੋਕ 16:8 ਕਰਦੇ ਆ, ਜਿਹੜੀ ਕਿ ਮੋਸਟ ਪੋਪੂਲਰ ਔਰ ਪ੍ਰੈਕਟੀਕਲ ਹੈਗੀ ਹੈ ਕਿ ਉਸ ਤੋਂ ਅੱਗੇ ਜ਼ਿਆਦਾ ਜ਼ਿਆਦਤੀ ਕਰਦੇ ਲੱਗਦੇ ਹਾਂ ਅਸੀਂ ਆਪਣੇ ਆਪ ਨਾਲ, ਜਿਹੜੀ ਤਰਸਣ ਵਾਲੀ ਤੁਸੀਂ ਗੱਲ ਕੀਤੀ ਹੈ। ਅੱਛਾ, ਹੁਣ ਇਹਦੇ ਜਿਹੜੇ ਅਗੇਂਸਟ ਵੀ ਹੈਗੇ ਕਈ ਲੋਕ, ਉਹ ਕਹਿੰਦੇ ਕਿ ਨਹੀਂ ਇਹ ਫਜ਼ੂਲ ਜਿਹਾ ਕੌਨਸੈਪਟ ਆ, ਜਿੰਨੀ ਦੇਰ ਅਸੀਂ ਸੁੱਤੇ ਹੁੰਦੇ ਹਾਂ ਅਸੀਂ ਫਾਸਟਿੰਗ ਹੀ ਕਰ ਰਹੇ ਹੁੰਦੇ ਹਾਂ। ਇਹਦੇ ਬਾਰੇ ਤੁਸੀਂ ਕੀ ਕਹੋਗੇ? ਬਿਲਕੁਲ ਸਹੀ ਗੱਲ ਹੈ, ਸੁੱਤੇ ਹੁੰਦੇ ਹਾਂ। ਮੈਂ ਤਾਂ ਕਹਿੰਦਾ ਆਸਾਨ ਕਿੰਨਾ, ਇਟ ਇਜ਼ ਆਲ ਅਬਾਊਟ ਯੋਰ ਮਾਈਂਡ ਸੈਟ। ਡਾਇਟ ਔਰ ਲਾਈਫ ਸਟਾਈਲ ਔਰ ਹੈਲਥ ਐਂਡ ਵੈਲਨੈਸ, ਇਟ ਇਜ਼ ਆਲ ਅਬਾਊਟ ਯੋਰ ਮਾਈਂਡ ਸੈਟ। ਹਾਫ ਗਲਾਸ ਫੁੱਲ ਔਰ ਹਾਫ ਗਲਾਸ ਐਮਟੀ ਇਜ਼ ਇਨ ਯੋਰ ਮਾਈਂਡ ਸੈਟ। ਤੁਸੀਂ ਕਿਵੇਂ ਦੇਖਦੇ ਹੋ ਕਿ ਅੱਧਾ ਗਲਾਸ ਭਰਿਆ ਹੋਇਆ ਕਿ ਅੱਧਾ ਖਾਲੀ ਹੈ। ਜਦੋਂ ਅਸੀਂ ਸੁੱਤੇ ਹਾਂ ਉਦੋਂ ਨਹੀਂ ਖਾਂਦੇ ਪਏ, ਖਾ ਸਕਦੇ ਵੀ ਨਹੀਂ, ਦੈਟ ਇਜ਼ ਐਨ ਓਪਰਚੁਨਿਟੀ ਫॉर ਅਸ ਜੀ ਕਿ ਅਸੀਂ ਫਾਸਟ ਨੂੰ ਐਕਸਟੈਂਡ ਕਰਕੇ ਉਹਨੂੰ ਯੂਜ਼ ਕਰੀਏ ਫॉर ਆਵਰ ਹੈਲਥ ਬੈਨੀਫਿਟ। ਜਦੋਂ ਅਸੀਂ ਸਪੋਜ਼ ਔਨ ਐਨ ਐਵਰੇਜ ਅਗਰ 8 ਆਵਰਸ ਅਸੀਂ ਸੌਂਦੇ ਹਾਂ, ਠੀਕ ਹੈ, ਤਾਂ ਕਿੰਨਾ ਆਸਾਨ ਹੈ ਕਿ 4 ਆਵਰਸ ਪਹਿਲਾਂ ਅਸੀਂ ਖਾਣਾ ਛੱਡ ਦਈਏ, 4 ਆਵਰਸ ਬਾਅਦ ਤੱਕ ਵੀ ਖਾਣਾ ਨਾ ਖਾਈਏ, ਤਾਂ 8 + 8 16 ਆਵਰਸ ਦਾ ਫਾਸਟ ਐਕਸਟੈਂਡ ਹੋ ਗਿਆ ਸਾਡਾ, ਹੋ ਜਾਊਗਾ। ਹਾਂਜੀ, ਸੋ ਬੈਨੀਫੀਸ਼ੀਅਲ ਹੋਊਗਾ। ਦੈਟ ਇਜ਼ ਬੈਨੀਫੀਸ਼ੀਅਲ ਬਿਕੋਜ਼ ਸੌਣ ਤੋਂ 4 ਘੰਟੇ ਪਹਿਲਾਂ ਨਾ ਖਾਓ ਜੀ, ਤੇ ਉੱਠ ਕੇ ਵੀ 4 ਘੰਟੇ ਨਾ ਖਾਓ। ਅੱਛਾ, ਤਾਂ ਇਹਦੇ ਨਾਲ ਕੀ ਹੋਏਗਾ ਕਿ ਓਵਰਆਲ ਤੁਹਾਡੀ ਕੈਲਰੀਜ਼, ਕਿਉਂਕਿ ਥੋੜਾ ਤਾਂ ਬੰਦਾ ਸਨੈਕਿੰਗ ਕਰਦਾ ਹੀ ਰਹਿੰਦਾ ਨਾ, ਜਦੋਂ ਉੱਠੇਗਾ ਤਾਂ ਕੁਝ ਆਲਮੰਡਸ ਖਾਏਗਾ, ਕੁਝ ਅਖਰੋਟ ਖਾਏਗਾ, ਪਰ ਬਿਲਕੁਲ ਨਹੀਂ ਖਾਣਾ। ਉਹ ਨਾਨ ਈਟਿੰਗ ਵਿੰਡੋ ਹੀ ਹੈ। ਨਾਨ ਈਟਿੰਗ ਵਿੰਡੋ ਦੇ ਵਿੱਚ ਕੁਝ ਨਹੀਂ ਖਾਣਾ। ਉਹਦਾ ਮਤਲਬ ਇਹ ਨਹੀਂ ਹੈ ਕਿ ਆ 4 ਦਾਣੇ ਖਾ ਲਏ, ਥੋੜ੍ਹੀਆਂ ਜਿਹੀਆਂ ਅਸੀਂ ਖਿੱਲਾਂ ਖਾ ਲਈਆਂ, ਥੋੜ੍ਹੇ ਜਿਹੇ ਬਦਾਮ ਚੱਬ ਲਏ, ਇੰਨੇ ਕੁ ਨਾਲ ਸਾਨੂੰ ਕੁਝ ਨਹੀਂ ਹੋਣਾ। ਇੱਕ ਅੱਧਾ ਕੇਲਾ ਖਾ ਲਓ, ਇੱਕ ਅੱਧਾ ਸੰਤਰਾ। ਨਹੀਂ ਖਾਣਾ ਮੀਨਸ ਨਹੀਂ ਖਾਣਾ, ਫਾਸਟਿੰਗ ਮੀਨਸ ਫਾਸਟਿੰਗ। ਵੈਨ ਐਵਰ ਵੀ ਈਟ ਸਮਥਿੰਗ, ਜਦੋਂ ਵੀ ਕੁਝ ਖਾਂਦੇ ਆ, ਉਹਨੂੰ ਡਾਈਜੈਸਟ ਕਰਨ ਦੇ ਲਈ ਸਾਡੀ ਬਾਡੀ ਦੇ ਵਿੱਚ ਐਂਜ਼ਾਈਮੈਟਿਕ ਚੇਂਜਸ ਆਉਂਦੀਆਂ ਨੇ, ਇੱਕ ਪ੍ਰੋਸੈਸ ਐਕਟੀਵੇਟ ਹੁੰਦੀ ਹੈ, ਰਾਈਟ, ਡਾਈਜੈਸ਼ਨ ਜਿਹਨੂੰ ਕਹਿੰਦੇ ਆ। ਔਰ ਉਹਦੇ ਰਿਸਪੌਂਸ ਦੇ ਵਿੱਚ ਜਿੱਦਾਂ ਮੈਂ ਆਪਣੇ ਪੇਸ਼ੈਂਟਸ ਨੂੰ ਐਗਜ਼ਾਮਪਲ ਦਿੰਦਾ ਕਿ ਜਿੱਦਾਂ ਖਾਣੇ ਨੂੰ ਦੇਖ ਕੇ ਜਾਂ ਸੋਚ ਕੇ ਵੀ ਸਾਡੇ ਮੂੰਹ ਦੇ ਵਿੱਚ ਲਾਰ ਆ ਜਾਂਦੀ ਹੈ, ਉਹ ਵੀ ਮੇਕ ਇਟ ਰੈਡੀ ਟੂ ਈਟ। ਫਿਰ ਅਸੀਂ ਜ਼ਿਆਦਾ ਦੇਰ ਰੁਕ ਨਹੀਂ ਪਾਉਂਦੇ, ਫਿਰ ਕਹਿੰਦੇ ਕੁਛ ਨਾ ਕੁਛ ਤਾਂ ਮੂੰਹ 'ਚ ਪਾਈਏ, ਬਿਕੋਜ਼ it is prepared for eating. ਜੀ ਬਿਲਕੁਲ, right? Same way when we eat something, the insulin gets triggered. Insulin ਉਹ ਹਾਰਮੋਨ ਹੈ ਜਿਹੜਾ ਪੈਨਕ੍ਰੀਆਸ ਨਾਮਕ ਇੱਕ ਆਰਗਨ ਸਾਡੇ ਪੇਟ ਦੇ ਉੱਪਰ ਪਿਆ ਵਾ, ਟੂਵਰਡਸ ਦ ਲੈਫਟ ਸਾਈਡ ਐਂਡ ਦ ਸੈਂਟਰ। ਉਹਦੇ ਵਿੱਚੋਂ ਦੀ ਇਨਸੂਲਿਨ ਨੇ ਬਣਨਾ ਸ਼ੁਰੂ ਹੋ ਜਾਣਾ ਹੈ। ਇਨਸੂਲਿਨ ਦਾ ਕੰਮ ਕੀ ਹੈ? ਇਨਸੂਲਿਨ ਦਾ ਕੰਮ ਹੈ ਜਿਹੜੀ ਅਸੀਂ ਖਾਣੇ ਵਜੋਂ ਜਿਹੜੀ ਐਨਰਜੀ, ਗਲੂਕੋਜ਼, ਸ਼ੂਗਰ ਜਿਹੜੀ ਅਸੀਂ ਆਪਣੇ ਸਰੀਰ ਦੇ ਵਿੱਚ ਭੇਜੀ ਹੈ, ਉਸ ਗਲੂਕੋਜ਼ ਨੂੰ ਯੂਜ਼ ਕਰਾਉਣਾ, ਸੈਲਸ ਦੇ ਵਿੱਚ ਐਂਟਰ ਕਰਾਉਣਾ। ਠੀਕ ਹੈ, ਸਮਝ ਲਓ ਇਨਸੂਲਿਨ ਇੱਕ ਚਾਬੀ ਦਾ ਕੰਮ ਕਰਦੀ ਹੈ। ਉਹ ਸੈਲਸ ਦੇ ਦਰਵਾਜ਼ਿਆਂ ਦੇ ਤਾਲੇ ਖੋਲ੍ਹਦੀ ਹੈ। ਜਿੰਨੀ ਐਨਰਜੀ ਅਸੀਂ ਜ਼ਿਆਦਾ ਪਾਵਾਂਗੇ, ਜਿੰਨੀ ਛੇਤੀ ਰਿਲੀਜ਼ ਹੋਣ ਵਾਲੀ ਐਨਰਜੀ ਪਾਵਾਂਗੇ, ਜਿੱਦਾਂ ਸ਼ੂਗਰ ਲੇਡਨ ਫੂਡਸ ਨੇ ਜਿਹਦੇ ਵਿੱਚ ਖੂਬ ਸਾਰੀ ਐਨਰਜੀ ਹੈ, ਖੂਬ ਸਾਰੀ ਐਨਰਜੀ ਨਹੀਂ, ਗਲੂਕੋਜ਼ ਹੈ, ਸ਼ੂਗਰ ਹੈ, ਉਨੀ ਜਲਦੀ ਇੱਕ ਫਲੱਡ ਆਏਗਾ ਐਨਰਜੀ ਦਾ ਸਾਡੀ ਬਾਡੀ, ਸਾਡੇ ਬਲੱਡ ਦੇ ਵਿੱਚ। ਠੀਕ ਹੈ, ਹੁਣ ਇਨਸੂਲਿਨ ਦੀ ਜ਼ਿੰਮੇਵਾਰੀ ਉਨੀ ਵੱਧ ਜਾਂਦੀ ਹੈ ਕਿਉਂਕਿ ਇਨਸੂਲਿਨ ਦਾ ਕੰਮ ਹੈ ਸ਼ੂਗਰ ਲੈਵਲ ਨੂੰ ਮੇਨਟੇਨ ਕਰਨਾ, ਬਾਡੀ ਦੇ ਵਿੱਚ, ਬਲੱਡ ਦੇ ਵਿੱਚ ਰੈਗੂਲੇਟ ਕਰਨਾ। ਅਤੇ ਸਾਨੂੰ ਜ਼ਿਆਦਾ ਅਗਰ ਅਸੀਂ ਐਨਰਜੀ ਭੇਜਤੀ ਇੱਕਦਮ ਹੀ, ਅਤੇ ਜ਼ਿਆਦਾ
ਜ਼ਿਆਦਾ ਇਨਸੂਲਿਨ ਬਣਾਉਣੀ ਪਏਗੀ ਸਾਡੀ ਬਾਡੀ ਨੂੰ ਤਾਂ ਕਿ ਉਹ ਜਲਦੀ ਤੋਂ ਜਲਦੀ ਬਲੱਡ ਤੋਂ ਨਿਕਲ ਕੇ ਸੈਲਸ ਦੇ ਵਿੱਚ ਚਲੀ ਜਾਵੇ। ਠੀਕ ਹੈ। ਪਰ ਜਿੰਨੀ ਇਨਸੂਲਿਨ ਬਣਦੀ ਰਹੇਗੀ ਉਨਾ ਫੈਟ ਸਟੋਰੇਜ ਟੈਂਡੈਂਸੀ ਵੱਧਦੀ ਰਹੇਗੀ। ਓਕੇ। ਔਰ ਜਿੰਨੀ ਜ਼ਿਆਦਾ ਇਨਸੂਲਿਨ ਬਣੇਗੀ ਉਨੀ ਇਨਸੂਲਿਨ ਰੈਜ਼ਿਸਟੈਂਸ, ਯਾਨੀ ਕਿ ਉਹ ਇਨਸੂਲਿਨ ਨੂੰ ਸਾਡੇ ਸੈਲਸ ਪਛਾਣਨਾ ਘੱਟ ਕਰ ਦੇਣਗੇ। ਜਿਵੇਂ ਕਿ ਰੋਜ਼ ਅਸੀਂ ਤਾਲਾ ਖੋਲੀਏ, ਰੋਜ਼ 100 ਵਾਰ 200 ਵਾਰ ਉਹੀ ਤਾਲਾ ਖੋਲੀ ਜਾਈਏ ਤਾਂ ਉਹਦੀ ਚਾਬੀ ਉਹਦੇ ਉੱਤੇ ਹੀ ਕੰਮ ਕਰਨਾ ਬੰਦ ਕਰ ਦਿੰਦੀ ਹੈ। ਦੈਟ ਬਿਕਮਸ ਬਲੰਟ, ਖੁੰਡੀ ਹੋ ਜਾਂਦੀ ਹੈ। ਸੋ ਉਹ ਸਾਡੀ ਇਨਸੂਲਿਨ ਹੀ ਸਾਡੇ 'ਤੇ ਹੀ ਕੰਮ ਕਰਨਾ ਬੰਦ ਕਰ ਰਹੀ ਹੈ ਆਹਿਸਤਾ ਆਹਿਸਤਾ, ਕਿਉਂਕਿ ਸਾਡੀ ਜਿਹੜੀ ਚੋਇਸ ਆਫ ਫੂਡ ਹੈ ਉਹ ਰੋਂਗ ਹੈ, ਟਾਈਮਿੰਗ ਆਫ ਫੂਡ ਹੈ ਉਹ ਰੋਂਗ ਹੈ, ਅਮਾਊਂਟ ਆਫ ਫੂਡ ਹੈ ਉਹ ਰੋਂਗ ਹੈ। ਯਾਨੀ ਕਿ ਕੀ ਖਾਣਾ, ਕਿੰਨਾ ਖਾਣਾ, ਕਦੋਂ ਖਾਣਾ। ਆਲ ਥੀਸ 3 ਪੁਆਇੰਟਸ ਆਰ ਇੰਪੋਰਟੈਂਟ। ਸੋ ਇੰਟਰਮਿਟੈਂਟ ਫਾਸਟਿੰਗ ਕਰਦਿਆਂ ਹੋਇਆਂ ਵੀ ਇੰਪੋਰਟੈਂਟ ਹੈ ਕਿ ਤੁਸੀਂ ਈਟਿੰਗ ਵਿੰਡੋ ਦੇ ਵਿੱਚ ਤੁਸੀਂ ਕੀ ਖਾ ਰਹੇ ਹੋ, ਕਿੰਨਾ ਖਾ ਰਹੇ ਹੋ, ਕਿੱਦਾਂ ਬਣਾ ਰਹੇ ਹੋ। ਤੇ ਜਦੋਂ ਉਹ ਫਾਸਟਿੰਗ ਤੁਸੀਂ ਤੋੜਦੇ ਹੋ ਪਹਿਲਾਂ ਤੁਹਾਡੀ ਬਾਡੀ ਦੇ ਵਿੱਚ ਕੀ ਜਾ ਰਿਹਾ ਹੈ ਨਾ ਜੀ। ਆਪਾਂ ਚਲੋ ਇਹੀ ਐਗਜ਼ਾਮਪਲ ਲੈ ਕੇ ਚੱਲਦੇ ਹਾਂ ਜਿਹੜੀ ਤੁਸੀਂ ਟਾਈਮ ਫਰੇਮ ਦੀ ਗੱਲ ਕੀਤੀ ਆ ਕਿ ਚਲੋ ਮੰਨ ਲਓ 16 ਤੇ 8 ਘੰਟੇ, ਠੀਕ ਹੈ। 8 ਘੰਟੇ ਦੇ ਨਾਲ 8 ਘੰਟੇ ਸਾਡੀ ਈਟਿੰਗ ਵਿੰਡੋ ਹੋ ਗਈ, 16 ਘੰਟੇ ਸਾਡੀ ਨੋਨ ਈਟਿੰਗ ਜਿਹੜਾ ਟਾਈਮ ਹੋ ਗਿਆ, ਜਿਹਦੇ ਵਿੱਚ ਬੜੀ ਵਧੀਆ ਤਰੀਕੇ ਨਾਲ ਤੁਸੀਂ ਐਕਸਪਲੇਨ ਕੀਤਾ ਕਿ ਜਿਹੜੇ ਇੰਟਰਮਿਟੈਂਟ ਫਾਸਟਿੰਗ ਇਸ ਤਰ੍ਹਾਂ ਕਰਨਾ ਚਾਹੁੰਦੇ ਆ, ਮੰਨ ਲਓ 8 ਘੰਟੇ ਦੀ ਨੀਂਦ ਲਏ ਆ, 4 ਘੰਟੇ ਪਹਿਲਾਂ ਖਾਣਾ ਬੰਦ ਕਰ ਦਿੱਤਾ, ਨੀਂਦ ਤੋਂ 4 ਘੰਟੇ ਬਾਅਦ 'ਚ ਖਾਣਾ ਬੰਦ ਕਰਤਾ, ਆਪਾਂ ਇੱਕ ਐਗਜ਼ਾਮਪਲ ਦੇ ਤੌਰ 'ਤੇ। ਹੁਣ ਅੱਜ ਜਿਹੜਾ ਭਾਰ ਘਟਾਉਣ ਦਾ ਚਾਹਵਾਨ ਹੈ, ਕਿ ਕੱਲ੍ਹ ਤੋਂ ਉਹ ਇਹ ਸਿਲਸਿਲਾ ਸ਼ੁਰੂ ਕਰ ਸਕਦਾ, ਉਹਦੀ ਬਾਡੀ ਆਪਣੇ ਆਪ ਨੂੰ ਢਾਲ ਲਊਗੀ ਇਸ ਚੀਜ਼ ਦੇ ਨਾਲ, ਜਾਂ ਤੁਸੀਂ ਇਹ ਸੁਜੈਸਟ ਕਰਦੇ ਹੋ ਕਿ ਨਹੀਂ, ਉਹਨੂੰ ਆਪਣੀ ਈਟਿੰਗ ਵਿੰਡੋ ਹਾਲੇ ਥੋੜ੍ਹੀ ਵੱਡੀ ਰੱਖਣੀ ਚਾਹੀਦੀ ਹੈ? ਹੌਲੀ ਹੌਲੀ ਈਟਿੰਗ ਵਿੰਡੋ ਘਟਾਉਣੀ ਚਾਹੀਦੀ ਹੈ। ਸ਼ੁਰੂਆਤ ਘੱਟ ਤੋਂ ਕੀਤੀ ਜਾ ਸਕਦੀ ਹੈ। ਫਾਸਟਿੰਗ ਵਿੰਡੋ ਵਧਾਉਣੀ ਚਾਹੀਦੀ ਹੈ ਅਗਰ ਸਾਈਡ ਇਫੈਕਟਸ ਤੋਂ ਬਚਣਾ ਹੈ। ਔਰ ਕੁਝ ਮੈਡੀਕਲ ਕੰਡੀਸ਼ਨਸ ਨੇ, ਕੁਝ ਲੋਕਾਂ ਨੂੰ ਬਿਲਕੁਲ ਵੀ ਟਰਾਈ ਨਹੀਂ ਕਰਨੀ ਚਾਹੀਦੀ ਵਿਦਆਊਟ ਐਨੀ ਐਕਸਪਰਟ ਸੁਪਰਵਿਜ਼ਨ। ਅੱਛਾ। ਕਿਉਂ? ਪ੍ਰੈਗਨੈਂਸੀ ਹੈ, ਪੋਸਟ ਪ੍ਰੈਗਨੈਂਸੀ ਲੈਕਟੇਸ਼ਨ ਹੈ, ਜਦੋਂ ਤੁਸੀਂ ਫੀਡ ਦੇ ਰਹੇ ਹੋ ਬੱਚੇ ਨੂੰ। ਡਾਇਬਟਿਕ ਪੇਸ਼ੈਂਟਸ ਨੂੰ ਕਦੀ ਵੀ ਆਪਣੇ ਆਪ ਇੰਟਰਮਿਟੈਂਟ ਫਾਸਟਿੰਗ ਟਰਾਈ ਨਹੀਂ ਕਰਨੀ ਚਾਹੀਦੀ। ਕੁਝ ਮੈਡੀਕੇਸ਼ਨਸ ਨੇ ਜਿਨ੍ਹਾਂ ਦਾ ਬਹੁਤ ਗਹਿਰਾ ਸੰਬੰਧ ਖਾਣੇ ਦੇ ਨਾਲ ਹੈ, ਵੀ ਖਾਣੇ ਦੇ ਨਾਲ ਹੀ ਹੋਣੀਆਂ ਚਾਹੀਦੀਆਂ। ਜੀ ਜੀ ਜੀ, ਤਾਂ ਉਹਨਾਂ ਨੂੰ ਨਹੀਂ ਕਰਨੀ ਚਾਹੀਦੀ। ਸੋ ਇਹ ਨਹੀਂ ਹੈ ਕਿ ਸਾਡੀ ਉਹ ਨੋਨ ਈਟਿੰਗ ਵਿੰਡੋ ਚੱਲ ਰਹੀ ਹੈ, ਆਪਾਂ ਕਹਿੰਦੇ ਹਾਂ ਕਿ ਇਹ ਕਿਹੜੀ ਸਾਡੀ ਡਾਈਟ ਹੈ, ਆਪਾਂ ਇਹ ਖੁਰਾਕ ਖਾ ਲੈਂਦੇ ਹਾਂ, ਜਿਹੜੀ ਸਾਡੀ ਦਵਾਈ ਦੀ ਖੁਰਾਕ ਹੈ ਉਹ ਖਾ ਲੈਂਦੇ ਹਾਂ। ਜੀ, ਯੰਗ ਚਿਲਡਰਨ ਇਹ ਨਹੀਂ ਹੋਣਾ ਚਾਹੀਦਾ। ਨਹੀਂ, ਇੱਦਾਂ ਨਹੀਂ ਹੋਣਾ ਚਾਹੀਦਾ। ਕੋਈ ਦਵਾਈ ਖਾਣੇ ਦੇ ਨਾਲ ਠੀਕ ਕੰਮ ਕਰਦੀ ਹੈ, ਕੋਈ ਦਵਾਈ ਖਾਣੇ ਤੋਂ ਬਗੈਰ ਨੁਕਸਾਨ ਕਰ ਜਾਂਦੀ ਹੈ। ਠੀਕ ਹੈ। ਵੀ ਡੋਂਟ ਹੈਵ ਟੂ ਪੇਨ ਕਿਲਰਸ, ਐਂਟੀ ਇਨਫਲੇਮੇਟਰੀਜ਼, all these things should not be taken empty stomach, right? ਜਦ ਕਿ ਸਾਡਾ ਆਰਥਰਾਈਟਿਸ ਦੀ ਦਵਾਈ ਚੱਲ ਰਹੀ ਹੈ ਔਰ ਸਾਨੂੰ ਦੱਸਿਆ ਗਿਆ ਕਿ ਇਹ 3 ਵਾਰ ਖਾਣੀ ਹੈ, ਤਾਂ ਅਸੀਂ ਆਪਣੀ ਈਟਿੰਗ ਵਿੰਡੋ ਕਰ ਲਈ ਰਿਡਿਊਸ ਟੂ 8 ਆਵਰਸ। ਜੀ। ਦੈਨ ਉਹ ਜਿਹੜੇ 14 ਆਵਰਸ ਅਸੀਂ ਜਾਗਦੇ ਸੀਗੇ, 16 ਆਵਰਸ ਅਸੀਂ ਜਾਗਦੇ ਸੀ, ਉਹ 3 ਦੇ 3 ਡੋਜ਼ ਅਸੀਂ 8 ਘੰਟਿਆਂ 'ਚ ਤਾਂ ਨਹੀਂ ਨਾ, 16 ਘੰਟੇ ਦੇ ਡੋਜ਼ 3 ਦੇ 3 ਡੋਜ਼ ਤਾਂ ਨਹੀਂ ਅਸੀਂ 8 ਘੰਟੇ 'ਚ ਲੈ ਕੇ ਆਵਾਂਗੇ। ਇਹ ਨਹੀਂ ਅਸੀਂ ਕਰ ਸਕਦੇ ਕਿ ਵੀ ਉਹ ਦਵਾਈ ਦਾ ਟਾਈਮ ਤੁਸੀਂ ਟਾਈਟ ਕਰ ਦਿਓ, ਨਹੀਂ ਕਰ ਸਕਦੇ। ਸੋ ਦੇयर ਆਰ ਸੋ ਮੈਨੀ ਥਿੰਗਸ ਵਿਚ ਨੀਡ ਟੂ ਬੀ ਕੰਸੀਡਰਡ। ਸੋ ਤੁਹਾਡੇ ਐਵੇਂ ਹੀ ਨਹੀਂ ਕਿ ਵੀ ਅੱਜ ਪਤਾ ਲੱਗਾ ਇੰਟਰਮਿਟੈਂਟ ਫਾਸਟਿੰਗ ਬੜੀ ਚੰਗੀ ਹੁੰਦੀ ਹੈ, ਮੇਰੇ ਫਰੈਂਡ ਨੇ ਕੀਤੀ, ਕਿਸੇ ਹੋਰ ਨੇ ਕੀਤੀ, ਤੇ ਮੈਂ ਵੀ ਹੁਣ ਸ਼ੁਰੂ ਕਰ ਦੇਵਾਂ। ਇੰਨੀ ਇੰਸਪਾਇਰ ਹੋ ਕੇ ਕਿ ਅੱਜ ਸ਼ੇਰੇ ਪੰਜਾਬ 'ਤੇ ਪ੍ਰੋਗਰਾਮ ਚੱਲ ਰਿਹਾ ਸੀ, ਉਹਨਾਂ ਨੇ ਕਿਹਾ ਕਿ ਬਹੁਤ ਵਧੀਆ ਚੀਜ਼ ਹੈ, ਚੁੱਕ ਦੋ ਫੱਟੇ, ਕੱਲ੍ਹ ਨੂੰ ਅਸੀਂ 16 ਘੰਟੇ ਖਾਣਾ ਨਹੀਂ ਤੇ ਫਿਰ ਡਿੱਗਦੇ ਫਿਰੀਏ। one size doesn't fit all। ਮੈਂ ਬਹੁਤ ਵਾਰ ਕਹਿਣਾ ਜੀ ਆਪਣੇ ਕਲਾਇੰਟਸ ਨੂੰ ਕਿ everything has to be customized। ਹਰ ਚੀਜ਼ ਇੱਕ ਤੁਹਾਡੀ ਸੂਰਤ ਦੇ ਵਿੱਚ ਕੀ ਲਾਗੂ ਹੈ, ਕੀ ਤੁਹਾਡੇ ਹੈਲਥ ਚੈਲੰਜਸ ਨੇ, ਕੰਸਰਨਸ ਨੇ। ਸਿਰਫ ਵਜ਼ਨ ਹੀ ਨਹੀਂ ਹੈ, ਵਜ਼ਨ ਦੇ ਨਾਲ ਜੁੜੀਆਂ ਤਾਂ ਕਿੰਨੀਆਂ ਚੀਜ਼ਾਂ ਨੇ। ਕਿਸੇ ਨੂੰ ਆਰਥਰਾਈਟਿਸ ਹੈ, ਉਹਨੂੰ ਐਂਟੀ ਇਨਫਲੇਮੇਟਰੀ ਡਾਈਟ ਚਾਹੀਦੀ ਹੈ, ਨਾਲ ਵਜ਼ਨ ਘਟਾਉਣ ਦੀ ਵੀ ਚਾਹੀਦੀ, ਨਾਲ ਕਿਸੇ ਨੂੰ ਫੈਟੀ ਲਿਵਰ ਹੈਗਾ, ਨਾਲ ਡਿਵੈਲਪ ਹੋ ਜਾਂਦਾ। ਜਿੰਨੇ ਲੋਕ ਵਜ਼ਨ ਵਧਿਆ ਹੋਇਆ ਉਹਨਾਂ ਨੂੰ ਕੋਈ ਨਾ ਕੋਈ ਮੈਟਾਬੋਲਿਕ ਇਫੈਕਟ, ਉਹਦੇ ਸਰੀਰ ਦੇ ਉੱਤੇ ਅੰਦਰੂਨੀ ਇਫੈਕਟ ਵਜ਼ਨ ਵਧੇ ਦਾ ਹੋਇਆ ਹੀ ਹੈ, ਹੋ ਰਿਹਾ ਹੈ, ਚੱਲ ਰਿਹਾ ਹੈ। ਕਿਉਂਕਿ ਬੰਦਾ ਜਾਗਦਾ ਉਦੋਂ ਹੈ ਜਦੋਂ ਉਹਨੂੰ 5-7 ਸਾਲ ਹੋ ਜਾਂਦੇ ਉਹਦਾ ਵਜ਼ਨ ਵਧਿਆ ਹੋਇਆ ਕਿ ਹੁਣ ਮੈਂ ਆਪਣੇ ਉੱਤੇ ਕੰਮ ਕਰਨਾ ਹੈ। ਪਰ ਉਦੋਂ ਤੱਕ ਕੁਛ ਨਾ ਕੁਛ ਤਾਂ ਚੇਂਜਸ ਆਈਆਂ ਨੇ ਬਾਡੀ ਦੇ ਅੰਦਰ। ਬਿਲਕੁਲ। ਨਾਲੇ ਜਿਹੜਾ ਭਾਰ ਵੱਧਦੇ ਨੂੰ ਇੰਨਾ ਟਾਈਮ ਲੱਗਾ ਤੇ ਹੁਣ ਉਹ ਘਟਦੇ ਨੂੰ ਵੀ ਟਾਈਮ ਲੱਗੂਗਾ। ਜੀ, ਇਹ ਗੱਲ ਸਾਨੂੰ ਸਮਝ ਲੈਣੀ ਚਾਹੀਦੀ ਹੈ। ਜਦੋਂ ਅਸੀਂ ਇੰਪੇਸ਼ੈਂਟ ਹੋ ਜਾਂਦੇ ਹਾਂ ਕਿ ਵੀ ਮੈਂ ਤਾਂ ਸਾਰਾ ਕੁਝ ਕਰਕੇ ਦੇਖ ਲਿਆ, ਗੱਲ ਨਹੀਂ ਬਣੀ, ਅੱਜ ਮੈਨੂੰ ਕਿਸੇ ਨੇ ਇਹ ਦੱਸਿਆ, ਕੱਲ੍ਹ ਮੈਨੂੰ ਕਿਸੇ ਹੋਰ ਨੇ ਹੋਰ ਗੱਲ ਦੱਸੀ ਹੈ, ਉਹ ਅਸੀਂ ਕਈ ਵਾਰ ਇਸ ਤਰ੍ਹਾਂ ਵੀ ਰਲ ਗੱਡ ਕਰਦੇ ਰਹਿੰਦੇ ਹਾਂ ਆਪਣੀਆਂ ਯੋਜਨਾਵਾਂ।
ਖੈਰ ਸਾਡੇ ਸੁਣਨ ਵਾਲਿਆਂ ਨੂੰ ਦੱਸ ਦਈਏ ਕਿ ਤੁਹਾਡੇ ਮਨ ਦੇ ਵਿੱਚ ਕੋਈ ਵੀ ਸਵਾਲ ਹੈਗਾ, ਤੁਸੀਂ ਇਸ ਵੇਲੇ ਡਾਕਟਰ ਜੱਸਲ ਹੋਣਾ ਦੇ ਨਾਲ ਗੱਲ ਕਰਨੀ ਹੈ 6042040600 ਤੇ ਹੁਣੇ ਕਾਲ ਕਰ ਸਕਦੇ ਹੋ। ਪਹਿਲੇ ਕਾਲਰ ਅਸੀਂ ਸ਼ਾਮਿਲ ਕਰ ਰਹੇ ਹਾਂ ਆਪਣੇ ਨਾਲ। ਹੈਲੋ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਰਣਜੋਤ ਜੀ। ਸਤਿ ਸ਼੍ਰੀ ਅਕਾਲ ਜੀ। ਬਹੁਤ ਵਧੀਆ ਟੌਪਿਕ ਹੈ। ਤੇ ਮੈਂ ਸਵੇਰੇ ਉੱਠ ਕੇ ਲੈਮਨ ਵਾਲਾ ਜੂਸ, ਲੈਮਨ ਤੇ ਹਨੀ ਪਾ ਕੇ ਪਾਣੀ ਪੀਂਦੀ ਹੈ, ਫਿਰ ਉਹ ਮੇਰੇ ਘੰਟੇ ਗਿਣੇ ਨਹੀਂ ਜਾਣੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜਿਹੜਾ ਹਨੀ ਹੈ ਜੀ, ਸ਼ਾਇਦ ਉਹ ਇੱਕ ਕੌਨਸਨਟ੍ਰੇਟਿਡ ਸੋਰਸ ਆਫ ਕਾਰਬੋਹਾਈਡਰੇਟ ਹੈ, ਜਿਵੇਂ ਕਿ ਚੀਨੀ ਹੈ, ਹਨੀ ਵੀ ਉਸ ਤੋਂ ਪਿੱਛੇ ਨਹੀਂ ਹੈ। ਸਿਰਫ ਫ਼ਰਕ ਦੋਨਾਂ ਦਾ ਇਹ ਹੈ ਕਿ ਦੋਨੋਂ ਸਵੀਟਨਰਸ ਨੇ, ਦੋਨਾਂ ਦਾ ਸਵਾਦ ਮਿੱਠਾ ਹੈ, ਦੋਨਾਂ ਦੇ ਵਿੱਚ ਕੈਲਰੀਜ਼ ਵੀ ਹੈਗੀਆਂ ਨੇ। ਸਿਰਫ ਇਹੀ ਹੈ ਕਿ ਹਨੀ ਦੇ ਵਿੱਚ ਮਿਨਰਲਸ ਥੋੜ੍ਹੇ ਜਿਹੇ ਪਾਏ ਜਾਂਦੇ ਨੇ ਜਿਹੜੇ ਕਿ ਚੀਨੀ ਦੇ ਵਿੱਚ ਨਹੀਂ ਪਾਏ ਜਾਂਦੇ। ਚੀਨੀ 'ਚ ਸਿਰਫ ਸਵਾਦ ਹੈ ਔਰ ਕੈਲਰੀਜ਼ ਨੇ, ਫਲੈਟ ਕੈਲਰੀਜ਼ ਐਂਡ ਟੇਸਟ। ਔਰ ਹਨੀ ਦੇ ਵਿੱਚ ਕੁਝ ਮਿਨਰਲਸ ਨੇ ਕਿਉਂਕਿ ਉਹ ਨੈਚੁਰਲ ਹੈ। ਬਟ ਜੇ ਤੁਸੀਂ ਨਿੰਬੂ ਦੇ ਵਿੱਚ ਹਨੀ ਪਾ ਰਹੇ ਹੋ ਤਾਂ ਤੁਸੀਂ ਕੈਲਰੀਜ਼ ਐਡ ਕਰ ਰਹੇ ਹੋ, ਤਾਂ ਉਹ ਫਾਸਟਿੰਗ ਵਿੰਡੋ ਤੁਹਾਡੀ ਖ਼ਤਮ ਹੋ ਜਾਂਦੀ ਹੈ, ਯਾਨੀ ਕਿ ਤੁਸੀਂ ਆਪਣਾ ਵਰਤ ਤੋੜ ਲੈਂਦੇ ਹੋ। ਸੋ ਇਹ ਤੁਸੀਂ ਨਾ ਕਰੋ ਤਾਂ ਬੈਟਰ ਹੈ, ਜੇ ਤੁਸੀਂ ਬੈਟਰ ਰਿਜ਼ਲਟਸ ਚਾਹੁੰਦੇ ਹੋ। ਓਕੇ ਜੀ, ਥੈਂਕ ਯੂ। ਸ਼ੁਕਰੀਆ ਜੀ। ਕੁਲਵੀਰ ਕੌਰ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਪੁੱਛਣਾ ਸੀ, ਜਦੋਂ ਆਪਾਂ ਡਨ ਆਪਣੀ ਫਾਸਟਿੰਗ ਡਨ ਹੁੰਦੀ ਹੈ ਰਾਈਟ, ਆਪਾਂ ਨੂੰ ਕਿੰਨਾ ਅਮਾਊਂਟ ਖਾਣਾ ਚਾਹੀਦਾ, ਵੀ ਕਿਸ ਤੋਂ ਸ਼ੁਰੂਆਤ ਕਰਨੀ ਚਾਹੀਦੀ ਆ? ਡਨ ਮੀਨਸ ਫਾਸਟਿੰਗ ਡਨ ਹੁੰਦੀ ਹੈ, ਉਦੋਂ ਤੁਸੀਂ ਖਾਣਾ ਸ਼ੁਰੂ ਕਰਨਾ ਹੁੰਦਾ ਹੈ ਨਾ, ਜਦੋਂ ਇਹ ਈਟਿੰਗ ਵਿੰਡੋ ਦੇ ਵਿੱਚ ਐਂਟਰ ਕਰ ਰਹੇ ਆ। ਐਂਟਰ ਕਰਦੇ ਹੋ। ਈਟਿੰਗ ਵਿੰਡੋ ਦੇ ਵਿੱਚ ਐਂਟਰ ਕਰਨ ਦੇ ਕਈ ਤਰੀਕੇ ਨੇ। ਡੈਟ ਡਿਪੈਂਡਸ ਕਿ ਤੁਸੀਂ ਕਿਹੜੀ ਤੁਸੀਂ ਕਿੱਦਾਂ ਫੀਲ ਕਰ ਰਹੇ ਹੋ। ਜੇ ਤੁਸੀਂ ਬਹੁਤ ਗਰੋਗੀ ਫੀਲ ਕਰ ਰਹੇ ਹੋ, ਤੁਸੀਂ ਸੁਸਤ ਫੀਲ ਕਰ ਰਹੇ ਹੋ, ਤੁਸੀਂ ਤੰਗ ਆ ਗਏ, ਜਿੱਦਾਂ ਕਿ ਤੁਸੀਂ ਨਵੇਂ ਡਾਈਟਰ ਹੋ, ਫਿਰ ਤੁਹਾਨੂੰ ਥੋੜ੍ਹੀ ਜਿਹੀ ਕਾਰਬੋਹਾਈਡਰੇਟ ਲੈਣੀ ਚਾਹੀਦੀ ਹੈ, ਜਿਹੜੀ ਕਿ ਕੰਪਲੈਕਸ ਕਾਰਬੋਹਾਈਡਰੇਟ ਹੋਵੇ। ਕੰਪਲੈਕਸ ਕਾਰਬੋਹਾਈਡਰੇਟ ਉਹ ਹੁੰਦੀ ਹੈ ਜਿਹਦੇ ਵਿੱਚ ਕਾਰਬੋਹਾਈਡਰੇਟ ਫਾਈਬਰ ਦੇ ਵਿੱਚ ਟਰੈਪਡ ਹੁੰਦੀ ਆ, ਯਾਨੀ ਕਿ ਸੈਲਡ ਹੋ ਗਈ ਰਾਈਟ, ਜਾਂ ਫਰੂਟ ਹੋ ਗਿਆ ਰਾਈਟ, ਜਾਂ ਕੋਈ ਵੈਜੀਟੇਬਲ ਸੈਲਡ ਹੋ ਗਈ, ਇੱਦਾਂ ਦੀ ਚੀਜ਼ਾਂ ਜਿਹਦੇ ਵਿੱਚੋਂ ਐਨਰਜੀ ਤਾਂ ਰਿਲੀਜ਼ ਹੋਊਗੀ ਪਰ ਥੋੜ੍ਹੀ ਜਿਹੀ ਸਲੋ ਹੋਏਗੀ, ਇੱਕਦਮ ਤੁਹਾਡੀ ਬਾਡੀ ਨੂੰ ਜਰਕ ਨਹੀਂ ਲੱਗੂਗਾ। ਪਰ ਜੇਕਰ ਤੁਸੀਂ ਬਹੁਤ ਜ਼ਿਆਦਾ ਸੁਸਤ ਫੀਲ ਕਰ ਰਹੇ ਹੋ, ਤੁਸੀਂ ਆਫਿਸ ਜਾਣਾ ਹੈ, ਤੁਸੀਂ ਡਰਾਈਵ ਕਰਨਾ ਹੈ, ਤੁਹਾਡੀ ਜੌਬ ਸ਼ੁਰੂ ਹੋ ਚੁੱਕੀ ਹੈ ਔਰ ਤੁਸੀਂ ਇਰੀਟੇਬਲ ਫੀਲ ਕਰ ਰਹੇ ਹੋ, ਕਿਉਂਕਿ ਤੁਸੀਂ ਆਪਣੀ ਬਾਡੀ ਨੂੰ ਸਵੇਰ ਤੋਂ ਕਾਰਬੋਹਾਈਡਰੇਟ ਨਹੀਂ ਦਿੱਤਾ, ਕੱਲ੍ਹ ਰਾਤ ਤੋਂ ਨਹੀਂ ਦਿੱਤਾ, 16 ਆਵਰਸ ਹੋ ਗਏ, ਫਿਰ ਤੁਹਾਨੂੰ ਪਹਿਲਾ ਖਾਣਾ ਹੋ ਸਕਦਾ ਹੈ ਕਿ ਥੋੜ੍ਹਾ ਜਿਹਾ ਕੈਲਰੀ ਦੇਣ ਵਾਲਾ ਦੇਣਾ ਪਵੇ ਆਪਣੀ ਬਾਡੀ ਨੂੰ। ਸੋ ਇਹ ਵੇਰੀ ਕਰਦਾ ਹੈ ਤੁਹਾਡੇ ਲਾਈਫ ਸਟਾਈਲ ਦੇ ਉੱਤੇ ਔਰ ਤੁਹਾਡੀ ਹਾਲਾਤ ਦੇ ਉੱਤੇ ਕਿ ਤੁਸੀਂ ਕਿਸ ਸਟੇਜ 'ਤੇ ਹੈਗੇ ਹੋ, ਕਿਉਂਕਿ ਇਹਨੇ ਸਿੱਧਾ ਤੁਹਾਡੀ ਜਦੋਂ ਵੀ ਅਸੀਂ ਖਾਂਦੇ ਹਾਂ ਉਦੋਂ ਇਨਸੂਲਿਨ ਰਿਲੀਜ਼ ਹੋਣੀ ਹੈ ਕੈਲਰੀਜ਼ ਦੇ ਨਾਲ। ਤਾਂ ਅਸੀਂ ਇਨਸੂਲਿਨ ਰੈਜ਼ਿਸਟੈਂਸ ਨੂੰ ਰਿਵਰਸ ਕਰਨ ਦੇ ਲਈ, ਵਜ਼ਨ ਨੂੰ ਘਟਾਉਣ ਦੇ ਲਈ ਕੰਮ ਕਰ ਰਹੇ ਹਾਂ, ਵੇਟ ਲਾਸ ਕਰ ਰਹੇ ਹਾਂ, ਤਾਂ ਇਹ ਸਾਰੇ ਫੈਕਟਰਸ ਤੁਹਾਨੂੰ ਦੇਖਣੇ ਚਾਹੀਦੇ ਨੇ ਆਈਡੀਅਲੀ। ਸੋ ਪ੍ਰੋਟੀਨ ਰਿਚ ਫੂਡ ਖਾਓਗੇ ਤਾਂ ਬੈਟਰ ਰਹੇਗਾ। ਹਾਂਜੀ ਕੁਲਵੀਰ ਜੀ, ਤੁਹਾਡੇ ਸਵਾਲ ਦਾ ਜਵਾਬ ਹੋ ਗਿਆ? ਹਾਂਜੀ, ਥੈਂਕ ਯੂ ਜੀ। ਥੈਂਕ ਯੂ ਜੀ। ਬਰਿੰਦਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਪੁੱਛਣਾ ਸੀ, ਜਿੱਦਾਂ ਮੈਨੂੰ ਕੋਈ ਵੇਟ ਦੀ ਜ਼ਿਆਦਾ ਪ੍ਰੋਬਲਮ ਨਹੀਂ ਹੈਗੀ, ਬਟ ਜਦੋਂ ਵੀ ਮੈਂ ਕੋਈ ਖਾਣਾ ਖਾਂਦੀ ਆ, ਮੈਨੂੰ ਰਾਈਟ ਵੇ ਮੇਰਾ ਸਟਮਕ ਹਰਟ ਕਰਨ ਲੱਗ ਜਾਂਦਾ ਆ। ਬਟ ਮੈਂ ਗਲੂਟਨ ਵੀ ਛੱਡਿਆ ਹੋਇਆ ਆ, ਬਿਕੋਜ਼ ਮੇਰਾ ਗਲੂਟਨ ਹਾਈ ਸੀਗਾ, ਹੁਣ ਮੇਰਾ ਗਲੂਟਨ ਵੀ ਲੈਸ ਦੈਨ 15 ਆ। ਬਟ ਸਟਿਲ ਮੇਰਾ ਫੂਡ ਵੀ ਬਹੁਤ ਘੱਟ ਆ। ਸਵੇਰੇ ਮੈਂ ਬ੍ਰੈਡ ਅੰਡਾ ਖਾਂਦੀ ਆ, ਦੁਪਹਿਰੇ ਮੈਂ ਸਬਜ਼ੀ ਵਗੈਰਾ ਖਾਂਦੀ ਆ, ਸ਼ਾਮ ਨੂੰ ਮੈਂ ਦਾਲ ਜਾਂ ਖੀਰਾ ਵਗੈਰਾ ਖਾਂਦੀ ਆ, ਸਮ ਟਾਈਮ ਮੈਂ ਓਨਲੀ ਸਮੂਦੀ ਹੀ ਪੀਂਦੀ ਆ। ਆਫਟਰ 6:30 ਕੁਛ ਵੀ ਨਹੀਂ ਖਾਂਦੀ ਹੈਗੀ ਜੀ। ਬਟ ਸਟਿਲ ਮੇਰੇ ਸਟਮਕ ਨੂੰ ਬਹੁਤ ਪ੍ਰੋਬਲਮ ਰਹਿੰਦੀ ਆ, ਲਿਵਰ ਫੈਟ ਬਹੁਤ ਆ ਸਟਿਲ। ਲਾਸਟ ਕੀ ਸੈਂਟੈਂਸ ਕਿਹਾ? ਲਿਵਰ ਫੈਟ ਕਿਹਾ ਸੀ ਤੁਸੀਂ? ਹਾਂਜੀ, ਲਿਵਰ ਸਟਮਕ ਫੈਟ ਬਹੁਤ ਆ। ਓਕੇ, ਉਦਾਂ ਮੇਰੀ ਬੋਡੀ ਹੋਰ ਕਿਤੇ ਫੈਟ ਨਹੀਂ ਹੈਗੀ ਜੀ। ਓਕੇ, ਲਿਵਰ ਫੈਟ ਔਰ ਸਟਮਕ ਫੈਟ, ਇਹਨੂੰ ਅਸੀਂ ਐਬਡੋਮੀਨਲ ਫੈਟ ਕਹਿੰਦੇ ਹਾਂ, ਉਹਨਾਂ ਦੋਨਾਂ 'ਚ ਫ਼ਰਕ ਹੈ। ਜਿਹੜਾ ਲਿਵਰ ਫੈਟ ਹੁੰਦਾ ਹੈ ਉਹ ਫੈਟ ਦੇ ਵਿੱਚ ਹੁੰਦਾ, ਉਹਨੂੰ ਅਸੀਂ ਫੈਟੀ ਲਿਵਰ ਕਹਿੰਦੇ ਹਾਂ। ਉਹ ਲਿਵਰ ਦੇ ਵਿੱਚ ਫੈਟ ਜਮ੍ਹਾਂ ਹੁੰਦਾ, ਉਹਨੂੰ ਅਸੀਂ ਫੈਟੀ ਲਿਵਰ ਕਹਿੰਦੇ ਹਾਂ। ਔਰ ਜਿਹੜਾ ਐਬਡੋਮੀਨਲ ਫੈਟ ਹੈ, ਆਮ ਤੌਰ 'ਤੇ ਉਹ ਫੈਟੀ ਲਿਵਰ ਦੇ ਨਾਲ ਜੁੜਿਆ ਹੁੰਦਾ ਹੈ। ਐਬਡੋਮੀਨਲ ਫੈਟ ਸਾਡੇ ਪੇਟ ਦੇ ਆਸ-ਪਾਸ ਜਮ੍ਹਾਂ ਹੋਣ ਵਾਲਾ ਫੈਟ ਹੁੰਦਾ ਹੈ। ਪਰ ਜੇਕਰ ਬਹੁਤ ਜ਼ਿਆਦਾ ਹੈ ਤਾਂ ਫੈਟ ਟਿਸ਼ੂ ਜਿਹੜਾ ਉਹ ਵੀ ਸਾਡੇ ਪੇਟ ਨੂੰ ਪ੍ਰੈਸ ਅਪੋਨ ਕਰਦਾ ਵਾ, ਉਹਨੂੰ ਦਬਾਅ ਪਾਉਂਦਾ ਹੈ ਸਾਡੇ ਪੇਟ ਨੂੰ। ਮੈਂ ਉਹਦੀ ਗੱਲ ਕਰ ਰਿਹਾ ਜਿਹੜਾ ਕਿ ਥੈਲੀ ਹੈ ਜਿੱਥੇ ਸਾਡਾ ਖਾਣਾ ਪਹਿਲਾਂ ਜਾਂਦਾ, ਐਂਟਰ ਕਰਦਾ। ਸੋ ਜਦੋਂ ਅਸੀਂ ਖਾਣਾ ਸਵਾਲੋ ਕਰਦੇ ਹਾਂ, ਲੰਘਾਉਂਦੇ ਹਾਂ ਅੰਦਰ, ਤਾਂ ਫੂਡ ਪਾਈਪ ਦੇ ਜ਼ਰੀਏ ਸਾਡਾ ਖਾਣਾ ਚੈਸਟ ਤੋਂ ਨਿਕਲ ਕੇ ਸਾਡੇ ਪੇਟ ਦੇ ਵਿੱਚ ਜਾਂਦਾ ਹੈ, ਜਿਹਨੂੰ ਅਸੀਂ ਸਟਮਕ ਕਹਿੰਦੇ ਹਾਂ, ਜਾਂ ਜਿਹਨੂੰ ਅਸੀਂ ਬੈਗ ਦੇ ਵਿੱਚ ਕਲੈਕਟ ਹੁੰਦਾ ਹੈ। ਉਹਦੇ ਵਿੱਚ
ਖਾਣਾ ਅਗਰ ਕੋਈ ਉੱਥੇ ਇਰੀਟੇਸ਼ਨ ਹੈ, ਉੱਥੇ ਐਸਿਡਿਟੀ ਹੈ, ਉੱਥੇ ਕੋਈ ਰਿਐਕਸ਼ਨ ਸ਼ੁਰੂ ਹੋ ਜਾਂਦਾ ਖਾਣੇ ਦਾ, ਖਾਸ ਤਰ੍ਹਾਂ ਦੇ ਖਾਣੇ ਦਾ, ਜਿੱਦਾਂ ਕਿ ਤੁਸੀਂ ਕਹਿ ਰਹੇ ਹੋ ਗਲੂਟਨ ਦੀ ਗੱਲ ਕਰਦੇ ਹਾਂ। ਆਮ ਤੌਰ 'ਤੇ ਗਲੂਟਨ ਦਾ ਜਿਹੜਾ ਰਿਐਕਸ਼ਨ ਹੈ ਉਹ ਪੇਟ 'ਚ ਨਹੀਂ ਹੁੰਦਾ, ਕਿਉਂਕਿ ਪੇਟ 'ਚ ਐਸਿਡ ਹੁੰਦਾ ਹੈ ਜਿਹੜਾ ਕਿ ਉਹਨੂੰ ਬ੍ਰੇਕ ਡਾਊਨ ਕਰਨਾ ਚਾਹੁੰਦਾ ਹੈ ਔਰ ਕਰਨ 'ਚ ਕਾਮਯਾਬ ਹੁੰਦਾ ਹੈ। ਪਰ ਗਲੂਟਨ ਵਾਲੇ ਆਮ ਤੌਰ 'ਤੇ ਇਰੀਟੇਬਲ ਬਾਵਲ ਸਿੰਡਰੋਮ ਯਾਨੀ ਕਿ ਆਂਤੜੀ ਦੀ ਸ਼ਿਕਾਇਤਾਂ ਦੇ ਨਾਲ ਜ਼ਿਆਦਾ ਪੀੜਿਤ ਹੁੰਦੇ ਨੇ। ਬਾਵਲ ਹੈਬਿਟਸ ਉਹਨਾਂ ਦੀਆਂ ਡਿਸਟਰਬ ਹੁੰਦੀਆਂ, ਜਿਨ੍ਹਾਂ ਨੂੰ ਗਲੂਟਨ ਐਲਰਜੀ ਹੁੰਦੀ ਹੈ। ਅੱਛਾ। ਤਾਂ ਗਲੂਟਨ ਇੱਕ ਤਰ੍ਹਾਂ ਦਾ ਪ੍ਰੋਟੀਨ ਹੈ ਜਿਹੜਾ ਕਿ ਕਣਕ ਦੇ ਵਿੱਚ, ਵੀਟ ਦੇ ਵਿੱਚ ਪਾਇਆ ਜਾਂਦਾ ਹੈ। ਪਰ ਜੇ ਤੁਸੀਂ ਸੋਚਦੇ ਹੋ ਵੀ ਤੁਹਾਨੂੰ ਗਲੂਟਨ ਐਲਰਜੀ ਹੈ, ਤੁਹਾਡੇ ਡਾਕਟਰ ਸਾਹਿਬ ਨੇ ਤੁਹਾਨੂੰ ਦੱਸਿਆ ਹੋਇਆ, ਤਾਂ ਬ੍ਰੈਡ ਵੀ ਗਲੂਟਨ ਦੇ ਨਾਲ ਲੈਸ ਹੈ, ਉਹਦੇ ਵਿੱਚ ਵੀ ਬਹੁਤ ਸਾਰੀ ਹੈ, ਅਨਲੈਸ ਕਿ ਤੁਸੀਂ ਗਲੂਟਨ ਫ੍ਰੀ ਬ੍ਰੈਡ। ਹਾਂਜੀ, ਗਲੂਟਨ ਫ੍ਰੀ ਬ੍ਰੈਡ ਵੀ ਕਈ ਹਾਂਜੀ ਲੋਕ। ਮੈਂ ਗਲੂਟਨ ਫ੍ਰੀ ਤੇ ਆਲਮੋਸਟ 4 ਇਅਰ ਹੋ ਗਏ ਆ। ਦੈਟਸ ਗੁੱਡ। ਲਾਈਕ ਆਪਾਂ ਇੱਕ ਤਾਂ ਢਿੱਡ ਕਹਿੰਦੇ ਹੁੰਦੇ ਆਪਣਾ ਥੱਲਿਓਂ ਹੁੰਦਾ, ਉਹ ਨਹੀਂ ਹੈਗਾ ਇੰਨਾ ਜਿੰਨਾ ਮੇਰਾ ਉੱਪਰੋਂ ਜ਼ਿਆਦਾ, ਉਹ ਜ਼ਿਆਦਾ ਫੁੱਲਦਾ ਆ। ਲਾਈਕ ਜੇ ਉੱਪਰੋਂ ਫੁੱਲਦਾ ਹੈ ਤਾਂ ਇਹਦਾ ਮਤਲਬ ਇਹ ਹੈ ਕਿ ਕਈ ਸਾਰੇ ਰੀਜ਼ਨਸ ਹੋ ਸਕਦੇ ਹਨ। ਤੁਸੀਂ ਗੈਸ, ਐਸਿਡਿਟੀ, ਰੀਫਲਕਸ ਡਿਜ਼ੀਜ਼, ਫਲੈਚੂਲੈਂਸ, ਜਾਂ ਫਿਰ ਐਬਡੋਮੀਨਲ ਫੈਟ, ਜਿਹਨੂੰ ਅਸੀਂ ਸਬਕਿਊਟੇਨੀਅਸ ਫੈਟ ਕਹਿੰਦੇ ਹਾਂ ਸਾਡੀ ਡਾਕਟਰੀ ਭਾਸ਼ਾ ਦੇ ਵਿੱਚ, ਜਾਂ ਪੇਟ ਦੇ ਆਸ-ਪਾਸ ਜਮ੍ਹਾਂ ਹੋਣ ਵਾਲੀ ਚਰਬੀ। ਜੇ ਇਹ ਗੱਲ ਹੈ ਤਾਂ ਜਿਹੜੀ ਗੱਲ ਅਸੀਂ ਕਰ ਰਹੇ ਹਾਂ ਇੰਟਰਮਿਟੈਂਟ ਫਾਸਟਿੰਗ, ਇਨਸੂਲਿਨ ਰੈਜ਼ਿਸਟੈਂਸ, ਇਹਦੇ ਉੱਤੇ ਜ਼ਰੂਰ ਕੰਮ ਕਰੋ, ਕਿਉਂਕਿ ਪੇਟ ਦੇ ਉੱਤੇ ਜਿਹੜੀ ਚਰਬੀ ਹੈ ਉਹ ਜਮ੍ਹਾਂ ਉਹਨਾਂ ਲੋਕਾਂ 'ਚ ਹੀ ਹੁੰਦੀ ਹੈ ਜਿਨ੍ਹਾਂ ਨੂੰ ਇਨਸੂਲਿਨ ਰੈਜ਼ਿਸਟੈਂਸ ਹੁੰਦੀ ਹੈ। ਤਾਂ ਤੁਸੀਂ ਜਿਹੜੀ ਈਟਿੰਗ ਵਿੰਡੋ ਹੈ ਉਹਦੇ ਵਿੱਚੋਂ ਵੀ ਤੁਸੀਂ ਆਪਣੇ ਕਾਰਬੋਹਾਈਡਰੇਟਸ ਨੂੰ ਥੋੜ੍ਹੇ ਘਟਾਉਣ ਦੀ ਕੋਸ਼ਿਸ਼ ਕਰੋ। ਜਿਹੜੀ ਸਮੂਦੀ ਪੀਣੀ ਹੈ ਉਹਦੇ ਵਿੱਚ ਫਰੂਟ ਘੱਟ ਪਾਓ, ਉਹਨੂੰ ਵੈਜੀਟੇਬਲ ਸਮੂਦੀ ਤਬਦੀਲ ਕਰ ਦਿਓ। ਸ਼ੂਗਰ ਵਾਲੀਆਂ ਚੀਜ਼ਾਂ ਬਿਲਕੁਲ ਘੱਟ ਕਰ ਦਿਓ। ਸਿੰਪਲ ਕਾਰਬੋਹਾਈਡਰੇਟਸ ਯਾਨੀ ਕਿ ਜਿਹੜੇ ਖਾਣਿਆਂ ਦੇ ਵਿੱਚੋਂ ਅਚਾਨਕ ਸ਼ੂਗਰ ਨਿਕਲਦੀ ਹੈ ਉਹਨਾਂ ਨੂੰ ਰਿਸਟ੍ਰਿਕਟ ਕਰੋ। ਕੰਪਲੈਕਸ ਕਾਰਬੋਹਾਈਡਰੇਟਸ ਵੱਲ ਜਾਓ। ਜੀ ਡਾਕਟਰ ਜਸਲ, ਸਮੂਦੀ ਦੀ ਜਿਹੜੀ ਗੱਲ ਹੈ ਇਹ ਵੀ ਸਾਡੇ ਮਨ ਦੇ ਵਿੱਚ ਬਹੁਤ ਸਾਰੇ ਭੁਲੇਖੇ ਹੈਗੇ ਆ, ਮੈਂ ਉਹ ਵੀ ਗੱਲ ਕਰਨਾ ਚਾਹੁੰਦੀ ਹਾਂ। ਡਾਕਟਰ ਜਸਲ, ਅਗਲੀ ਗੱਲ ਮੈਂ ਛੇੜਨ ਤੋਂ ਪਹਿਲਾਂ ਕੁਝ ਲਿਸਨਰਸ ਦੀਆਂ ਹੀ ਕਾਲਸ ਲੈਣਾ ਚਾਹੁੰਦੀ ਹਾਂ। ਪਰਮਜੀਤ ਸਿੱਧੂ ਜੀ। ਜੀ ਪਰਮਜੀਤ ਜੀ, ਤੁਸੀਂ ਆਉਣੇ ਹੋ? ਹਾਂਜੀ ਹਾਂਜੀ, ਸਤਿ ਸ੍ਰੀ ਅਕਾਲ ਜੀ। ਨਵਜੋਤ ਕੌਰ ਢਿੱਲੋਂ ਤੇ ਡਾਕਟਰ ਸਾਹਿਬ ਡਾਕਟਰ ਜਸਲੋਂ ਜੀ, ਮੈਂ ਤੁਹਾਡੇ ਪ੍ਰੋਗਰਾਮ 'ਚ ਪਹਿਲੀ ਵਾਰੀ ਕਾਲ ਕਰਨ ਲੱਗਿਆ। ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਹਾਂਜੀ, ਬਹੁਤ ਵਧੀਆ ਜੀ। ਮੈਂ ਜਿਹੜਾ ਸਿਹਤ ਦਾ ਟੌਪਿਕ ਹੈ ਨਾ, ਵਿਸ਼ਾ ਹੈ ਬਹੁਤ, ਮੈਂ ਇਹਨੂੰ ਵਧੀਆ ਸਮਝਦਾ, ਵਧੀਆ ਹਰੇਕ ਵਾਸਤੇ ਹੀ। ਡਾਕਟਰ ਸਾਹਿਬ ਨੂੰ ਮੇਰਾ ਸਵਾਲ ਹੈ ਵੀ ਮੇਰੇ ਨਾ 3-4, ਮੈਂ ਹਮੇਸ਼ਾ ਹੀ ਆਪਦੀ ਸਿਹਤ ਵਾਸਤੇ ਬਹੁਤ ਫਿਕਰਮੰਦ ਰਿਹਾ, ਤੇ ਮੈਂ 3-4 ਸਾਲ ਪਹਿਲਾਂ ਮੇਰੇ ਆਪਣੇ ਟ੍ਰਾਈਗਲਿਸਰਾਈਡ ਵੱਧ ਗਏ ਤੇ ਬਲੱਡ ਪ੍ਰੈਸ਼ਰ ਵੀ ਥੋੜ੍ਹਾ ਜਿਹਾ ਵੱਧ ਗਿਆ ਸੀਗਾ। ਤੇ ਮੈਂ ਉੱਦਾਂ ਹੀ ਜਦੋਂ ਮੈਨੂੰ ਪਤਾ ਲੱਗ ਜੇ, ਫਿਰ ਮੈਂ ਪੂਰੀ ਕੋਸ਼ਿਸ਼ ਕਰਦਾ ਹੁੰਦਾ ਵੀ ਇਹ ਮੈਂ ਹੁਣ ਟ੍ਰਾਈਗਲਿਸਰਾਈਡ ਘਟਾਉਣੇ ਆ ਤੇ ਦਵਾਈ ਬੰਦ ਕਰਨੀ ਆ, ਡਾਕਟਰ ਦੀ ਸਲਾਹ ਨਾਲ, ਮੈਂ ਆਪਦੀ ਸਲਾਹ ਨਾਲ ਨਹੀਂ ਨਾ। ਤੇ ਮੈਂ ਉਦੋਂ ਤੋਂ ਮਤਲਬ ਉੱਧਰ ਕੁਝ ਖਾਣਾ ਘੱਟ ਕੀਤਾ ਜਾਵੇ ਨਾ, ਦੂਜਾ ਉਹ ਜਿਹੜਾ ਸੀਗਾ ਲੋ ਕਾਰਬ ਤੇ ਹਾਈ ਫੈਟ ਫੂਡ, ਉਹ ਖਾਣਾ ਸ਼ੁਰੂ ਕੀਤਾ। ਤੇ ਮੈਨੂੰ ਲੱਗਦਾ ਮੈਂ 3-4 ਮਹੀਨਿਆਂ ਦੇ ਵਿੱਚ ਹੀ 15 ਪਾਊਂਡ, ਮੇਰਾ 150 ਸੀ, ਵੇਟ ਵਾਲਾ ਵੀ ਨਹੀਂ ਸੀ ਕੋਈ, 150 ਪਾਊਂਡ ਸੀ ਤੇ 135 ਕਰ ਲਿਆ ਸੀ ਮੈਂ। ਤੇ ਜਦੋਂ 135 ਹੋ ਗਿਆ ਤੇ ਫਿਰ ਮੈਂ ਡਾਕਟਰ ਸਾਹਿਬ ਕੋਲੇ ਗਿਆ, ਉਹਨਾਂ ਨੇ ਮੇਰੇ ਬਲੱਡ ਟੈਸਟ ਕਰਾਉਣ ਤੋਂ ਬਾਅਦ ਮੇਰੇ ਜਿਹੜੇ ਟ੍ਰਾਈਗਲਿਸਰਾਈਡ ਘਟ ਗਏ ਤੇ ਮਤਲਬ ਹਟ ਹੀ ਗਏ, ਤੇ ਉਹਨਾਂ ਨੇ ਦਵਾਈ ਬੰਦ ਕਰਤੀ। ਤੇ ਉਦੋਂ ਫਿਰ ਮੈਂ ਬਾਅਦ 'ਚ ਯਾਨੀ ਉਹਨਾਂ ਸਟ੍ਰਿਕਟ ਨਹੀਂ ਮੈਂ ਰਿਹਾ, ਮੈਂ ਥੋੜ੍ਹਾ ਫਿਰ ਦੂਜਾ ਕਾਰਬ ਹੈ ਜਿਹੜਾ ਉਹ ਖਾਣ ਲੱਗ ਗਿਆ। ਜਿਵੇਂ ਮੈਂ ਹਫ਼ਤੇ 'ਚ 2 ਡੰਗ ਰੋਟੀ ਖਾਂਦਾ, ਇੱਕ ਬਸ 2 ਡੰਗ ਹੀ ਪਰੌਠਾ ਖਾਂਦਾ, ਤੇ ਬਾਕੀ ਮੈਂ ਦੂਜੀ ਡਾਈਟ ਹੀ ਖਾਂਦਾ, ਆਪਣੇ ਵੈਜੀਟੇਬਲ ਤੇ ਜਿਵੇਂ ਡਰਾਈ ਫਰੂਟ ਤੇ ਇਹੋ ਜਿਹਾ ਕੁਛ ਹੀ ਖਾਂਦਾ, ਤੇ ਜਾਂ ਫਿਸ਼ ਫੂਸ਼ ਜਾਂ ਚਿਕਨ। ਤੇ ਮੇਰਾ ਹੁਣ 140 ਪਾਊਂਡ ਹੈ, ਤੇ ਮੈਂ ਆਪਣੇ BMI ਵੀ ਮੈਂ ਦੇਖਦਾ ਹੁੰਦਾ, ਮੇਰੀ BMI ਹੈਗੀ ਆ ਆਪਣੇ 18 ਤੋਂ 25 ਹੁੰਦੀ ਹੈ, ਤੇ ਮੇਰੀ ਹੈਗੀ ਆ 22.5 ਹੈ। ਤੇ ਇਹ ਡਾਕਟਰ ਸਾਹਿਬ ਨੂੰ ਮੈਂ ਸਵਾਲ ਪੁੱਛਣਾ ਚਾਹੁੰਦਾ ਵੀ ਮੈਨੂੰ ਤਾਂ ਨਹੀਂ ਇਹ ਜਿਹੜੀ ਇੰਟਰਮੀਟੈਂਟ ਫਾਸਟਿੰਗ ਕਰਨ ਦੀ ਲੋੜ, ਜਾਂ ਮੈਨੂੰ ਕੁਛ ਕਰਨ ਦੀ ਲੋੜ ਕੋਈ? ਮੈਂ 66 ਈਅਰ ਓਲਡ ਹਾਂ ਆਲਮੋਸਟ, ਤੇ ਮੈਨੂੰ ਕੋਈ ਲੋੜ ਹੈ ਇਹਨਾਂ ਚੀਜ਼ਾਂ ਦੀ ਕਿ ਨਹੀਂ ਲੋੜ? ਡਾਕਟਰ ਸਾਹਿਬ ਇਹਦੇ ਬਾਰੇ ਜ਼ਰੂਰ। ਜੀ ਡਾਕਟਰ ਜਸਲ ਜੀ ਪਰਮਜੀਤ ਜੀ, 66 ਤੇ ਤੁਸੀਂ ਇੰਨੇ ਕੁ ਅਵੇਅਰ ਹੋ ਔਰ ਕੰਮ ਕਰ ਰਹੇ ਹੋ ਆਪਣੀ ਸਿਹਤ 'ਤੇ, ਪਹਿਲੀ ਗੱਲ ਤਾਂ ਉਹਦੇ ਲਈ ਬਹੁਤ ਬਹੁਤ ਮੁਬਾਰਕਬਾਦ। ਆਈ ਐਮ ਹੈਪੀ ਕਿ ਮੈਂ ਕਿਸੇ ਸੈਲਫ ਮੋਟੀਵੇਟਿਡ ਇੰਡੀਵਿਜੂਅਲ ਨਾਲ ਗੱਲ ਕਰ ਰਿਹਾ ਜਿਹੜਾ ਕਿ ਆਪਣੀ ਹੈਲਥ 'ਤੇ ਕੰਮ ਕਰਨਾ ਚਾਹੁੰਦਾ। ਔਰ ਜੇ ਤੁਹਾਡਾ ਇੰਟਰਮੀਟੈਂਟ ਫਾਸਟਿੰਗ ਇੱਕ ਤਰੀਕਾ ਹੈ, ਇੱਕ ਸਿਸਟਮ ਹੈ ਆਪਣੇ ਰਿਜ਼ਲਟਸ ਨੂੰ
ਅਚੀਵ ਕਰਨ ਦਾ ਔਰ ਮੇਨਟੇਨ ਕਰਨ ਦਾ। ਪਰ ਜ਼ਰੂਰੀ ਨਹੀਂ ਹੈ, ਤੁਹਾਡੇ ਲਈ ਤਾਂ ਬਿਲਕੁਲ ਵੀ ਜ਼ਰੂਰੀ ਨਹੀਂ ਅਗਰ ਤੁਹਾਡਾ BMI ਇੰਨਾ ਚੰਗਾ ਆ ਜੀ। ਸੋ BMI ਨੂੰ ਮੇਨਟੇਨ ਕਰਨ ਦੀ ਕੋਸ਼ਿਸ਼ ਕਰੋ। ਜੋ ਤੁਸੀਂ ਕਰ ਰਹੇ ਹੋ ਉਹ ਚੰਗਾ ਕਰ ਰਹੇ ਹੋ, ਜੋ ਤੁਸੀਂ ਪਹਿਲਾਂ ਕੀਤਾ ਉਹ ਵੀ ਠੀਕ ਕੀਤਾ। ਟ੍ਰਾਈਗਲਿਸਰਾਈਡਸ ਦੇ ਬਾਰੇ ਦੱਸੂਗਾ ਕਿ ਟ੍ਰਾਈਗਲਿਸਰਾਈਡਸ ਕਾਰਬੋਹਾਈਡਰੇਟ, ਸਿੰਪਲ ਕਾਰਬੋਹਾਈਡਰੇਟਸ ਔਰ ਫੈਟਸ, ਇਹ ਦੋਨੋਂ ਸਾਡੀ ਡਾਈਟ ਦੇ ਵਿੱਚ ਅਗਰ ਜ਼ਿਆਦਾ ਹੋਣਗੇ, ਸਰਪਲਸ ਕੈਲਰੀਜ਼ ਹੋਣਗੀਆਂ, ਤਾਂ ਸਭ ਤੋਂ ਪਹਿਲਾਂ ਟ੍ਰਾਈਗਲਿਸਰਾਈਡ ਹੀ ਬਣਨਗੇ। ਪਰ ਇਹਨਾਂ ਨੇ ਕੀਟੋ ਡਾਈਟ ਟਰਾਈ ਕੀਤੀ ਆ? ਇਹਨਾਂ ਨੇ ਮੋਰ ਔਰ ਲੈਸ ਕੀਟੋ ਦੇ ਵੱਲ ਗਏ ਨੇ ਜੀ। ਫੈਟ ਜ਼ਿਆਦਾ ਕੀਤਾ ਤੇ ਕਾਰਬ ਬਿਲਕੁਲ ਪਰ ਘਟਾਇਆ, ਤਾਂ ਵੀ ਇਹਨਾਂ ਦਾ ਨੰਬਰ ਡਾਊਨ ਆ ਗਿਆ। ਨੰਬਰ ਡਾਊਨ ਆ ਗਿਆ ਕਿਉਂਕਿ ਹਾਂਜੀ ਟ੍ਰਾਈਗਲਿਸਰਾਈਡ। ਪਰ ਹੈਲੋ, ਹਾਂਜੀ ਮੈਂ ਆਉਣਾ ਜੀ ਜੀ, ਮੈਂ ਔਨ 에ਅਰ ਹਾਂ ਜੀ। ਹਾਂਜੀ ਹਾਂਜੀ। ਹਾਂਜੀ ਮੈਂ ਨਾਲ ਦੀ ਨਾਲ ਮੈਂ ਇਹ ਵੀ ਦੱਸਣਾ ਚਾਹਾਂ ਵੀ ਮੈਂ ਜਦੋਂ ਦਾ ਵੀ ਮੈਂ ਆਪਣੇ PAU ਚੋਂ ਮੈਂ 41 ਚ ਮੈਂ ਵੈਟਰਨਰੀਅਨ ਬਣਿਆ ਤੇ ਮੈਂ ਉਦੋਂ ਪਹਿਲਾਂ ਹੀ ਮੈਂ ਉੱਥੇ ਭੰਗੜਾ ਪਾਉਂਦਾ ਸੀ ਯੂਨੀਵਰਸਿਟੀ ਦੇ ਵਿੱਚ। ਅੱਛਾ, ਤੇ ਐਕਟਿਵ ਮੈਂ ਰਹਿੰਦੇ ਉਦੋਂ ਆ? ਤੋਂ ਹੀ ਮੇਰਾ ਭਾਰ ਵੱਧਦਾ ਸੀ ਤੇ ਮੈਂ ਜਾਣੀ ਉਦੋਂ ਤੋਂ ਹੀ PAU ਦੀ ਜਿਹੜੀ ਮੈਸੇਜ ਸੀ ਨਾ ਉਹਦੇ 'ਚ ਵੀ ਮੈਂ ਥੋੜ੍ਹੇ ਜਿਹੇ ਪਰੌਠੇ ਵਗੈਰਾ ਘੱਟ ਤੇ ਉਦੋਂ ਮੈਂ ਉਹਦੀ ਥਾਂ ਤੇ ਆਂਡਾ ਜਾਂ ਕੋਈ ਮਿਲਕ ਦੁੱਧ ਪੀਣਾ ਜਾਂ ਮੈਂ ਉਦੋਂ ਤੋਂ ਹੀ। ਬਹੁਤ ਵਧੀਆ ਗੱਲ ਉਹਦੇ ਹੈ। ਵਾਸਤੇ ਤੁਹਾਨੂੰ ਜਿਹੜੇ ਆਪਣੇ ਸਟੈਮਿਨਾ ਦੀ ਲੋੜ ਆ ਭੰਗੜੇ ਵਾਸਤੇ ਤੁਹਾਨੂੰ ਪਤਾ। ਤੇ ਮੈਂ ਉਦੋਂ ਤੋਂ ਹੀ ਮਤਲਬ ਮੈਂ ਆਲਮੋਸਟ 45-46 ਸਾਲ ਹੋ ਗਏ ਤੇ ਮੈਂ ਵਾਕ ਵੀ ਕਰਦਾ ਸੀਗਾ ਤੇ ਮੈਂ ਭਾਰ ਨੂੰ ਮੇਨਟੇਨ ਰੱਖਣ ਦੀ ਮੈਨੂੰ ਜਦੋਂ ਵੀ ਮੈਨੂੰ ਜਾਣੀ ਆਪਦਾ ਢਿੱਡ ਪੈਂਟ ਤੋਂ ਬਾਹਰ ਆਉਂਦਾ ਲੱਗਦਾ ਤੇ ਮੈਨੂੰ ਆਪਣੇ ਆਪ ਨੂੰ ਸ਼ਰਮ ਜੀ ਮਹਿਸੂਸ ਹੁੰਦੀ ਸੀ। ਤੇ ਜਾਂ ਜਦੋਂ ਵਿਆਹ ਜਾਣਾ ਹੁੰਦਾ ਸੀ ਉਦੋਂ ਪਹਿਲਾਂ ਤਾਂ ਖਾਸ ਤੌਰ ਤੇ ਮੈਂ ਥੋੜੇ ਦਿਨ ਪਹਿਲਾਂ ਤਾਂ ਮਤਲਬ ਚੰਗੀ ਹੋਈ ਵੀ ਮੈਂ ਉੱਥੇ ਵਧੀਆ ਆਪਦਾ ਜੀ ਪਰਮਜੀਤ ਜੀ, ਤੇ ਮੈਂ ਸ਼ੁਕਰੀਆ, ਤੁਸੀਂ ਐਕਸਪੀਰੀਅੰਸ ਆਪਣਾ ਪਰਸਨਲ ਐਕਸਪੀਰੀਅੰਸ ਇੰਨਾ ਖੁੱਲ੍ਹ ਕੇ ਸ਼ੇਅਰ ਕੀਤਾ, ਧੰਨਵਾਦ ਤੁਹਾਡਾ। ਸੋ ਇਹਨਾਂ ਦਾ ਜਿਹੜਾ ਸਵਾਲ ਦਾ ਜਵਾਬ ਆਪਾਂ ਆਲਮੋਸਟ ਦੇ ਚੁੱਕੇ ਹਾਂ। ਤੁਸੀਂ ਕਹਿ ਰਹੇ ਹੋ ਕਿ ਇੰਟਰਮਿਟੈਂਟ ਫਾਸਟਿੰਗ ਦੀ ਇਹਨਾਂ ਨੂੰ ਬਹੁਤੀ ਕੋਸ਼ਿਸ਼ ਕਰਨ ਦੀ ਜ਼ਰੂਰਤ ਨਹੀਂ ਹੈ, ਜੋ ਕਰ ਰਹੇ ਆ ਉਹ ਠੀਕ ਕਰ ਰਹੇ ਆ। ਆਲ ਗੁੱਡ। ਅਗਲੇ ਲਿਸਨਰ ਨੇ ਸ਼ਰਨ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸ਼ਰਨ। ਮੇਰਾ ਇੱਕ ਤੇ ਸਵਾਲ ਹੈ ਤੇ ਇੱਕ ਮੈਂ ਥੈਂਕ ਯੂ ਵੀ ਕਹਿਣਾ ਚਾਹੁੰਦਾ ਡਾਕਟਰ ਸਾਹਿਬ ਨੂੰ ਕਿ ਉਹ ਜਿਹੜੀ ਉਹਨਾਂ ਨੇ ਗੱਲ ਇਨਸੂਲਿਨ ਚਾਬੀ ਤੇ ਕੁੰਜੀ ਵਾਲੀ ਸਮਝਾਈ। ਅਸਲ ਦੇ ਵਿੱਚ ਮੈਂ ਆਪਣਾ ਖੁਦ ਦਾ 8-9 ਕਿਲੋ weight ਘੱਟ ਕੀਤਾ ਹੈ। ਮੈਨੂੰ ਪਤਾ ਨਹੀਂ ਇਹ ਚੀਜ਼ ਕਿੱਦਾਂ ਕੰਮ ਕਰਦੀ ਆ ਤੇ ਉਹ ਹੁਣ ਮੈਨੂੰ ਸਮਝ ਲੱਗੀ ਵੀ ਇਹ ਚੀਜ਼ ਇਦਾਂ ਕੰਮ ਕੀਤੀ ਤੇ ਤਾਂ ਮੇਰਾ weight ਘਟਿਆ। ਮੈਂ ਐਕਚੁਅਲੀ 2 ਚੀਜ਼ਾਂ ਕੱਟੀਆਂ ਸੀਗੀਆਂ ਆਪਣੀ ਡਾਈਟ ਚੋਂ, ਹੋਰ ਕੁਝ ਨਹੀਂ ਕੀਤਾ, ਖਾਸ ਐਕਸਰਸਾਈਜ਼ ਵੀ ਨਹੀਂ ਕੀਤੀ। ਇੱਕ ਤੇ ਮੈਂ ਆਪਣੀ ਡਾਈਟ ਨੂੰ ਲੈ ਕੇ ਇੰਨਾ ਸਟ੍ਰਿਕਟ ਹੋਇਆ ਹੈ ਕਿ ਜਦੋਂ ਮੈਂ ਮੀਲ ਲੈਣੀ ਆ ਉਦੋਂ ਮੀਲ ਲੈਣੀ ਆ, ਉਹਦੇ ਵਿੱਚ ਇੱਕ ਕੈਂਡੀ ਤੱਕ ਵੀ ਨਹੀਂ ਖਾਣੀ ਜਾਂ ਕੁਝ ਵੀ ਨਹੀਂ ਖਾਣਾ। ਸਟ੍ਰਿਕਟ ਉਸ ਚੀਜ਼ ਨੂੰ ਸਟ੍ਰਿਕਟਨੈਸ ਦੇ ਵਿੱਚ ਲਿਆ। ਤੇ ਦੂਜਾ ਮੈਂ ਕੋਈ ਵੀ ਜਿਹੜੀ ਸੌਫਟ ਡਰਿੰਕ ਆ ਉਹ ਮੈਂ ਕੋਈ ਨਹੀਂ ਲਈ। ਠੀਕ ਹੈ ਜੀ, ਉਹਦੇ ਨਾਲ ਮੇਰਾ 7-8 ਕਿਲੋ ਦਾ weight ਦਾ ਫਰਕ ਪੈ ਗਿਆ। ਠੀਕ ਹੈ ਜੀ। ਦੂਜੀ ਗੱਲ, ਮੇਰਾ ਸਵਾਲ ਇਹ ਆ ਕਿ ਮੈਂ ਸੁਣਿਆ ਸੀਗਾ ਕਿ ਇੱਕ ਹੁੰਦਾ ਮਸਲ weight ਤੇ ਇੱਕ ਹੁੰਦਾ ਜਿਹੜਾ ਚਰਬੀ ਵਾਲਾ weight। ਇਹਨਾਂ ਦੋਵਾਂ 'ਚ ਕੋਈ ਫਰਕ ਹੁੰਦਾ? ਕਿਉਂਕਿ ਕਈ ਲੋਕ ਆਪਾਂ ਵੇਖਦੇ ਆ, ਮੈਂ ਪਰਸਨਲੀ ਕੁਝ ਲੋਕ ਦੇਖੇ ਜਿਹੜੇ ਵੇਖਣ ਨੂੰ ਉਹਨਾਂ ਦਾ ਉਹ ਹੁੰਦੇ ਪਤਲੇ ਜਿਹੇ ਪਰ ਉਹਨਾਂ ਦਾ weight ਕਾਫੀ ਹੁੰਦਾ ਹੈ, ਤੇ ਕੁਝ ਲੋਕ ਹੁੰਦੇ ਆ ਉਹ ਵੇਖਣ ਨੂੰ ਮੋਟੇ ਲੱਗਦੇ ਪਰ ਉਹਨਾਂ ਦਾ weight ਇੰਨਾ ਜ਼ਿਆਦਾ ਨਹੀਂ ਹੁੰਦਾ ਐਜ਼ ਕੰਪੇਅਰ ਟੂ the same person ਜਿਹਦਾ weight ਜ਼ਿਆਦਾ ਹੋਵੇ। ਜੀ, ਵੈਰੀ ਗੁੱਡ ਕੁਐਸਚਨ ਸ਼ਰਨ ਜੀ, ਇੰਟੈਲੀਜੈਂਟ ਕੁਐਸਚਨ। ਸੋ ਉਹਦੇ ਵਿੱਚ ਕੀ ਹੈ ਕਿ ਸਾਡੀ ਬਾਡੀ 3 ਤਰ੍ਹਾਂ ਦੀ ਆਮ ਤੌਰ 'ਤੇ ਕਲਾਸੀਫਾਈ ਹੁੰਦੀ ਹੈ, ਮੀਜ਼ੋਮੋਰਫ, ਐਂਡੋਮੋਰਫ, ਐਗਜ਼ੋਮੋਰਫ। ਜਾਂ ਫਿਰ ਅਸੀਂ ਕਹੀਏ ਕਿ ਕਿਸੇ ਦੀ ਬ੍ਰੌਡ ਬੋਨ ਹੁੰਦੀ ਹੈ, ਚੌੜੀ ਹੱਡੀ ਵਾਲੇ ਲੋਕ ਹੁੰਦੇ, ਉਹਨਾਂ ਦੀ ਬਾਡੀ ਨੂੰ ਅਸੀਂ ਸਟਾਊਟ ਬਾਡੀ ਕਹਿੰਦੇ ਹਾਂ, ਗਠੀਲਾ ਸਰੀਰ ਕਹਿੰਦੇ ਹਾਂ ਜੀ। ਉਹ ਲੋਕ ਜਿਨ੍ਹਾਂ ਦੀ ਹੱਡੀਆਂ ਹੀ ਚੌੜੀਆਂ ਨੇ, ਕਲਾਈ ਤੋਂ ਪਤਾ ਲੱਗਦਾ ਆਮ ਤੌਰ 'ਤੇ ਕਲਾਈ ਕਿੰਨੀ ਚੌੜੀ ਹੈ ਔਰ ਕਿੰਨੀ ਪਤਲੀ ਹੈ। ਤਾਂ ਜਿਨ੍ਹਾਂ ਦੀਆਂ ਹੱਡੀਆਂ ਚੌੜੀਆਂ ਨੇ ਉਹਨਾਂ ਦੇ ਵਿੱਚ ਮਸਲ ਮਾਸ ਜ਼ਿਆਦਾ ਹੋਏਗਾ। ਉਹਨਾਂ ਦੇ ਵਿੱਚ ਮਸਲ ਮਾਸ ਜ਼ਿਆਦਾ ਹੋਣ ਕਰਕੇ ਅਸੀਂ ਉਹਨਾਂ ਨੂੰ ਕਹਾਂਗੇ ਲੀਨ ਬਾਡੀ ਮਾਸ ਜ਼ਿਆਦਾ ਹੋਏਗਾ। ਲੀਨ ਬਾਡੀ ਇਜ਼ ਮਸਲ ਵਿਦਆਊਟ ਫੈਟ weight ਜੀ। ਜਿਹੜਾ ਅਸੀਂ ਮਸ਼ੀਨ 'ਤੇ ਨਾਪਦੇ ਹਾਂ ਉਹ ਅਸੀਂ ਟੋਟਲ ਆਪਣੀ ਬਾਡੀ ਦਾ weight ਨਾਪਦੇ ਹਾਂ। ਪਰ ਉਹਦੇ ਵਿੱਚ ਕਈ ਚੀਜ਼ਾਂ ਨੇ ਜਿਹੜੀਆਂ ਕਿ ਉਹ ਵਜ਼ਨ ਨੂੰ ਬਣਾਇਆ ਜਿਨ੍ਹਾਂ ਨੇ, ਉਹਨਾਂ ਦੇ ਵਿੱਚ ਜਿਹੜੀ ਵੇਰੀਏਬਲ ਚੀਜ਼ ਹੈ ਉਹ ਮਸਲ ਮਾਸ ਹੈ, ਜਿਹੜੀ ਵੇਰੀ ਕਰ ਸਕਦੀ ਹੈ, ਘੱਟ ਵੱਧ ਹੋ ਸਕਦੀ ਹੈ। ਉਹ ਹੈ ਫੈਟ ਮਾਸ, ਫੈਟ ਦੀ ਪਰਸੈਂਟੇਜ ਦੇ ਮੁਤਾਬਕ ਕਿ ਕਿੰਨੀ ਚਰਬੀ ਸਾਡੇ ਸਰੀਰ 'ਚ ਜਮ੍ਹਾਂ ਹੋਈ ਹੈ। ਜਾਂ ਫਿਰ ਵਾਟਰ ਬਹੁਤ ਵੱਡਾ ਵੇਰੀਏਬਲ ਹੈ। ਤੁਸੀਂ ਦੇਖੋਗੇ ਫੀਮੇਲਸ ਦੇ ਵਿੱਚ 1 ਮਹੀਨੇ ਦੇ ਵਿੱਚ ਹੀ ਵਾਟਰ ਗੇਨਿੰਗ ਟੈਂਡੈਂਸੀ, ਵਾਟਰ ਲੂਜ਼ਿੰਗ ਟੈਂਡੈਂਸੀ ਡਿਪੈਂਡਿੰਗ ਅਪੋਨ ਦੇਅਰ ਸਾਈਕਲਸ ਜੀ ਕਿੰਨੀ ਵੇਰੀ ਕਰਦੀ ਬਿਕੋਜ਼ ਆਫ ਹਾਰਮੋਨਸ, ਰਾਈਟ। ਮੈਨ ਦੇ ਵਿੱਚ ਜ਼ਿਆਦਾ ਨਹੀਂ ਮੈਟਰ ਕਰਦਾ ਵਾਟਰ ਮਾਸ। ਜਿਨ੍ਹਾਂ ਨੂੰ ਕੋਈ ਬਿਮਾਰੀ ਨਾ ਹੋਵੇ, ਚਾਹੇ ਉਹ ਕਿਡਨੀ ਦੀ ਹੋਵੇ, ਚਾਹੇ ਉਹ ਵਾਟਰ ਰਿਟੈਂਸ਼ਨ ਦੀ ਹੋਵੇ, ਬਲੱਡ ਪ੍ਰੈਸ਼ਰ ਦੀ ਹੋਵੇ, ਹਾਰਟ ਫੇਲੀਅਰ ਹੋਵੇ, ਜਿਹੜੀ ਐਡਵਾਂਸ ਸਟੇਜ ਦੇ ਵਿੱਚ ਹੁੰਦੀਆਂ ਨੇ। ਬਟ ਜਿਹੜਾ ਤੁਸੀਂ ਗੱਲ ਕੀਤੀ ਹੈ ਕਿ ਕੁਝ ਲੋਕ ਪਤਲੇ ਲੱਗਦੇ ਨੇ ਔਰ ਕੁਝ ਲੋਕ ਫੁਲਾਵਟ ਵਾਲੇ ਹੁੰਦੇ ਨੇ, ਇਹ ਸਾਡੀ ਬਾਡੀ ਦੀ ਬਣਾਵਟ ਹੈ। ਮੈਂ ਤਾਂ ਇੰਟੈਗਰੇਟਿਵ ਮੈਡੀਸਿਨ ਪ੍ਰੈਕਟਿਸ ਕਰਦਾ। ਆਯੁਰਵੇਦ ਦੇ ਵਿੱਚ ਇਹਨਾਂ ਨੂੰ ਵਾਯੂ, ਪਿੱਤ ਅਤੇ ਕਫ ਦੇ ਵਿੱਚ ਕਲਾਸੀਫਾਈ ਕੀਤਾ। ਮੈਂ ਹੁਣੀ ਕਹਿ ਰਿਹਾ ਸੀਗਾ ਕਿ ਉਸ ਜ਼ਮਾਨੇ 'ਚ ਵੀ ਪਤਾ ਸੀ ਐਂਡੋਮੋਰਫ, ਐਕਟੋਮੋਰਫ, ਐਗਜ਼ੋਮੋਰਫ ਤਾਂ ਸਾਨੂੰ ਅੱਜ ਪਤਾ ਲੱਗਾ। ਉਦੋਂ ਵੀ ਪਤਾ ਸੀ ਕਿ ਇਹ ਬੰਦਾ ਜਿਹੜਾ ਵਾਯੂ ਵਾਲਾ ਬੰਦਾ ਹੈ ਇਹ ਹਵਾ ਦੀ ਤਰ੍ਹਾਂ ਹਲਕਾ ਪਤਲਾ ਹੋਏਗਾ
ਔਰ ਇਹ ਬੰਦਾ ਪਿੱਤ ਵਾਲਾ ਬੰਦਾ ਹੈ, ਜਿਹੜੀ ਸਰੀਰ ਗਰਮ ਹੈ, ਸਰੀਰ 'ਚ ਗਰਮੀ ਰਹਿੰਦੀ ਹੈ, ਮੂੰਹ ਤੇ ਲਾਲੀ ਰਹਿੰਦੀ ਹੈ, ਕੰਨਾਂ 'ਚੋਂ ਸੇਕ ਨਿਕਲਦਾ ਰਹਿੰਦਾ ਹੈ, ਪੇਟ ਦੇ ਵਿੱਚ ਜਠਰਾਗਨੀ ਯਾਨੀ ਕਿ ਡਾਈਜੈਸਟਿਵ ਫਾਇਰ ਇੰਨੀ ਤੇਜ਼ ਹੈ, ਇੱਟ ਪੱਥਰ ਵੀ ਕਹਿੰਦੇ ਹਜ਼ਮ ਹੈ, ਉਹ ਪਿੱਤ ਦੇ ਉਹਦੇ ਆਲਾ ਹੋਏਗਾ। ਔਰ ਜਿਹੜਾ ਕਫਜ ਹੈ ਉਹ ਵਿਚਾਰਾ ਕੁਝ ਖਾਂਦਾ ਨਹੀਂ, ਕੁਝ ਪੀਂਦਾ ਨਹੀਂ, ਉਹ ਫਿਰ ਵੀ ਮੋਟਾ ਹੋਈ ਜਾਏਗਾ। ਇਹ ਉਦੋਂ ਵੀ ਕਲਾਸੀਫਿਕੇਸ਼ਨ ਸੀਗੀ ਸਾਡੀ ਬਾਡੀ ਦੀ ਟਾਈਪਸ ਦੇ ਨਾਲ। ਸਾਨੂੰ ਸਿਰਫ ਉਸ ਸਾਇੰਸ ਨੂੰ ਇੰਟਰਪ੍ਰੈਟ ਕਰਨ ਦੀ ਲੋੜ ਹੈ ਔਰ ਉਹਦੇ ਮੁਤਾਬਕ ਆਪਣਾ ਆਹਾਰ ਵਿਹਾਰ ਜਾਂ ਜੀਣ ਦਾ ਤਰੀਕਾ ਬਦਲਣ ਦੀ ਲੋੜ ਹੈ, ਮੋਡੀਫਾਈ ਕਰਨ ਦੀ ਲੋੜ ਹੈ। ਆਈ ਹੋਪ ਸਮਾਂ ਆਪਣੇ ਕੋਲ ਬਹੁਤ ਥੋੜ੍ਹਾ ਬਾਕੀ ਬਚਿਆ। ਇੱਕ ਕਾਲਰ ਮੈਂ ਹੋਰ ਲੈ ਰਹੀ ਹਾਂ, ਬਾਕੀ ਕਾਲਰਸ ਕੋਲੋਂ ਮਾਫੀ ਚਾਹੁੰਦੀ ਹਾਂ। ਅਮਨ ਜੀ। ਸਤਿ ਸ਼੍ਰੀ ਅਕਾਲ ਨਵਜੋਤ ਜੀ। ਸਤਿ ਸ਼੍ਰੀ ਅਕਾਲ ਅਮਨ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਜੀ ਸਰ, ਐਕਚੁਅਲੀ ਮੇਰਾ ਕੁਐਸਚਨ ਸੀਗਾ ਇੱਕ, ਯੂਜ਼ਲੀ ਮੈਂ ਮੰਡੇ ਔਰ ਫਰਾਈਡੇ 2 ਦਿਨ ਇੰਟਰਮੀਡੀਏਟ ਫਾਸਟਿੰਗ ਕਰਦਾ। ਸੋ ਬੇਸਿਕਲੀ ਮੈਂ ਆਪ ਇੱਕ ਫਿਟਨੈਸ ਟ੍ਰੇਨਰ ਆ। ਮੈਨੂੰ ਇੱਕ ਲਾਈਕ ਜਿੱਦਾਂ ਐਮਟੀ ਸਟਮਕ ਵਰਕਆਊਟ ਕਰਨ ਦੇ ਬੈਨੀਫਿਟਸ ਬਹੁਤ ਆ, ਪਰ ਇਹਦਾ ਕੋਈ ਸਾਈਡ ਇਫੈਕਟ ਵੀ ਹੈ ਜਾਂ ਕੁਛ? ਮੈਨੂੰ ਇਸ ਬਾਰੇ ਕੁਛ ਨੌਲੇਜ ਦੇਣਗੇ ਤੁਸੀਂ? ਐਮਟੀ ਸਟਮਕ ਵਰਕਆਊਟ ਕਰਨ ਦਾ ਨੁਕਸਾਨ ਵੀ ਸਬਜੈਕਟਿਵ ਹੈ ਕਿ ਜੇ ਤੁਹਾਡਾ ਸ਼ੂਗਰ ਲੈਵਲ ਘਟਦਾ ਵਾ, ਰਾਈਟ, ਤਾਂ ਤੁਸੀਂ ਜਾਣਦੇ ਹੋ ਕਿ ਮਸਲ ਦੇ ਵਿੱਚ ਗਲਾਈਕੋਜਨ ਦੇ ਰੂਪ ਦੇ ਵਿੱਚ ਸ਼ੂਗਰ ਔਰ ਸਾਡੇ ਲਿਵਰ ਦੇ ਵਿੱਚ ਗਲਾਈਕੋਜਨ ਦੇ ਰੂਪ ਦੇ ਵਿੱਚ ਸ਼ੂਗਰ ਜਿਹੜੀ ਆ ਉਹ ਸਟੋਰਡ ਰਹਿੰਦੀ, ਐਨਰਜੀ ਸਟੋਰਡ ਰਹਿੰਦੀ ਹੈ। ਤਾਂ ਜਦੋਂ ਅਸੀਂ ਖਾਲੀ ਪੇਟ ਐਕਸਰਸਾਈਜ਼ ਕਰਨ ਜਾਂਦੇ ਹਾਂ ਉਦੋਂ ਅਸੀਂ ਉਹ ਗਲਾਈਕੋਜਨ ਨੂੰ ਡਿਊਟੀ 'ਤੇ ਲਾਉਂਦੇ ਹਾਂ ਕਿ ਭਾਈ ਇਹ ਜਿਹੜੀ ਮੈਂ ਐਕਸਰਸਾਈਜ਼ ਕਰਨ ਲੱਗਾ ਵਾਂ ਇਹਦਾ ਸਾਰਾ ਜਿਹੜਾ ਫਿਊਲ ਹੈ ਉਹ ਗਲਾਈਕੋਜਨ ਤੋਂ ਆਉਣਾ ਹੈ। ਸੋ ਅਗਰ ਗਲਾਈਕੋਜਨ ਸਟੋਰ ਪਹਿਲਾਂ ਹੀ ਮੁਕਾ ਕੇ ਗਏ ਹਾਂ, ਬਹੁਤ ਲੰਬੀ ਫਾਸਟਿੰਗ ਕਰਕੇ ਗਏ ਹਾਂ ਜੀ, ਰਾਈਟ, ਤਾਂ ਫਿਰ ਹੋ ਸਕਦਾ ਉਸ ਟਾਈਮ 'ਤੇ ਮਸਲ ਨੂੰ ਗਲਾਈਕੋਜਨ ਤੋਂ ਬਾਅਦ ਵਾਰੀ ਆਉਂਦੀ ਹੈ ਮਸਲ ਦੀ ਐਨਰਜੀ ਸਪਲਾਈ ਕਰਨ ਦੇ ਵਿੱਚ, ਜਦੋਂ ਅਸੀਂ ਬਹੁਤ ਇੰਟੈਂਸ ਐਕਸਰਸਾਈਜ਼ ਕਰ ਰਹੇ ਹਾਂ। ਉਸ ਤੋਂ ਬਾਅਦ ਜਾ ਕੇ ਨੰਬਰ ਆਉਂਦਾ ਹੈ ਫੈਟ ਦਾ। ਸੋ ਫੈਟ ਇਜ਼ ਦ ਲਾਸਟ ਟੂ ਬੀ ਕਾਲਡ ਔਨ ਡਿਊਟੀ। ਸੋ ਅਗਰ ਅਸੀਂ ਫਾਸਟਿੰਗ ਕਰ ਰਹੇ ਹਾਂ ਔਰ ਅਸੀਂ ਇੰਟੈਂਸ ਐਕਸਰਸਾਈਜ਼ ਕਰਨ ਲੱਗ ਪੈਂਦੇ ਹਾਂ ਤਾਂ ਸਾਨੂੰ ਸਾਡੀ ਬਾਡੀ ਹੀ ਦੱਸ ਦੇਗੀ ਅਸੀਂ ਆਪਣੇ ਨਾਲ ਜ਼ਬਰਦਸਤੀ ਕਰ ਰਹੇ ਹਾਂ, ਤਾਂ ਅਸੀਂ ਉਹੀ ਜਿਹੜੇ ਚੱਕਰ ਆਉਣੇ ਜਾਂ ਲੋ ਐਨਰਜੀ ਫੀਲ ਹੋਣਾ, ਐਗਜ਼ੌਸਸ਼ਨ ਦੀ ਫੀਲਿੰਗ ਹੋਣਾ, ਇਹ ਸਾਰੀਆਂ ਚੀਜ਼ਾਂ ਸਾਨੂੰ ਦੱਸਦੀਆਂ। ਇਹਦੇ ਲਈ ਫਿਰ ਸਾਨੂੰ ਥੋੜ੍ਹਾ ਜਿਹਾ ਕੰਪਲੈਕਸ ਕਾਰਬੋਹਾਈਡਰੇਟ ਲੈਣਾ ਕੋਈ ਬੁਰਾ ਆਈਡੀਆ ਨਹੀਂ ਰਹੇਗਾ, ਤਾਂ ਕਿ ਕੁਛ ਐਨਰਜੀ ਉਸ ਟਾਈਮ 'ਤੇ ਮਿਲਦੀ ਰਹੇ ਜਦੋਂ ਤੁਸੀਂ ਇੰਟੈਂਸ ਐਕਸਰਸਾਈਜ਼ ਕਰ ਰਹੇ ਹੋ। ਬਾਕੀ ਕਾਲਰਸ ਕੋਲੋਂ ਮੈਂ ਮਾਫੀ ਚਾਹੁੰਦੀ ਹਾਂ, ਪਰ ਇੱਕ ਕਾਲਰ ਸਾਡੇ ਹੋਰ ਕਾਫੀ ਦੇਰ ਤੋਂ ਹੋਲਡ 'ਤੇ ਨੇ। ਜੇ ਉਹਨਾਂ ਦਾ ਬਰੀਫ ਜਾਂ ਕੋਈ ਸਵਾਲ ਹੈ ਤਾਂ ਜ਼ਰੂਰ ਮੈਂ ਲੈ ਸਕਦੀ ਹਾਂ। ਅਨੂ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਅਨੂ ਜੀ, ਪਲੀਜ਼ ਗੱਲ ਛੋਟੀ ਰੱਖਣੀ ਆਪਣੀ। ਹਾਂਜੀ, ਐਕਚੁਅਲੀ ਮੈਨੂੰ ਹਾਈਪੋਥਾਇਰੋਇਡ ਆ ਤੇ ਮੈਂ ਜਾਣਨਾ ਚਾਹੁੰਦੀ ਹਾਂ ਕਿ ਆਪਾਂ ਥਾਇਰੋਇਡ ਨੂੰ ਖਤਮ ਕਰ ਸਕਦੇ ਹਾਂ ਜਾਂ ਨਹੀਂ। ਥਾਇਰੋਇਡ ਨੂੰ ਖਤਮ ਕਰਨਾ ਚਾਹੀਦਾ ਵੀ ਨਹੀਂ, ਥਾਇਰੋਇਡ ਬਹੁਤ ਜ਼ਰੂਰੀ ਹੈ ਅਨੂ ਜੀ। ਹਾਈਪੋਥਾਇਰੋਇਡ ਨੂੰ ਵੀ ਖਤਮ ਨਹੀਂ ਕਰ ਸਕਦੇ। ਇਹ ਇੱਕ ਆਟੋ ਇਮਿਊਨ ਡਿਸਆਰਡਰ ਹੈ, ਯਾਨੀ ਕਿ ਸਾਡਾ ਜਿਹੜਾ ਥਾਇਰੋਇਡ ਹੈ ਉਹ ਘੱਟ ਕੰਮ ਕਰਨਾ ਸ਼ੁਰੂ ਹੋ ਗਿਆ। ਉਹਦੇ ਇਲਾਜ ਦੇ ਵਿੱਚ ਕੁਛ ਫੂਡਸ ਦਾ ਧਿਆਨ ਰੱਖਣਾ ਹੁੰਦਾ ਹੈ, ਕੁਛ ਲਾਈਫ ਸਟਾਈਲ ਨੂੰ ਚੇਂਜ ਕਰਨਾ ਹੁੰਦਾ ਹੈ। ਫੂਡਸ ਆਉਂਦੇ ਨੇ ਗੋਇਟਰੋਜੈਨਸ, ਉਹ ਖਾਣੇ ਜਿਹੜੇ ਕਿ ਇੱਕ ਫੈਮਿਲੀ ਆਫ ਵੈਜੀਟੇਬਲਸ ਨੂੰ ਬਿਲੋਂਗ ਕਰਦੇ ਨੇ, ਜਿਹਨੂੰ ਅਸੀਂ ਕੁਕੁਰਬਿਟੇਸੀ ਫੈਮਿਲੀ ਕਹਿੰਦੇ ਹਾਂ, ਜਿਹੜਾ ਕਿ ਬਰੋਕਲੀ, ਕੈਬੇਜ, ਕੌਲੀਫਲਾਵਰ, ਇਹ ਵਾਲੇ ਜਿਹੜੇ ਫੂਡਸ ਨੇ, ਜਾਂ ਫਿਰ ਸੋਇਆਬੀਨ ਦੇ ਬਣੇ ਹੋਏ ਪ੍ਰੋਡਕਟਸ, ਚਾਹੇ ਉਹ ਟੋਫੂ ਹੋਵੇ, ਚਾਹੇ ਉਹ ਸੋਇਆਬੀਨ ਦੀਆਂ। ਸੋ ਇਹ ਖਾਣੇ ਚਾਹੀਦੇ ਨੇ ਜਾਂ ਨਹੀਂ ਖਾਣੇ ਚਾਹੀਦੇ? ਪਰਹੇਜ਼ ਕਰਨਾ ਚਾਹੀਦਾ, ਨਹੀਂ ਖਾਣੇ ਚਾਹੀਦੇ, ਕਿਉਂਕਿ ਇਹ ਥਾਇਰੋਇਡ ਦੀ ਫੰਕਸ਼ਨਿੰਗ ਦੇ ਉੱਤੇ ਔਰ ਥਾਇਰੋਇਡ ਦੀ ਜਿਹੜੀ ਦਵਾਈ ਤੁਸੀਂ ਥਾਇਰੋਇਡ ਰਿਪਲੇਸਮੈਂਟ ਥੈਰੇਪੀ ਲੈਂਦੇ ਹੋ ਉਹਦੀ ਵਰਕਿੰਗ ਐਫੀਸ਼ੀਐਂਸੀ 'ਤੇ ਬੁਰਾ ਅਸਰ ਪਾਉਂਦੇ ਨੇ। ਤਾਂ ਤੁਹਾਨੂੰ ਜ਼ਿਆਦਾ ਦਵਾਈ ਖਾਣੀ ਪਏਗੀ ਅਗਰ ਤੁਸੀਂ ਇਹ ਵਾਲੇ ਖਾਣੇ ਖਾਂਦੇ ਰਹਿੰਦੇ ਹੋ ਨਾਲ ਹਾਈਪੋਥਾਇਰੋਇਡਿਜ਼ਮ ਦੇ ਵਿੱਚ। ਅੱਛਾ, ਤਾਂ ਇਹ ਇੱਕ ਸਿੰਪਲ ਜੀ ਪ੍ਰੋਬਲਮ ਹੈ, ਪਰ ਇਹਦਾ ਬਹੁਤ ਗਹਿਰਾ ਸੰਬੰਧ ਹੈ। ਇਹਦੇ ਉੱਤੇ ਮੈਂ ਪੂਰਾ ਦਾ ਪੂਰਾ ਐਪੀਸੋਡ ਕੀ ਮੈਂ ਤਾਂ 7 ਦਿਨ ਵੀ ਬੋਲ ਸਕਦਾ ਕਿ ਹਾਈਪੋਥਾਇਰੋਇਡ ਜ਼ਰੂਰ ਕਰਾਂਗੇ ਆਪਾਂ, ਜ਼ਰੂਰ ਕਰਾਂਗੇ, ਕਿਉਂਕਿ ਸਮਾਂ ਹੋਰ ਇਜਾਜ਼ਤ ਨਹੀਂ ਦੇ ਰਿਹਾ। 2 ਗੱਲਾਂ ਮੈਂ ਹੋਰ ਪੁੱਛਣਾ ਚਾਹੁੰਦੀ ਹਾਂ ਕਿ ਇੰਟਰਮਿਟੈਂਟ ਫਾਸਟਿੰਗ ਜਿਸ ਵੇਲੇ ਅਸੀਂ ਕਰ ਰਹੇ ਹਾਂ, ਜਿਹੜੀ ਸਾਡੀ ਨੌਨ ਈਟਿੰਗ ਵਿੰਡੋ ਹੈ ਉਹਦੇ ਦੌਰਾਨ ਪਾਣੀ ਪੀਤਾ ਜਾ ਸਕਦਾ? ਜੀ, ਪਾਣੀ ਜ਼ਰੂਰ ਪੀਤਾ ਜਾ ਸਕਦਾ। ਫॉर दैट मैटर ब्लैक कॉफ़ी, ब्लैक टी, ग्रीन टी कैन आल्सो बी टेकन। ਪਰ ਫਿਰ ਜੇ ਦੁੱਧ ਵਾਲੀ ਚਾਹ ਪੀ ਰਹੇ ਹਾਂ ਉਹ ਗਲਤ ਹੈ, ਗੜਬੜ। ਪਾਣੀ ਜਿਹੜਾ ਆ ਕਿੰਨਾ ਕੁ ਪੀਤਾ ਜਾਣਾ ਚਾਹੀਦਾ ਆਈਡੀਅਲੀ? ਹੁਣ ਕਈ ਲੋਕ ਕਹਿੰਦੇ ਜੀ 7 ਗਲਾਸ ਚਾਹੀਦੇ, 8 ਗਲਾਸ ਚਾਹੀਦੇ ਆ, ਤਾਂ ਕਈ ਮੇਰੇ ਵਰਗੇ ਵੱਡੀ ਬੋਤਲ ਵੀ ਚੁੱਕੀ ਫਿਰਦੇ ਆ। ਪਾਣੀ ਦਾ ਬੜਾ ਹੀ ਇੰਪੋਰਟੈਂਟ ਕੁਐਸਚਨ ਹੈ, ਪਰ ਥੰਬ ਰੂਲ ਮੈਂ ਤਾਂ ਹਮੇਸ਼ਾ ਆਪਣੇ ਕਲਾਇੰਟਸ ਨੂੰ ਇਹ ਕਹਿੰਦਾ, ਅਗਰ ਤੁਸੀਂ ਕੋਈ
ਆਪਣੇ ਯੂਰਿਨ ਨੂੰ ਕਲਰ ਕਰਨ ਵਾਲੀ ਦਵਾਈ ਜਿੱਦਾਂ ਕਿ ਮਲਟੀਵਾਈਟਾਮਿਨ ਹੁੰਦੇ ਉਹ ਆਮ ਤੌਰ 'ਤੇ ਕਲਰ ਕਰ ਦਿੰਦੇ ਆ ਰਾਈਟ। ਆਲਵੇਜ਼ ਵੈਨ ਯੂ ਗੋ ਐਂਡ ਯੂਜ਼ ਦ ਵਾਸ਼ਰੂਮ ਵਾਚ ਦੀ ਕਲਰ ਆਫ ਯੋਰ ਯੂਰਿਨ। ਅਗਰ ਉਹ ਪੇਲ ਹੈ ਲਾਈਟ ਹੈ ਤਾਂ ਠੀਕ ਹੈ, ਅਗਰ ਉਹ ਡਾਰਕ ਯੈਲੋ ਦੀ ਤਰਫ ਜਾ ਰਿਹਾ, ਜਿੰਨਾ ਡਾਰਕ ਜਾ ਰਿਹਾ ਬਾਹਰ ਆਓ ਔਰ ਉਹਨਾਂ 2-3 ਗਲਾਸ ਪਾਣੀ ਆਪਣੇ ਜਿੱਦਾਂ ਜਿੱਦਾਂ ਤੁਸੀਂ ਪੀ ਸਕਦੇ ਹੋ। ਪਰ ਉਹ ਤਾਂ ਹੁਣ ਕਈਆਂ ਲੋਕਾਂ ਨੂੰ ਪਤਾ ਹੈ ਕਿ ਸਾਡੇ ਦਵਾਈ ਕਰਕੇ ਡਾਰਕ ਆ ਰਿਹਾ ਯੂਰਿਨ। ਇੱਕ ਦਿਨ ਨਹੀਂ ਦਵਾਈ ਖਾਧੀ ਜਾਂ ਦਵਾਈ ਖਾਣ ਤੋਂ ਬਾਅਦ 12 ਘੰਟੇ ਬਾਅਦ ਵਾਲਾ ਯੂਰਿਨ ਦਾ ਕਲਰ ਦੇਖਿਆ। ਅੱਛਾ ਹਾਂ। ਸੋ ਜਦੋਂ ਤੁਹਾਨੂੰ ਪਿਆਸ ਲੱਗਦੀ ਯੂ ਆਰ ਆਲਰੇਡੀ ਡੀਹਾਈਡਰੇਟਡ। ਤੁਹਾਡੀ ਬਾਡੀ ਤੁਹਾਨੂੰ ਸਿਗਨਲ ਉਦੋਂ ਦਿੰਦੀ ਹੈ ਜਦੋਂ ਉਹਨੂੰ ਘਾਟ ਮਹਿਸੂਸ ਹੁੰਦੀ ਹੈ। ਇਹਦਾ ਮਤਲਬ ਤੁਸੀਂ ਉਸ ਤੋਂ ਪਹਿਲਾਂ ਦੇ ਕੁਝ ਘੰਟੇ ਪਾਣੀ ਪੀਤਾ ਨਹੀਂ ਹੈ। ਸੋ ਪਾਣੀ ਜਿਹੜਾ ਹੈ ਉਹ 2 ਲੀਟਰ ਤੋਂ ਲੈ ਕੇ 2.5 ਲੀਟਰ ਡਿਪੈਂਡਿੰਗ ਅਪਨ ਦ ਸਾਈਜ਼ ਆਫ ਯੋਰ ਬਾਡੀ, ਯੋਰ ਬਾਡੀ ਵੇਟ ਐਂਡ ਯੋਰ ਲਾਈਫ ਸਟਾਈਲ। ਅਗਰ ਤੁਸੀਂ ਪਸੀਨਾ ਬਹਾ ਰਹੇ ਹੋ ਤਾਂ ਜ਼ਿਆਦਾ ਜ਼ਰੂਰਤ ਹੋਏਗੀ, ਕੰਮ ਕਰ ਰਹੇ ਹੋ ਤਾਂ ਪਸੀਨਾ ਆ ਰਿਹਾ। ਸੋ ਪਾਣੀ ਸਾਡੀ ਬਾਡੀ ਦੇ ਵਿੱਚੋਂ ਕਈ ਸਾਰੀਆਂ ਫਿਜ਼ੀਓਲੋਜੀਕਲ ਪ੍ਰੋਸੈਸਿਸ ਦੇ ਜ਼ਰੀਏ ਬਾਹਰ ਜਾਂਦਾ ਹੈ। ਜਿੱਦਾਂ ਸਾਹ ਅਸੀਂ ਜਿਹੜਾ ਬਾਹਰ ਕੱਢਦੇ ਹਾਂ, ਜਿਹੜੇ ਹੁਣ ਕਈ ਲੋਕ ਪਾਣੀ ਦੇ ਵਿੱਚ ਆਲਵੇਜ਼ ਕੁਝ ਨਾ ਕੁਝ ਪਾ ਕੇ ਰੱਖਦੇ ਆ, ਕਹਿੰਦੇ ਰਿਕਮੈਂਡ ਕਰਦੇ ਆ ਕਿ ਐਪਲ ਸਾਈਡਰ ਵਿਨੇਗਰ ਪਾ ਲਓ ਜਾਂ ਤੁਸੀਂ ਥੋੜ੍ਹਾ ਜਿਹਾ ਨਿੰਬੂ ਪਾ ਲਓ, ਉਹ ਸਿਰਫ ਆਪਣੇ ਸਵਾਦ ਦੀ ਖਾਤਰ ਆ ਜਾਂ ਉਹਦਾ ਕੋਈ ਫਰਕ ਆ? ਪਾਣੀ ਸਾਰਿਆਂ ਨੂੰ ਸਵਾਦ ਨਹੀਂ ਲੱਗਦਾ ਤਾਂ ਇਟ ਇਜ਼ ਅ ਗੁੱਡ ਆਈਡੀਆ ਟੂ ਐਡ ਸਮਥਿੰਗ, ਤਾਂ ਉਹਦੀ ਐਸੈਂਸ ਵੀ ਥੋੜ੍ਹੀ ਬਹੁਤ ਆ ਜਾਂਦੀ ਹੈ। ਜਿੱਦਾਂ ਇੱਕ ਪਾਈਨਐਪਲ ਦਾ ਪੀਸ ਪਾ ਲਿਆ ਤਾਂ ਪਾਈਨਐਪਲ ਫਲੇਵਰ ਬਣ ਗਿਆ। ਠੀਕ ਹੈ, ਉਹਨੂੰ ਅਸੀਂ ਇਨਫਿਊਜ਼ਡ ਵਾਟਰ ਕਹਿੰਦੇ ਹਾਂ। ਉਹ ਇੱਕ ਨਵਾਂ ਕਨਸੈਪਟ ਹੈ ਜਿਹੜਾ ਕਿ ਕੋਈ ਬੁਰਾ ਨਹੀਂ ਹੈ ਮੈਨੂੰ ਲੱਗਦਾ। ਇੱਕ ਸਵਾਲ ਹੋਰ ਪੁੱਛ ਲਾਂ। ਹਾਂਜੀ, ਹੁਣ ਜਿਹੜੇ ਵੇਟ ਘਟਾਉਣ ਦੀ ਕੋਸ਼ਿਸ਼ ਕਰ ਰਹੇ ਆ, ਕਿੰਨਾ ਆਫਟਨ ਉਹਨਾਂ ਨੂੰ ਸਕੇਲ 'ਤੇ ਚੜ੍ਹਨਾ ਚਾਹੀਦਾ? ਕਈ ਲੋਕ ਰੋਜ਼ ਸਵੇਰੇ ਉੱਠ ਕੇ ਪਹਿਲਾ ਕੰਮ ਇਹ ਕਰਦੇ ਆ ਅਤੇ ਕਈ ਕਹਿੰਦੇ ਆ ਕਿੰਨੇ ਹਫ਼ਤੇ ਬਾਅਦ ਅਸੀਂ ਕਰਦੇ ਹਾਂ, ਕੀ ਖਿਆਲ ਆ? ਹਫ਼ਤੇ ਬਾਅਦ ਇਜ਼ ਅ ਗੁੱਡ ਆਈਡੀਆ। ਜੇ ਰੋਜ਼ ਕਰਦੇ ਹਾਂ ਤਾਂ ਉਹ ਪੈਰਾਨੋਇਡ ਬਣਾ ਦੇਗਾ ਸਾਨੂੰ, ਜ਼ਿਆਦਾ ਅੱਜ ਘਟ ਗਿਆ ਅੱਜ ਵੱਧ ਗਿਆ, ਬਿਕੋਜ਼ ਕਈ ਸਾਰੇ ਫੈਕਟਰਸ ਦੇ ਉੱਤੇ ਡਿਪੈਂਡ ਕਰਦਾ। ਸੋ ਹਫ਼ਤੇ ਬਾਅਦ ਖਾਲੀ ਪੇਟ ਸਵੇਰੇ ਉੱਠ ਕੇ ਤੁਸੀਂ ਕਰ ਲਓ ਆਪਣਾ ਵੇਟ। ਜੀ, ਯੂ ਕੈਨ ਨੋਟ ਡਾਊਨ ਯੋਰ ਪ੍ਰੋਗਰੈਸ ਐਂਡ ਦੈਟ ਇਜ਼ ਗੁੱਡ ਇਨਫ। ਕਿਉਂਕਿ ਸਟ੍ਰੈਸ ਵਧੇਗੀ ਤਾਂ ਫਿਰ ਵੇਟ ਵਧੇਗਾ, ਕਿਉਂਕਿ ਸਟ੍ਰੈਸ ਵਧੇਗੀ ਤਾਂ ਤੁਹਾਡੀ ਬਿੰਜ ਈਟਿੰਗ ਟੈਂਡੈਂਸੀ ਵਧੇਗੀ। ਨਹੀਂ ਘਟਿਆ ਤੇ ਤੁਸੀਂ ਕੋਰਟੀਜ਼ੋਲ ਲੈਵਲ ਵਧਾਓਗੇ, ਸਟ੍ਰੈਸ ਹਾਰਮੋਨ ਵਧਾਓਗੇ, ਫਿਰ ਤੁਸੀਂ ਤੁਹਾਨੂੰ ਖੋਹ ਪਊਗੀ, ਕੁਝ ਖਾਣ ਨੂੰ ਦਿਲ ਕਰੂਗਾ। ਔਰ ਜਦੋਂ ਕੁਝ ਖੋਹ ਪੈਂਦੀ ਹੈ ਉਦੋਂ ਤੁਹਾਡੀ ਸੂਝ-ਬੂਝ ਖਾਣੇ ਨੂੰ ਡਿਸਾਈਡ ਕਰਨ ਦੀ ਘਟ ਜਾਂਦੀ ਹੈ। ਰੋਜ਼ ਜਿਹੜਾ ਵੇਟ ਚੈੱਕ ਕਰਨ ਦਾ ਇੱਕ ਚੀਜ਼ ਮੈਂ ਵੀ ਨੋਟਿਸ ਕੀਤੀ ਹੈ ਕਿ ਕਿਸੇ ਵੇਲੇ ਕਿਸੇ ਦਿਨ ਤੁਹਾਡਾ ਵੇਟ ਵਧਿਆ ਹੋਇਆ ਹੁੰਦਾ, ਦੂਜੇ ਦਿਨ ਅਤੇ ਤੁਸੀਂ ਬੜੇ ਪਰੇਸ਼ਾਨ ਹੋ ਜਾਂਦੇ ਆ ਕਿ ਵੀ ਕੱਲ੍ਹ ਤਾਂ ਮੈਂ ਕੋਈ ਇਹੋ ਜਿਹਾ ਖਾਧਾ ਨਹੀਂ ਹੈਗਾ। ਹੁਣ ਇਹ ਨਹੀਂ ਪਤਾ ਕਿ ਉਸ ਖਾਣੇ ਨੂੰ ਬਾਡੀ ਨੇ ਕਿੱਦਾਂ ਰਿਐਕਟ ਕੀਤਾ ਅਤੇ ਤੁਸੀਂ ਪਰੇਸ਼ਾਨ ਬਹੁਤ ਜ਼ਿਆਦਾ ਹੋ ਜਾਂਦੇ ਆ। ਪਰ ਕਈ ਵਾਰ ਤੀਜੇ ਦਿਨ ਚੌਥੇ ਦਿਨ ਤੁਸੀਂ ਚੈੱਕ ਕਰਦੇ ਹੋ ਤਾਂ ਕਾਫੀ ਜ਼ਿਆਦਾ ਵੀ ਉਹ ਘਟਿਆ ਹੁੰਦਾ। ਸੋ ਆਈਡੀਅਲੀ ਇੱਕ ਹਫ਼ਤਾ ਠੀਕ ਹੈ। So many variables, constipation can make the weight, go up. ਠੀਕ ਹੈ। And then water retention can make the weight go up. So there are so many factors. ਡਾਕਟਰ ਜਸਲ, ਸਮਾਂ ਤੁਸੀਂ ਕੱਢਿਆ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਅਤੇ ਇੱਕ ਕਮਿਟਮੈਂਟ ਤੁਹਾਡੇ ਕੋਲ ਲੈਣੀ ਹੈ, ਜੇ ਆਉਂਦੇ ਮਹੀਨੇ ਕੁਝ ਗੱਲਾਂ ਬਾਤਾਂ ਸਾਡੇ ਨਾਲ ਹੋਰ ਸਾਂਝੀਆਂ ਕਰ ਸਕੋ। ਜ਼ਰੂਰ ਜੀ। ਮੈਨੂੰ ਅੱਛਾ ਲੱਗਿਆ। ਤੁਹਾਡੇ ਜਿਹੜੇ ਕੁਐਸਚਨਸ ਨੇ ਉਹ ਬਹੁਤ ਢੁਕਵੇਂ ਹੁੰਦੇ ਨੇ। ਸਾਡੇ ਆਡੀਅנס ਵੀ ਇੰਨੀ ਲਰਨਡ ਹੈ ਕਿ ਲਿਸਨਰਸ ਅੱਛਾ ਲੱਗਦਾ ਜਦੋਂ ਅਸੀਂ ਕੁਝ ਹੈਲਦੀ ਡਿਸਕਸ਼ਨ ਕਰਦੇ ਹਾਂ ਔਰ ਕੁਝ ਕੰਟਰੀਬਿਊਟ ਕਰ ਸਕੀਏ ਆਪਣੀ ਕਮਿਊਨਿਟੀ ਦੇ ਵਿੱਚ, ਜਿਹੜੀ ਕਿ ਕਿਸੇ ਦੇ ਕੰਮ ਆਵੇ ਔਰ ਅਪਣਾ ਕੇ ਉਹ ਹੈਲਦੀ ਹੋ ਸਕਣ। ਸੋਸ਼ਲ ਮੀਡੀਆ 'ਤੇ ਤੁਸੀਂ ਕਿੱਥੇ ਹੈਗੇ ਹੋ? फेसबुक पे मैं और मेरी वाइफ डाइटिशियन पल्लवी जसल, वी आर प्रेजेंट ऑन फेसबुक, डाइटिशियन पल्लवी जसल एंड लिव लाइफ मोर। सो लिव लाइफ मोर नाम ਦਾ ਇੱਕ ਸਾਡਾ YouTube ਚੈਨਲ ਹੈ, LIVELIFEMORE, ਦੈਟ ਇਜ਼ ਜ਼ਿੰਦਗੀ ਜ਼ਿਆਦਾ ਦਿਓ। ਸੋ ਤੁਹਾਨੂੰ ਸੋਸ਼ਲ ਮੀਡੀਆ ਦੇ ਉੱਤੇ ਫੋਲੋ ਕੀਤਾ ਜਾ ਸਕਦਾ, ਦੇਖਿਆ ਜਾ ਸਕਦਾ। ਤੇ ਮੇਰੇ ਨਾਮ ਤੋਂ ਸਰਚ ਕਰ ਲਓ, ਲਿਵ ਲਾਈਫ ਮੋਰ ਦੇ ਨਾਮ ਤੋਂ ਸਰਚ ਕਰ ਲਓ, ਜਾਂ livelifemore.com ਸਾਡੀ ਵੈਬਸਾਈਟ। ਥੈਂਕ ਯੂ ਸੋ ਮਚ। ਥੈਂਕ ਯੂ।